अगला अंग नौकरी का पहला दिन। राती शशि धार के सुती सी कि प्रभात वेले उठ के सब तो पहला वो बहारी बौकर का काम मुका के मां ते भरा लई 2-4 फुलके सेक लएगी। ਜਦੋਂ ਉਹਨਾਂ ਨੂੰ ਭੁੱਖ ਲੱਗੇਗੀ ਆਪੇ ਖਾ ਲੈਣਗੇ ਤੇ ਫਿਰ ਸਾਂਭ ਸਿੱਕਰ ਕੇ 8 ਵਜੇ ਨੂੰ ਘਰੋਂ ਨਿਕਲ ਤੁਰੇਗੀ। ਕੱਪੜੇ ਉਹਨੇ ਅੱਜ ਦੁਪਹਿਰੇ ਧੋ ਕੇ ਤਿਆਰ ਕਰ ਲਏ ਸਨ। ਉਹਨੂੰ ਡਰ ਸੀ ਮਤੇ ਸਵੇਰੇ ਉਹਦੀ ਜਾਗ ਹੀ ਨਾ ਖੁੱਲੇ ਤੇ ਸਾਰਾ ਪ੍ਰੋਗਰਾਮ ਤਾਂ ਠਾਂ ਹੋ ਜਾਏ। ਇਸੇ ਚਿੰਤਾ 'ਚ ਕਿੰਨੀ ਰਾਤ ਗਈ ਤੱਕ ਨੀਂਦਰ ਨਾ ਆ ਸਕੀ। ਇਹ ਤੋਂ ਛੁੱਟ ਵੀ ਕਈ ਤਰ੍ਹਾਂ ਦੇ ਖਿਆਲ ਉਹਦੇ ਦਿਮਾਗ ਚੱਕਰ ਲਾਉਂਦੇ ਰਹੇ। ਉਹ ਸੇਠ ਜੀ ਕਿਹੋ ਜਿਹੇ ਹੋਣਗੇ? ਜ਼ਰੂਰ ਚੰਗੇ ਸੁਭਾਅ ਦੇ ਤੇ ਦੇਵਤਾ ਸਰੂਪ ਹੋਣਗੇ। ਮਾਈ ਝੂਠ ਥੋੜਾ ਹੀ ਕਹਿਣਾ ਸੀ। ਫਿਰ ਸੋਚਦੀ ਕਿ ਮੈਥੋਂ ਹੀ ਨਾ ਕੁਝ ਚੱਜ ਹੋ ਜਾਏ, ਮਤੇ ਮੇਰੇ ਕਿਸੇ ਅਲੜਪਣੇ ਤੋਂ ਗੁੱਸੇ ਹੋ ਜਾਣ, ਮਤੇ ਦਾਲ ਭਾਜੀ ਮੈਂ ਉਹਨਾਂ ਦੀ ਮਰਜ਼ੀ ਦੀ ਨਾ ਬਣਾ ਸਕਾਂ, ਮਤੇ ਕਾਹਲੀ ਤੇ ਘਬਰਾਹਟ 'ਚ ਲੂਣ ਵੱਧ ਘੱਟ ਪੈ ਜਾਏ। ਇਹਨਾਂ ਹੀ ਗਿਣਤੀਆਂ 'ਚ ਰਾਤ ਦੇ ਕੋਈ 11 ਵਜੇ ਉਹਦੀ ਅੱਖ ਲੱਗੀ। ਜਦ ਮੁੜ ਜਾਗੀ ਤਾਂ ਉਹਨੂੰ ਧੁੜਕੂ ਲੱਗਾ ਸੀ ਕਿਤੇ ਮੈਂ ਦੇਰ ਤੇ ਨਹੀਂ ਕਰ ਦਿੱਤੀ ਤੇ ਉਹ ਝਟਪਟ ਉੱਠ ਕੇ ਕੰਮ ਧੰਦੇ ਲੱਗ ਗਈ। ਵਕਤ ਜਾਣਨ ਲਈ ਉਹਨੇ ਬਥੇਰੀ ਅਕਲ ਦੌੜਾਈ ਪਰ ਨਿਸ਼ਚਿਤ ਤੌਰ ਤੇ ਅਨੁਮਾਨ ਨਾ ਲਾ ਸਕੀ। ਫਿਰ ਵੀ ਉਹਦਾ ਯਕੀਨ ਸੀ ਕਿ ਦਿਨ ਚੜ੍ਹਨ ਹੀ ਵਾਲਾ ਹੈ। ਤੇ ਜਦੋਂ ਸਾਰਾ ਕੰਮ ਧੰਦਾ ਖਤਮ ਕਰ ਚੁੱਕੀ, ਰੋਟੀਆਂ ਵੀ ਪਕਾ ਬੈਠੀ ਤੇ ਹਨੇਰਾ ਜਿਉਂ ਦਾ ਤਿਉਂ ਸੀ ਤੇ ਜਾਣ ਕੇ ਉਹ ਲੋੜ ਨਾਲੋਂ ਬਹੁਤ ਸਵਖਤੇ ਉੱਠ ਬੈਠੀ ਸੀ, ਉਹਦੇ ਦਿਲ ਨੂੰ ਖੁਸ਼ੀ ਹੋਈ। ਉਹ ਫਿਰ ਬਿਸਤਰੇ 'ਚ ਜਾ ਲੇਟਿਆਂ ਹੀ ਉਹ 5-6 ਕਮਰੇ ਜਿਹੜੇ ਕੱਲ੍ਹ ਉਹ ਵੇਖ ਕੇ ਆਈ ਸੀ, ਉਹਨਾਂ ਦੀ ਹਰ ਇੱਕ ਚੀਜ਼ ਉਹਦੀਆਂ ਅੱਖਾਂ ਅੱਗੇ ਫਿਰਨ ਲੱਗੀ। ਕਿੰਨਾ ਕੀਮਤੀ ਸਮਾਨ ਸੀ। ਹਰ ਇੱਕ ਚੀਜ਼ ਇੱਕ ਦੂਜੇ ਤੋਂ ਚੜ੍ਹਨ ਦੀ। ਸੱਚਮੁੱਚ ਉਹ ਕੋਈ ਬਹੁਤ ਅਮੀਰ ਤੇ ਖਾਨਦਾਨੀ ਘਰ ਹੈ। ਉਸ ਘਰ ਦਾ ਮਾਲਕ ਬੜਾ ਨੇਕ ਤੇ ਦਿਆਲੂ ਸੁਭਾਅ ਦਾ ਹੋਏਗਾ। ਇਹੋ ਜਿਹੇ ਭਾਗਵਾਨ ਦੀ ਤਾਂ ਇੱਕ ਸਵੱਲੀ ਨਜ਼ਰ ਨਾਲ ਹੀ ਸਾਡੇ ਵਰਗਿਆਂ ਦਾ ਦਲਿੱਦਰ ਕੱਟਿਆ ਜਾ ਸਕਦਾ ਹੈ। ਸੱਚਮੁੱਚ ਉਹ ਮਾਈ ਕਿਸੇ ਭਾਗਵਾਨ ਘੜੀ ਮੇਰੇ ਮੱਥੇ ਲੱਗੀ ਸੀ। ਕੀ ਪਤਾ ਸਾਡੀ ਗਰੀਬੀ ਦੀ ਮਿਆਦ ਪੁੱਗਣ ਵਾਲੀ ਹੋਵੇ। ਪਰ ਅੱਜ ਦਿਨ ਕਿਉਂ ਨਹੀਂ ਚੜ੍ਹਨ ਚਾਹੁੰਦਾ। ਉਹਨੇ ਕਈ ਵਾਰੀ ਬਿਸਤਰੇ 'ਚੋਂ ਮੂੰਹ ਕੱਢ ਕੇ ਆਲੇ ਦੁਆਲੇ ਤੱਕਿਆ। ਅਖੀਰ ਉਹਦੀ ਬਹੁਤ ਸਾਰੀ ਉਡੀਕ ਤੋਂ ਬਾਅਦ ਖੋਖੇ ਦੀਆਂ ਝੀਤਾਂ ਵਿੱਚੋਂ ਊਸ਼ਾ ਦੀ ਸਫੈਦੀ ਅੰਦਰ ਝਾਕੀ। ਲੱਕੜ ਦੀਆਂ ਧੁਆਂਖੀਆਂ ਕੰਧਾਂ ਦੀ ਕਾਇਆ ਕਲਪ ਹੋਣ ਲੱਗੀ। ਅੰਦਰ ਦੀ ਹਰ ਇੱਕ ਚੀਜ਼ ਧੁੰਦਲੀ ਉਹਨੂੰ ਦਿਖਾਈ ਦੇ ਰਹੀ ਸੀ ਤੇ ਉਹ ਸੋਚਣ ਲੱਗੀ ਕਿੰਨੀ ਨਿਕੰਮੀ ਥਾਂ ਹੈ। ਕੀ ਇਹ ਥਾਂ ਮਨੁੱਖਾਂ ਦੇ ਰਹਿਣ ਜੋਗਾ ਹੈ? ਕਿਕਣ ਅਸੀਂ ਇੰਨਾ ਚਿਰ ਇਹਨਾਂ ਧੁਆਂਖੇ ਫੱਟਿਆਂ ਦੀ ਵਲਗਣ 'ਚ ਹੁਣ ਤੱਕ ਗੁਜ਼ਾਰਾ ਕੀਤਾ। ਹੋਰ ਥੋੜੇ ਚਿਰ ਬਾਅਦ ਉੱਠ ਬੈਠੀ। ਉਹਦੀ ਸਲਾਹ ਹੋਈ ਮੂੰਹ ਹੱਥ ਧੋ ਕੇ ਕੱਲ ਦੇ ਧੋਤੇ ਕਮੀਜ਼ ਸਲਵਾਰ ਪਹਿਨ ਲਏ ਤੇ ਫਿਰ ਕੰਘੀ ਵਾਹ ਕੇ ਜਾਣ ਲਈ ਤਿਆਰ ਹੋ ਗਈ। ਪਰ ਫਿਰ ਸੋਚੀ ਪੈ ਗਈ ਅਜੇ ਤੱਕ ਕਾਫੀ ਸਵੇਰ ਹੈ, ਇੰਨੀ ਸਵਖਤੇ ਥੋੜਾ ਹੀ ਉਹਨਾਂ ਦਾ ਬੂਹਾ ਜਾ ਖੜਕਾਵਾਂਗੀ। ਬੜੀ ਮੁਸ਼ਕਿਲ ਨਾਲ ਘੜੀਆਂ ਪਲ ਗਿਣ ਕੇ ਉਹਨੇ ਇਸ ਥੋੜੇ ਜਿਹੇ ਵਕਤ ਦੀ ਥਕਾਵੀਂ ਮੰਜ਼ਿਲ ਨੂੰ ਪਾਰ ਕੀਤਾ ਤੇ ਫਿਰ ਮੂੰਹ ਧੋ ਕੇ ਕੱਪੜੇ ਬਦਲੇ। ਫਿਰ ਨਿੱਕਾ ਜਿਹਾ ਸ਼ੀਸ਼ੇ ਦਾ ਇੱਕ 3 ਨੁੱਕਰਾ ਟੋਟਾ ਜਿਹੜਾ ਜਾਲੇ 'ਚ ਪਿਆ ਸੀ ਲਿਆ ਕੇ ਉਹਨੇ ਸਿਰ ਵਾਹੁਣਾ ਸ਼ੁਰੂ ਕਰਤਾ। ਬੜੇ ਚਿਰਾਂ ਪਿੱਛੋਂ ਅੱਜ ਨੇ ਰੀਝ ਲਾ ਕੇ ਆਪਣਾ ਆਪ ਸਵਾਰਿਆ। ਉਹਨੂੰ ਖਟਕਾ ਸੀ ਏਡੇ ਵੱਡੇ ਘਰ 'ਚ ਨੌਕਰੀ ਕਰਨ ਜਾ ਰਹੀ ਹਾਂ, ਕੁਝ ਨਾ ਕੁਝ ਸੁਚੱਜਤਾ ਉਹਦੇ ਸਰੀਰ ਦੇ ਪਹਿਰਾਵੇ 'ਚੋਂ ਲੱਭਣੀ ਚਾਹੀਦੀ ਹੈ। ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਉਹਨੇ ਮਾਂ ਨੂੰ ਜਗਾਇਆ। ਦਿਨ ਕਾਫੀ ਚੜ੍ਹ ਆਇਆ ਸੀ। ਸ਼ਸ਼ੀ ਘਰੋਂ ਤੁਰੀ, ਸ਼ਸ਼ੀ ਘਰ ਦੇ ਬੂਹੇ ਅੱਗੇ, ਸ਼ਸ਼ੀ ਪੌੜੀਆਂ ਚੜ੍ਹੀ, ਸ਼ਸ਼ੀ 3 ਮੰਜ਼ਲੇ ਦੇ ਉਸ ਬੂਹੇ ਅੱਗੇ ਜਾ ਰੁਕੀ ਜਿਸ ਬਾਬਤ ਕੱਲ੍ਹ ਮਾਈ ਨੇ ਉਹਨੂੰ ਦੱਸਿਆ ਸੀ ਕਿ ਇਹੋ ਸੇਠ ਜੀ ਦਾ ਨਿਵਾਸ ਸਥਾਨ ਹੈ। ਬੂਹਾ ਅੰਦਰੋਂ ਬੰਦ ਸੀ। ਸ਼ਸ਼ੀ ਨੇ ਸੰਗਦਿਆਂ ਬੂਹੇ ਨੂੰ ਹਲਕੀਆਂ ਜਿਹੀਆਂ 1-2 ਥਪਕੀਆਂ ਦਿੱਤੀਆਂ। ਥੋੜੀ ਦੇਰ ਬਾਅਦ ਅੰਦਰੋਂ ਆਵਾਜ਼ ਆਈ, ਕੌਣ ਹੈ? ਤੇ ਸ਼ਸ਼ੀ ਖੰਗੂਰਾ ਮਾਰ ਕੇ ਮੁਸ਼ਕਿਲ ਨਾਲ ਇੰਨਾ ਕਹਿ ਸਕੀ, ਮੈਂ ਜੀ ਨੌਕਰਾਣੀ। ਤੇ ਉਹਦਾ ਦਿਲ ਜ਼ੋਰ ਦੀ ਧੜਕਣ ਲੱਗ ਪਿਆ। ਬੂਹਾ ਖੁੱਲਿਆ। ਸੇਠ ਜੀ ਉਹਦੇ ਸਾਹਮਣੇ ਮੌਜੂਦ ਸਨ। ਅੱਛਾ, ਤੈਨੂੰ ਉਸ ਮਾਈ ਨੇ ਭੇਜਿਆ ਰਸੋਈ ਦੇ ਕੰਮ ਲਈ? ਹਾਂਜੀ। ਠਹਿਰ ਜ਼ਰਾ, ਕਹਿ ਕੇ ਸੇਠ ਜੀ ਪਿਛਾਂਹ ਮੁੜ ਗਏ। ਫਿਰ ਪੈਰਾਂ 'ਚ ਚੱਪਲਾਂ ਅੜਾ ਕੇ ਬਾਹਰ ਨਿਕਲੇ। ਆ ਮੇਰੇ ਨਾਲ। ਸ਼ਸ਼ੀ ਦਾ ਦਿਲ ਥੰਮਿਆ। ਸੇਠ ਜੀ ਦਾ ਪਹਿਲਾ ਪ੍ਰਭਾਵ ਉਸ ਉੱਤੇ ਚੰਗਾ ਹੀ ਪਿਆ। ਸਭ ਤੋਂ ਵੱਡਾ ਜਿਹੜਾ ਧੁੜਕੂ ਉਹਦੇ ਦਿਲ ਨੂੰ ਲੱਗਾ ਸੀ, ਸੇਠ ਹੋਰਾਂ ਉੱਤੇ ਪਹਿਲੀ ਨਜ਼ਰ ਪੈਂਦੀ ਮਿਟ ਗਿਆ। ਉਹਨੂੰ ਡਰ ਸੀ ਸੇਠ ਹੋਰੀ ਆਮ ਅਮੀਰਾਂ ਵਾਂਗ ਬਹੁਤ ਸ਼ੂਕ ਕੇ ਬੰਦ ਕੇ ਚੰਚਲ ਤੇ ਲੰਪਟ ਨਾ ਹੋਣ। ਪਰ ਐਸੀ ਕੋਈ ਗੱਲ ਉਹਨੂੰ ਨਜ਼ਰੀ ਨਹੀਂ ਆਈ। ਇੱਕ ਸੰਤ ਸੁਭਾਅ ਜਿਹਾ ਬਜ਼ੁਰਗ ਦਾ ਆਕਾਰ ਆਪਣੇ ਸਾਹਮਣੇ ਵੇਖ ਕੇ ਉਹਦੇ ਮਨ ਨੂੰ ਬਹੁਤ ਸਾਰਾ ਚੈਨ ਮਿਲਿਆ। ਖਾਸ ਕਰਕੇ ਸੇਠ ਜੀ ਦੀ ਤੱਕਣੀ ਤੇ ਆਵਾਜ਼ 'ਚ ਇੱਕ ਸਨਿਮਰ ਜਿਹਾ ਲਹਿਜਾ ਅਨੁਭਵ ਕਰਕੇ ਤਾਂ ਸ਼ਸ਼ੀ ਨੂੰ ਹੋਰ ਵੀ ਤਸੱਲੀ ਹੋਈ। ਉੱਚੀ ਸਾਰੀ ਸਾਹ ਲੈਂਦਿਆਂ ਉਹਦੇ ਦਿਲ ਨੇ ਕਿਹਾ, ਖਤਰੇ ਵਾਲੀ ਕੋਈ ਗੱਲ ਨਹੀਂ। ਉਹ ਮਗਰ ਤੁਰ ਪਈ ਜਿਵੇਂ ਕੱਲ੍ਹ ਉਹਦੇ ਉਸ ਮਾਈ ਦੇ ਮਗਰ ਤੁਰੀ ਸੀ।
ਉਸੇ ਕੱਲ ਵਾਲੇ ਰਸੋਈ ਘਰ 'ਚ ਪਹੁੰਚ ਕੇ ਸੇਠ ਜੀ ਬੋਲੇ, ਦੇਖ ਕੀ ਨਾਂ ਹੈ ਤੇਰਾ? ਜੀ ਸ਼ਸ਼ੀ। ਅੱਛਾ ਸ਼ਸ਼ੀ ਬਾਲਾ, ਸੇਠ ਜੀ ਨੇ ਮੁਲਾਇਮੀ ਨਾਲ ਕਿਹਾ। ਇਹ ਰਸੋਈ, ਪਿਛਲਾ ਕਮਰਾ ਭਾਂਡੇ ਵਗੈਰਾ ਮਾਂਜਣ ਲਈ ਤੇ ਉਹਦੇ ਨਾਲ ਵਾਲਾ ਕਮਰਾ ਸਟੋਰ, ਸਮਝੇ? ਆਹੋ ਜੀ। ਸ਼ਸ਼ੀ ਐਤਕੀ ਕੁਝ ਨਿਸ਼ੰਗ ਭਾਵ 'ਚ ਬੋਲੀ। ਮਾਈ ਹੋਰੀ ਮੈਨੂੰ ਕੱਲ ਇਹ ਸਾਰੇ ਕਮਰੇ ਦਿਖਾਲ ਗਏ ਸਨ ਜੀ। ਅੱਛਾ, ਸੇਠ ਜੀ ਬੋਲੇ, ਤਾਂ ਬਸ ਠੀਕ ਹੈ। ਤੇ ਫਿਰ ਉਹਨੂੰ ਨਾਲ ਲੈ ਕੇ ਉਹ ਪੂਜਾ ਘਰ 'ਚ ਪਹੁੰਚੇ। ਉਹ ਆਪ ਚੌਂਕੀ ਤੇ ਜਾ ਬੈਠੇ ਤੇ ਸ਼ਸ਼ੀ ਉਹਨਾਂ ਦੇ ਲਾਗੇ ਕਲੀਨ ਤੇ ਬੈਠ ਗਈ। ਕਦੋਂ ਦੇ ਆਏ ਜੇ ਇੱਥੇ? ਜੀ 6-7 ਮਹੀਨੇ ਹੋ ਗਏ ਨੇ। ਮਾਂ ਪਿਓ ਹੈਗੇ ਹੀ? ਹਾਂਜੀ। ਪਿਓ ਕੀ ਕੰਮ ਕਰਦਾ ਹੈ? ਜੀ ਉਹ ਜਦੋਂ ਅਸੀਂ ਬੰਬਈ ਹੁੰਦੇ ਸੀ ਤਾਂ ਘਰੋਂ ਨਿਕਲ ਗਏ ਸਨ, ਮੁੜ ਕੇ ਉਹਨਾਂ ਦਾ ਕੋਈ ਥਹੁ ਪਤਾ ਨਹੀਂ ਮਿਲਿਆ। ਬੰਬਈ? ਪਰ ਮੈਂ ਤੇ ਸੁਣਿਆ ਤੁਸੀਂ ਰਫਿਊਜੀ ਹੋ। ਸ਼ਸ਼ੀ ਨੇ ਆਪਣੀ ਰਫਿਊਜੀ ਹੋਣ ਦੇ ਸਬੂਤ ਲਈ ਸੰਖੇਪ 'ਚ ਆਪਣੀ ਰਾਮ ਕਹਾਣੀ ਸੁਣਾ ਦਿੱਤੀ। ਕੋਈ ਭੈਣ ਭਰਾ ਵੀ ਹੈਗਾ? ਜੀ ਮੈਥੋਂ ਛੋਟੇ ਭਰਾ ਨੇ। ਵੱਡਾ ਤਾਂ ਕੈਮਿਨਿਸਟਾਂ 'ਚ ਫੜਿਆ ਗਿਆ ਸੀ ਤੇ ਛੋਟਾ ਵਿਚਾਰਾ ਬਿਮਾਰ ਰਹਿੰਦਾ। ਕਿੰਨੇ ਚਿਰ ਤੋਂ? ਮਾਂ ਮੇਰੀ ਵੀ ਬਿਮਾਰ ਹੈ। ਓਹੋ, ਤਾਂ ਗੋਇਆ ਗੁਜ਼ਾਰੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੇਰੇ ਹੀ ਸਿਰ ਨੇ। ਹਾਂਜੀ। ਅੱਛਾ, ਈਸ਼ਵਰ ਭਲੀ ਕਰੇਗਾ ਬੇਟਾ, ਆਦਮੀ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਉਸੇ ਦਾ ਆਸਰਾ ਹੈ ਪਿਤਾ ਜੀ। ਤੇ ਸ਼ਸ਼ੀ ਨੇ ਚਾਹਿਆ ਕਿ ਸੇਠ ਜੀ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਦੁੱਖਾਂ ਦਰਦਾਂ ਦੀ ਕਹਾਣੀ ਜ਼ਰਾ ਹੋਰ ਲੰਮਿਆਰ ਕੇ ਸੁਣਾਏ, ਪਰ ਕੋਸ਼ਿਸ਼ ਕਰਦੀ ਹੋਈ ਵੀ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੀ। ਫਿਰ ਸੇਠ ਜੀ ਨੇ ਰਸੋਈ ਦੇ ਸਬੰਧ 'ਚ ਉਹਨੂੰ ਕੁਝ ਹੋਰ ਚੇਤਾਵਨੀਆਂ ਕੀਤੀਆਂ। ਆਪਣੇ ਖਾਣ ਪੀਣ ਦਾ ਸਮਾਂ, ਰੋਟੀ ਨਾਲ ਉਹ ਕੀ ਸਬਜ਼ੀ ਆਦਿ ਪਸੰਦ ਕਰਦਾ ਹੈ, ਜਾਂ ਹੋਰ ਇਹੋ ਜਿਹੀਆਂ ਕੋਈ ਜ਼ਰੂਰੀ ਗੱਲਾਂ। ਫੈਸਲਾ ਹੋਇਆ ਕਿ ਸ਼ਸ਼ੀ ਨੂੰ ਸਵੇਰੇ 9 ਤੋਂ 11 ਤੱਕ ਤੇ ਸ਼ਾਮੀ 6 ਤੋਂ 8 ਤੱਕ ਆਪਣੇ ਕੰਮ ਤੇ ਹਾਜ਼ਰ ਰਹਿਣਾ ਪਏਗਾ। ਸ਼ਸ਼ੀ ਬੋਲੀ, ਜੀ ਹੋਰ ਤੇ ਸਭ ਕੁਝ ਠੀਕ ਹੈ, ਪਰ ਰਾਤੀ 8 ਵਜੇ ਅੱਜ ਕੱਲ੍ਹ ਸਿਆਲ 'ਚ ਕਾਫੀ ਹਨੇਰਾ ਹੋ ਜਾਇਆ ਕਰੇਗਾ। ਕੋਈ ਹਰਜ ਨਹੀਂ, ਸੇਠ ਜੀ ਬੋਲੇ, ਜੇ ਹਨੇਰੇ ਤੋਂ ਡਰਨੀ ਹੈ ਤਾਂ ਮੁੰਡੂ ਜਾ ਕੇ ਤੈਨੂੰ ਛੱਡ ਆਇਆ ਕਰੇਗਾ। ਅੱਛਾ ਜੀ। ਸ਼ਸ਼ੀ ਨੇ ਸਿਰ ਝੁਕਾ ਦਿੱਤਾ। ਇਸ ਗੱਲ ਕੱਥ ਤੋਂ ਬਾਅਦ ਸੇਠ ਜੀ ਨੇ ਇੱਕ ਵਾਰੀ ਫਿਰ ਉਸ ਪਾਸੋਂ ਘਰੋਗੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੇ ਜਵਾਬ 'ਚ ਸ਼ਸ਼ੀ ਸਭ ਕੁਝ ਅਸਲੋ ਅਸਲ ਦੱਸਦੀ ਚਲੀ ਗਈ, ਛੋਟੇ ਭਰਾ ਦੀ ਚੋਰੀ ਵਾਲੀ ਗੱਲ ਤੋਂ। ਇੱਚਰ ਤੱਕ ਉਹ ਗੜਵਾਲੀਆ ਮੁੰਡੂ ਵੀ ਆ ਪਹੁੰਚਿਆ, ਜਿਹਨੇ ਇੱਕ ਢੱਕਣ ਵਾਲੇ ਕਸ਼ਮੀਰੀ ਛਿੱਕੂ ਵਿੱਚ ਲੋੜੀਂਦੀਆਂ ਸਬਜ਼ੀਆਂ ਆਦਿ ਸਾਮਾਨ ਭਰਿਆ ਹੋਇਆ ਸੀ। ਸੇਠ ਜੀ ਉੱਠਦੇ ਬੋਲੇ, ਦੇਖ ਬੇਟਾ, ਇਹ ਮੁੰਡੂ ਸਿਰਫ ਤੇਰੀ ਮਦਦ ਲਈ ਹੈ। ਬੜਾ ਸਿਆਣਾ ਲੜਕਾ ਹੈ। ਚੌਂਕੇ ਭਾਂਡੇ ਦਾ ਤੇ ਬਾਜ਼ਾਰੋਂ ਸੌਦਾ ਪੱਤਾ ਲਿਆਉਣ ਦਾ ਸਾਰਾ ਕੰਮ ਇਹਦੇ ਸਪੁਰਦ ਹੈ। ਤੈਨੂੰ ਮੇਰਾ ਖਿਆਲ ਹੈ ਕੋਈ ਬਹੁਤੀ ਖੇਚਲ ਨਹੀਂ ਰਹੇਗੀ। ਸਿਰਫ ਰਿੰਨਣ ਪਕਾਉਣ ਦਾ ਹੀ ਕੰਮ ਤੇਰੇ ਜਿੰਮੇ ਹੈ। ਬਾਕੀ ਸਭ ਕੁਝ ਇਹ ਮੁੰਡਾ ਕਰ ਲਿਆ ਕਰੇਗਾ। ਤੂੰ ਸਮਝ ਲੈ ਕਿ ਅੱਜ ਤੋਂ ਇਹ ਤੇਰਾ ਨੌਕਰ ਹੈ। ਤੇ ਫਿਰ ਉਹਨਾਂ ਨੇ ਮੁੰਡੂ ਨੂੰ ਤਾੜਨਾ ਕੀਤੀ ਕਿ ਉਹ ਹਰ ਤਰ੍ਹਾਂ ਨਾਲ ਸ਼ਸ਼ੀ ਦਾ ਫਰਮਾ ਬਰਦਾਰ ਰਹੇ। ਸਤ ਬਚਨ ਕਹਿ ਕੇ ਸ਼ਸ਼ੀ ਨੇ ਸਿਰ ਝੁਕਾਇਆ। ਉਹਨੂੰ ਹੋਰ ਵੀ ਖੁਸ਼ੀ ਹੋਈ, ਜਦ ਕਿ ਹਰ ਇੱਕ ਕੰਮ ਕਰਨ ਲਈ ਉਹਨੂੰ ਇੱਕ ਨੌਕਰ ਵੀ ਮਿਲ ਗਿਆ ਸੀ। ਉਹਦਾ ਖਿਆਲ ਸੀ ਖਬਰੇ ਕਿੰਨੇ ਕੁ ਕੰਮਾਂ ਦਾ ਹਾਰ ਉਹਦੇ ਗਲ 'ਚ ਪਾਇਆ ਜਾਏਗਾ। ਮੁੰਡੇ ਦਾ ਨਾਂ ਸੀ ਚੰਨੀ। ਉਹਦੀ ਉਮਰ 12-13 ਵਰ੍ਹਿਆਂ ਦੀ ਸੀ। ਖੂਬ ਰਿਸ਼ਟ ਪੁਸ਼ਟ ਤੇ ਗੋਰਾ ਚਿੱਟਾ, ਬੜਾ ਚੁਸਤ ਤੇ ਗਾਲੜੀ ਜਿਹਾ। ਇਹੋ ਜਿਹੇ ਸੁਘੜ ਨੌਕਰ ਨੂੰ ਪ੍ਰਾਪਤ ਕਰਕੇ ਸ਼ਸ਼ੀ ਦੇ ਦਿਲ ਨੂੰ ਹੋਰ ਵੀ ਖੁਸ਼ੀ ਹੋਈ। ਹੋਰ ਥੋੜਾ ਚਿਰ ਸੇਠ ਜੀ ਦੀਆਂ ਗੱਲਾਂ ਦੇ ਜਵਾਬ ਦੇਣ ਤੋਂ ਬਾਅਦ ਰਸੋਈ 'ਚ ਜਾ ਕੇ ਰੋਟੀ ਦੇ ਆਰੇ ਲੱਗ ਗਈ। ਰਸੋਈ 'ਚ ਬੈਠ ਕੇ ਸ਼ਸ਼ੀ ਅਨੁਭਵ ਕਰਨ ਲੱਗੀ ਜਿਵੇਂ ਉਹਨੇ ਰਸੋਈ ਸੰਬੰਧੀ ਉਮਰ ਭਰ ਦੇ ਤਜਰਬਿਆਂ ਦੇ ਇਮਤਿਹਾਨ ਦਾ ਅੱਜ ਹੀ ਦਿਨ ਹੈ। ਬੜੀ ਸੰਭਲ ਤੇ ਪੂਰੀ ਚੌਕਸੀ ਨਾਲ ਰਸੋਈ ਤਿਆਰ ਕਰਨ ਲੱਗੀ। ਦਾਲ ਭੱਜੀ ਤਿਆਰ ਕਰ ਚੁੱਕਣ ਤੋਂ ਬਾਅਦ ਉਹਨੇ ਖੂਬ ਪਤਲੇ ਪਤਲੇ ਫੁਲਕੇ ਵੇਲਣੇ ਸ਼ੁਰੂ ਕੀਤੇ। ਉਹਨੂੰ ਕਿਸੇ ਵੀ ਕੰਮ 'ਚ ਕੋਈ ਅੜਚਨ ਪੇਸ਼ ਨਹੀਂ ਆਈ ਤੇ ਇਹਦਾ ਸਬੱਬ ਸੀ ਮੁੰਡੂ ਦੀ ਮੌਜੂਦਗੀ, ਜਿਹਨੂੰ ਆਪਣੇ ਮਾਲਕ ਦੀਆਂ ਰੁਚੀਆਂ ਬਾਰੇ ਰਤੀ ਰਤੀ ਗੱਲ ਦਾ ਪਤਾ ਸੀ। ਕੁਝ ਤਾਂ ਸੇਠ ਜੀ ਨੇ ਆਪ ਹੀ ਸ਼ਸ਼ੀ ਨੂੰ ਸਮਝਾਤਾ ਸੀ, ਬਾਕੀ ਉਹਨੇ ਮੁੰਡੂ ਤੋਂ ਪੁੱਛ ਕੇ ਸਮਝ ਲਿਆ। ਮੁੱਕਦੀ ਗੱਲ ਕਿ ਪਹਿਲੇ ਦਿਨ ਹੀ ਸ਼ਸ਼ੀ ਆਪਣੇ ਕਰਨ ਵਾਲੇ ਹਰ ਕੰਮ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋ ਗਈ। ਮੁੰਡੂ ਪਾਸੋਂ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਸੇਠ ਜੀ ਪੂਜਾ ਘਰ ਵਿੱਚ ਹੀ ਰੋਟੀ ਖਾਇਆ ਕਰਦੇ ਨੇ। ਡਾਇਨਿੰਗ ਰੂਮ 'ਚ ਉਦੋਂ ਹੀ ਖਾਂਦੇ ਨੇ ਜਦ ਕਦੇ ਕਦਾਈਂ ਉਹਨਾਂ ਪਾਸ ਪ੍ਰਾਹੁਣੇ ਆ ਜਾਣ। ਮੁੰਡੂ ਦੀ ਮਦਦ ਨਾਲ ਸ਼ਸ਼ੀ ਨੇ ਪੂਜਾ ਘਰ 'ਚ ਹੀ ਸੇਠ ਜੀ ਨੂੰ ਰੋਟੀ ਭੇਜਤੀ, ਨਾਲੇ ਨਾਲ ਗਰਮ ਫੁਲਕੇ ਭੇਜੀ ਗਈ ਤੇ ਉਹ ਖਾਈ ਗਏ। ਰੋਟੀ ਖਾ ਚੁੱਕਣ ਤੋਂ ਬਾਅਦ ਜਦ ਸੇਠ ਜੀ ਆਪਣੇ ਨਿਵਾਸ ਸਥਾਨ ਵੱਲ ਜਾਣ ਲੱਗੇ ਤਾਂ ਮੁੰਡੂ ਨੂੰ ਇੰਨੀ ਗੱਲ ਕਹਿੰਦੇ ਗਏ, ਸ਼ਸ਼ੀ ਦੀ ਰੋਟੀ ਬਹੁਤ ਹੀ ਸ਼ਲਾਘਾਯੋਗ ਹੈ। ਬੜੀ ਮੁੱਦਤ ਬਾਅਦ ਮੈਨੂੰ ਰੋਟੀ ਖਾਣ ਦਾ ਪੂਰਾ ਸਵਾਦ ਆਇਆ। ਸ਼ਸ਼ੀ ਨੇ ਜਦ ਮੁੰਡੂ ਦੀ ਜ਼ਬਾਨੀ ਅੱਜ ਪਹਿਲੇ ਹੀ ਦਿਨ ਮਾਲਕ ਪਾਸੋਂ ਆਪਣੀ ਸ਼ਲਾਘਾ ਦੇ ਵਾਕ ਸੁਣੇ ਤਾਂ ਖੁਸ਼ੀ ਨਾਲ ਉਹਦਾ ਦਿਲ ਨੱਚ ਉੱਠਿਆ। ਸੇਠ ਜੀ ਦੇ ਖਾ ਚੁੱਕਣ ਬਾਅਦ ਸ਼ਸ਼ੀ ਨੇ ਮੁੰਡੂ ਨੂੰ ਰੋਟੀ ਖਵਾਈ, ਫਿਰ ਆਪ ਖਾਧੀ, ਤਾਂ ਵੀ ਦਾਲ ਭਾਜੀ ਕਾਫੀ ਬਚ ਗਈ ਸੀ। ਉਹਦੀ ਚਾਹ ਹੋਈ ਕਿ ਇਹਨੂੰ ਨਾਲ ਹੀ ਲੈ ਜਾਏ, ਪਰ ਸੇਠ ਜੀ ਪਾਸੋਂ ਤਾਂ ਉਹਨੇ ਆਗਿਆ ਨਹੀਂ ਸੀ ਲਈ। ਅਖੀਰ ਉਹਨੇ ਮੁੰਡੂ ਨੂੰ ਹੀ ਪੁੱਛਿਆ, ਇਸ ਬਚੀ ਹੋਈ ਦਾਲ ਦਾ ਕੀ ਕਰਨਾ? ਉਹ ਕਹਿਣ ਲੱਗਾ, ਡੋਲ ਦਿਆਂਗਾ। ਇੰਨੀ ਰੀਝ ਲਾ ਕੇ ਬਣਾਈ ਹੋਈ ਚੀਜ਼ ਜਿਸ 'ਚ ਖਾਲਸ ਦੇਸੀ ਘਿਓ ਪਾਣੀ ਵਾਂਗ ਵਰਤਿਆ ਗਿਆ ਹੋਵੇ,
ਡੋਲਣ ਨੂੰ ਉਹਦਾ ਦਿਲ ਨਾ ਕੀਤਾ, ਪਰ ਲੈ ਜਾਣਾ ਵੀ ਤਾਂ ਮੁਸ਼ਕਿਲ ਸੀ। ਸੋ ਅਖੀਰ ਉਹਨੇ ਸੋਚਿਆ ਪੁੱਛ ਆਉਣ ਦਾ ਹਰਜ ਹੀ ਕੀ ਹੈ, ਤੇ ਰਸੋਈ ਘਰ ਚੋਂ ਨਿਕਲ ਕੇ ਰਵਾਂ ਰਵੀ ਸੇਠ ਜੀ ਦੇ ਕਮਰੇ ਅੱਗੇ ਜਾ ਪਹੁੰਚੀ। ਸੇਠ ਜੀ ਇਸ ਵੇਲੇ ਸੋਫੇ 'ਚ ਬੈਠੇ ਸਿਗਰਟ ਪੀ ਰਹੇ ਸਨ। ਸ਼ਸ਼ੀ ਨੂੰ ਵੇਖ ਕੇ ਪੁੱਛਣ ਲੱਗੀ, ਕਿਉਂ, ਕੀ ਗੱਲ ਹੈ ਸ਼ਸ਼ੀ? ਸ਼ਸ਼ੀ ਨੇ ਆਪਣਾ ਮਨੋਰਥ ਦੱਸਿਆ ਤੇ ਉਹਨਾਂ ਬੜੀ ਉਦਾਰਤਾ ਨਾਲ ਲੈ ਜਾਣ ਦੀ ਆਗਿਆ ਦਿੱਤੀ। ਸਗੋਂ ਨਾਲੇ ਵੀ ਕਹਿ ਦਿੱਤਾ ਕਿ ਜੇ ਗੁੱਝਿਆ ਹੋਇਆ ਆਟਾ ਬਚ ਜਾਇਆ ਕਰੇ ਤਾਂ ਉਹਦੇ ਫੁਲਕੇ ਪਕਾ ਕੇ ਲੈ ਜਾਇਆ ਕਰੇ। ਖਮੀਰੀ ਖਾਣ ਦੀ ਮੈਨੂੰ ਆਦਤ ਨਹੀਂ। ਸ਼ਸ਼ੀ ਕੌਲਾਂ ਵਿੱਚ ਦਾਲ ਭਾਜੀ ਪਾ ਕੇ ਖੁਸ਼ੀ ਖੁਸ਼ੀ ਘਰ ਲੈ ਤੁਰੀ। ਅਗਲਾ ਅੰਗ, ਮਾਇਆ ਜਾਲ। ਸ਼ਸ਼ੀ ਨੂੰ ਨੌਕਰੀ ਮਿਲ ਜਾਣ ਦਾ ਫਲ ਰੂਪ ਉਹਦੇ ਘਰ ਦੀ ਕੁਝ ਹਾਲਤ ਬਦਲਣ ਲੱਗ ਪਈ। ਦੋਵਾਂ ਬਿਮਾਰਾਂ ਲਈ ਦਵਾ ਦਾਰੂ ਦਾ ਪ੍ਰਬੰਧ ਵੀ ਤਸੱਲੀ ਬਖਸ਼ ਤੌਰ ਤੇ ਹੋਣ ਲੱਗ ਪਿਆ, ਭਾਵੇਂ ਕਿ ਪ੍ਰਬੋਧ ਨੂੰ ਟੀਕੇ ਲੱਗਣ ਦਾ ਕੰਮ ਅਜੇ ਵਿਚਾਲੇ ਹੀ ਅੜਿਆ ਸੀ। ਕੱਪੜੇ ਲੱਤੇ ਬਾਰੇ ਵੀ ਕੁਝ ਨਾ ਕੁਝ ਉਮੀਦ ਬੱਝ ਗਈ ਕਿ ਹੋਰ ਮਹੀਨੇ 10 ਦਿਨਾਂ ਤੱਕ ਉਹਨਾਂ ਦਾ ਨੰਗੇਜ਼ ਕੱਜਿਆ ਜਾਏਗਾ, ਜਦੋਂ ਸ਼ਸ਼ੀ ਪਹਿਲੇ ਮਹੀਨੇ ਦੀ ਤਨਖਾਹ ਲਿਆਏਗੀ। ਉਹ ਰੋਜ਼ ਸਵੇਰੇ 9 ਵਜੇ ਘਰੋਂ ਨਿਕਲਦੀ, 12 ਵਜੇ ਤੱਕ ਮੁੜ ਆਉਂਦੀ। ਆਉਂਦੀ ਹੋਈ ਕੁਛ ਨਾ ਕੁਛ ਥਾਲ 'ਚ ਢੱਕ ਕੇ ਲਿਆਉਂਦੀ। ਇਸੇ ਤਰ੍ਹਾਂ ਸ਼ਾਮੀ 6 ਵਜੇ ਜਾ ਕੇ ਰਾਤ ਦੇ 8-9 ਵਜੇ ਵਾਪਸ ਆ ਜਾਂਦੀ। ਭਾਵੇਂ ਇਸ ਨੌਕਰੀ ਨਾਲ ਉਹਨੂੰ ਤੇ ਉਹਦੇ ਟੱਬਰ ਨੂੰ ਕਾਫੀ ਸਹੂਲਤਾਂ ਮਿਲ ਗਈਆਂ, ਪਰ ਦੂਜੇ ਪਾਸੇ ਗੁਆਂਢੀਆਂ ਦੀ ਦੰਦ ਕਥਾ ਹੋਰ ਜ਼ੋਰਾਂ ਤੇ ਹੁੰਦੀ ਗਈ। ਸ਼ਸ਼ੀ ਜਿਹੜੀ ਪਹਿਲਾਂ ਮੈਲੀ ਕਚੈਲੀ ਹਾਲਤ 'ਚ ਦਿਸਦੀ ਹੁੰਦੀ ਸੀ, ਹੁਣ ਉਜਲੇ ਪਹਿਰਾਵੇ 'ਚ ਕੰਘੀ ਪੱਟੀ ਨਾਲ ਲੈਸ ਹੋ ਕੇ ਜਦੋਂ ਘਰੋਂ ਨਿਕਲਦੀ ਤਾਂ ਜਾਂਦਿਆਂ ਹੋਇਆਂ ਉਸ ਉੱਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਆਵਾਜ਼ੇ ਕੱਸੇ ਜਾਂਦੇ। ਕੋਈ ਦੱਬੇ ਸ਼ਬਦਾਂ 'ਚ ਕਹਿ ਦਿੰਦਾ, ਹੀਰ ਚਲੀ ਜੇ ਬਈ ਰਾਂਝੇ ਆਪਣੇ ਕੋਲ, ਤੇ ਕੋਈ ਕਹਿੰਦਾ ਅਪੱਛਰਾ ਜਾ ਰਹੀ ਹੈ ਇੰਦਰ ਦੇ ਅਖਾੜੇ 'ਚ। ਤੇ ਸਭ ਕੁਝ ਸੁਣਿਆ ਅਣਸੁਣਿਆ ਕਰਕੇ ਸ਼ਸ਼ੀ ਲੰਘ ਜਾਇਆ ਕਰਦੀ। ਤੇ ਸੇਠ ਜੀ ਦਾ ਵਰਤਾਓ ਇਹ ਦਿਨੋਂ ਦਿਨ ਉਦਾਰਤਾ ਭਰਿਆ ਹੁੰਦਾ ਗਿਆ। ਇਸੇ ਉਦਾਰਤਾ ਦਾ ਫਲ ਰੂਪ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਸ਼ਸ਼ੀ ਉਹਨਾਂ ਨਾਲ ਪੂਰੀ ਤਰ੍ਹਾਂ ਹਿਲ ਮਿਲ ਗਈ। ਉਹਦੇ ਹਿਰਦੇ 'ਚ ਸੇਠ ਜੀ ਲਈ ਪਿੱਤਰੀ ਭਾਵ ਪੈਦਾ ਹੁੰਦੇ ਜਾ ਰਹੇ ਸਨ। ਖਾਸ ਕਰਕੇ ਜਦੋਂ ਸੇਠ ਜੀ ਦੇ ਮੂੰਹੋਂ ਪੁੱਤਰੀ ਬੇਟਾ ਸੁਣਦੀ ਤਾਂ ਉਹਨੂੰ ਹਮੇਸ਼ਾ ਸੱਚੀ ਮੁੱਚੀ ਪ੍ਰਭਾਕਰ ਦਿਖਾਈ ਦੇਣ ਲੱਗ ਪੈਂਦਾ। ਅੱਗੇ ਸੇਠ ਜੀ ਹਮੇਸ਼ਾ ਪੂਜਾ ਘਰ ਵਿੱਚ ਰੋਟੀ ਮੰਗਾ ਕੇ ਖਾਇਆ ਕਰਦੇ ਸਨ, ਪਰ ਹੁਣ ਰਸੋਈ 'ਚ ਹੀ ਖਾਣ ਲੱਗ ਪਏ। ਉਹਨਾਂ ਨੇ ਸ਼ਸ਼ੀ ਤੇ ਉਹਦੇ ਪਰਿਵਾਰ ਦੀ ਹਾਲਤ ਤੇ ਤਰਸ ਖਾ ਕੇ ਕੁਝ ਲੱਥੇ ਪਲੱਥੇ ਕੱਪੜੇ ਵੀ ਉਹਨੂੰ ਦੇ ਦਿੱਤੇ। ਤਨਖਾਹ ਵਿੱਚੋਂ ਪੇਸ਼ਗੀ ਦੇ ਤੌਰ ਤੇ ਰਕਮ ਵੀ। ਸ਼ਸ਼ੀ ਦਿਨੋਂ ਦਿਨ ਉਹਨਾਂ ਦੇ ਅਹਿਸਾਨਾਂ ਹੇਠ ਦੱਬਦੀ ਜਾ ਰਹੀ ਸੀ। ਸੇਠ ਜੀ ਦੀ ਇਖਲਾਕੀ ਬੁਲੰਦੀ ਦਾ ਉਹਦੇ ਦਿਲ ਤੇ ਬੜਾ ਚੰਗਾ ਅਸਰ ਪੈ ਰਿਹਾ ਸੀ, ਜਿਹਾ ਕਿ ਮਾਈ ਕਹਿੰਦੀ ਸੀ ਕਿ ਉਹ ਸੱਚਮੁੱਚ ਹੀ ਦੇਵਤਾ ਸਰੂਪ ਨਜ਼ਰੀ ਆਏ ਸ਼ਸ਼ੀ ਨੂੰ। ਇਸੇ ਕਰਕੇ ਹੁਣ ਸ਼ਸ਼ੀ ਨੇ ਝਾਕੋ ਕਿ ਉਹਨਾਂ ਦੇ ਖਾਸ ਕਮਰੇ 'ਚ ਚਲੀ ਜਾਂਦੀ, ਕਦੀ ਕਦੀ 2 ਘੜੀਆਂ ਬੈਠ ਕੇ ਗੱਲਾਂ ਕਥਾਂ ਵੀ ਕਰਨ ਲੱਗ ਪੈਂਦੀ। ਪਰ ਇੱਕ ਦਿਨ ਜਦ ਅਚਾਨਕ ਹੀ ਹੇਠ ਸੇਠ ਜੀ ਦਾ ਅਸਲੀ ਰੰਗ ਉਗੜਨਾ ਸ਼ੁਰੂ ਹੋਇਆ ਤਾਂ ਸ਼ਸ਼ੀ ਦਾ ਮੱਥਾ ਠਣਕਿਆ। ਉਹਨੂੰ ਨੌਕਰ ਹੋਇਆ ਅਜੇ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ। ਉਸ ਦਿਨ ਰਾਤੀ ਜਦ ਕੰਮ ਕਾਜ ਤੋਂ ਵਿਹਲੀ ਹੋ ਕੇ ਸ਼ਸ਼ੀ ਵਾਪਸ ਜਾਂਦੀ ਹੋਈ ਸੇਠ ਜੀ ਦੇ ਬੂਹੇ ਅੱਗੋਂ ਲੰਘੀ ਤਾਂ ਉਹਨਾਂ ਨੇ ਆਵਾਜ਼ ਦੇ ਕੇ ਉਹਨੂੰ ਅੰਦਰ ਸੱਦ ਲਿਆ। ਨਿਧੜਕ ਸ਼ਸ਼ੀ ਅੰਦਰ ਚਲੀ ਗਈ ਤੇ ਜਾ ਕੇ ਸਦਾ ਵਾਂਗ ਉਹਨਾਂ ਦੇ ਸਾਹਮਣੇ ਫਰਸ਼ ਤੇ ਬੈਠ ਗਈ। ਸੇਠ ਜੀ ਸੋਫੇ 'ਚ ਧਸੇ ਹੋਏ ਸਨ। ਸ਼ਸ਼ੀ ਬਹੁਤੀ ਕਾਹਲੀ ਤੇ ਨਹੀਂ ਤੈਨੂੰ ਘਰ ਜਾਣ ਦੀ? ਸੇਠ ਜੀ ਨੇ ਸਹਿਜ ਸੁਭਾਅ ਪੁੱਛਿਆ। ਜਵਾਬ 'ਚ ਬੋਲੀ, ਨਹੀਂ ਜੀ, ਕਾਹਲੀ ਕਿਸ ਗੱਲ ਦੀ ਹੈ, ਦੱਸੋ। ਸੇਠ ਜੀ ਪਹਿਲਾਂ ਜ਼ਰਾ ਕੁ ਚੁੱਪ ਰਹੇ, ਫਿਰ ਬੋਲੇ, ਨਹੀਂ ਐਸੀ ਕੋਈ ਖਾਸ ਗੱਲ ਨਹੀਂ, ਐਵੇਂ ਅੱਜ ਤੇਰੇ ਨਾਲ ਕੁਝ ਗੱਲਾਂ ਕਰਨ ਦਾ ਖਿਆਲ ਸੀ। ਸ਼ਸ਼ੀ ਨੇ ਇੱਕ ਵਾਰੀ ਅੱਖਾਂ ਚੁੱਕ ਕੇ ਸ਼ਾਇਦ ਇਹ ਜਾਚਣ ਲਈ ਕਿ ਕਿਸ ਵਿਸ਼ੇ ਤੇ ਗੱਲਾਂ ਕਰਨੀਆਂ ਚਾਹੁੰਦੇ ਨੇ ਉਹਨਾਂ ਦੇ ਚਿਹਰੇ ਵੱਲ ਤੱਕਿਆ ਤੇ ਫਿਰ ਬੋਲੀ, ਦੱਸੋ ਜੀ। ਸੇਠ ਹੋਰੀ ਗੰਭੀਰ ਜਿਹੇ ਰੌਂ 'ਚ ਬੋਲੇ, ਮੈਨੂੰ ਕਿਸੇ ਦੱਸਿਆ ਹੈ ਕਿ ਭਰਾ ਤੇਰਾ ਚੋਰੀ ਦੇ ਜੁਰਮ 'ਚ ਕੈਦ ਹੈ, ਕੀ ਗੱਲ ਸੱਚੀ ਹੈ? ਧਰਤੀ 'ਚ ਗੱਡਿਆ ਜਾਣ ਲੱਗਾ ਸ਼ਸ਼ੀ ਦਾ ਸਰੀਰ। ਉਹਨੇ ਤਾਂ ਹੋਰ ਹੀ ਦੱਸਿਆ ਸੀ ਉਹਨਾਂ ਨੂੰ ਕਿ ਉਹਦਾ ਭਰਾ ਪੋਲੀਟੀਕਲ ਕੰਮਾਂ 'ਚ ਹਿੱਸਾ ਲੈਣ ਕਰਕੇ ਕੈਦ ਹੈ। ਪਹਿਲਾਂ ਤਾਂ ਉਹਨੇ ਚਾਹਿਆ ਕਿ ਆਪਣੀ ਗੱਲ ਉੱਤੇ ਅੜੀ ਰਹੇ ਤੇ ਕਹਿ ਦੇ ਕਿ ਇਹ ਉਹਨਾਂ ਨੂੰ ਕਿਸੇ ਨੇ ਝੂਠੀ ਦੱਸ ਪਾਈ ਹੈ, ਪਰ ਫਿਰ ਇਹ ਸੋਚ ਕੇ ਕਿ ਇਸ ਤਰ੍ਹਾਂ ਤਾਂ ਉਹਦਾ ਵਿਸ਼ਵਾਸ ਹੋਰ ਵੀ ਖਤਰੇ 'ਚ ਪੈ ਜਾਏਗਾ। ਸੱਚੀ ਗੱਲ ਜਿਹੜੀ ਬੱਚੇ ਦੀ ਜ਼ਬਾਨ ਤੇ ਸੀ ਉਹਨੂੰ ਝੁਠਲਾਇਆ ਤਾਂ ਨਹੀਂ ਸੀ ਜਾ ਸਕਦਾ। ਛੇਕੜੋ ਬੋਲੀ, ਠੀਕ ਹੈ ਜੀ, ਉਹ ਚੋਰੀ ਦੇ ਜੁਰਮ 'ਚ ਹੀ ਕੈਦ ਹੋਇਆ ਸੀ, ਪਰ ਤੂੰ ਤੇ ਮੈਨੂੰ ਕੁਝ ਹੋਰ ਦੱਸਿਆ ਸੀ। ਸ਼ਸ਼ੀ ਕੁਝ ਬੋਲ ਨਹੀਂ ਸਕੀ, ਨੀਵੀਂ ਪਾ ਕੇ ਬੈਠੀ ਰਹੀ। ਤੈਨੂੰ ਝੂਠ ਨਹੀਂ ਸੀ ਬੋਲਣਾ ਚਾਹੀਦਾ ਸ਼ਸ਼ੀ। ਸੇਠ ਜੀ ਦੇ ਰਵੱਈਏ 'ਚ ਅਜੇ ਵੀ ਉਦਾਰਤਾ ਦਾ ਰੰਗ ਸੀ। ਮੈਥੋਂ ਭੁੱਲ ਹੋ ਗਈ। ਖੈਰ ਕੋਈ ਗੱਲ ਨਹੀਂ। ਕਿੰਨੀ ਸਜ਼ਾ ਹੋਈ ਉਹਨੂੰ? ਜੀ 1 ਸਾਲ ਦੀ। ਤੇ ਹੁਣ ਕਿੰਨੀ ਕੁ ਬਾਕੀ? 6 ਮਹੀਨੇ ਦੀ। ਕਿੱਥੇ ਚੋਰੀ ਕੀਤੀ ਸੀ ਉਹਨੇ? ਇੱਥੇ ਦਿੱਲੀ 'ਚ। ਦਿੱਲੀ 'ਚ ਤੇ ਹੋਈ, ਮੇਰਾ ਮਤਲਬ ਇਹ ਕਿ ਇਹਦੇ ਮਕਾਨ ਤੇ ਚੋਰੀ ਕੀਤੀ ਸੀ ਉਹਨੇ। ਜੀ ਬਿਰਲਾ ਮੰਦਰ 'ਚ। ਉਹ ਭਗਵਾਨ ਦੇ ਘਰ 'ਚ? ਹਰੇ ਰਾਮ, ਕੀ ਚੁਰਾਇਆ ਸੀ ਉਹਨੇ? ਜੀ ਮੂਰਤੀਆਂ ਤੇ ਗਹਿਣੇ ਕੱਪੜੇ। ਦੁਸ਼ਟ, ਪਾਪੀ, ਕਮੀਨਾ। ਇੱਕ ਚੋਰੀ ਤੇ ਦੂਜਾ ਭਗਵਾਨ ਦੇ ਹੀ ਘਰ ਦੀ ਚੋਰੀ। ਆਪਣੇ ਭਰਾ ਨੂੰ ਫਟਕਾਰਾਂ ਪੈਂਦੀਆਂ ਸੁਣ ਕੇ ਸ਼ਸ਼ੀ ਦਾ ਦਿਲ ਸਹਾਰ ਨਾ ਸਕਿਆ।
ਉਹਦੇ ਦਿਲ ਨੂੰ ਅਸਹਿ ਪੀੜ ਹੋਈ, ਪਰ ਗੱਲ ਤਾਂ ਆਖਰ ਸੱਚੀ ਸੀ। ਠੀਕ ਹੀ ਉਹਦੇ ਭਰਾ ਨੇ ਦੁਸ਼ਟਾਂ ਪਾਪੀਆਂ ਦੇ ਕਮੀਨਿਆਂ ਵਾਲਾ ਕੰਮ ਕੀਤਾ ਸੀ। ਇਹ ਤੋਂ ਪਹਿਲਾਂ ਵੀ ਉਹਨੇ ਕਦੀ ਚੋਰੀ ਕੀਤੀ ਸੀ? ਸੇਠ ਜੀ ਨੇ ਸ਼ਸ਼ੀ ਦੇ ਜ਼ਖਮੀ ਦਿਲ ਤੇ ਇੱਕ ਹੋਰ ਪੱਛ ਲਾਇਆ। ਉਹ ਸਮਝ ਗਈ ਕਿ ਸੇਠ ਜੀ ਨੂੰ ਕਿਸੇ ਦੁਸ਼ਮਣ ਦੋਖੀ ਨੇ ਉਹਦੇ ਘਰ ਦਾ ਸਾਰਾ ਕੱਚਾ ਚਿੱਠਾ ਸੁਣਾ ਦਿੱਤਾ ਹੋਇਆ, ਤਾਂ ਫਿਰ ਨਾ ਮੁੱਕਰ ਦੀ ਕੋਈ ਥਾਂ ਨਹੀਂ ਸੀ। ਇਹ ਸੋਚ ਕੇ ਬੋਲੀ, ਕੀਤੀ ਸੀ ਜੀ। ਕਿੰਨੀ ਕੁ ਵਾਰੀ? ਇੱਕ ਵਾਰੀ ਤਾਂ ਮੈਂ ਸੁਣਿਆ ਹੈ ਕਿ ਉਹ ਇਹ ਤੋਂ ਪਹਿਲਾਂ ਸਜ਼ਾ ਯਾਬ ਹੋ ਚੁੱਕਾ ਹੈ ਚੋਰੀ ਦੇ ਜੁਰਮ 'ਚ। ਪਰ ਇਹ ਜ਼ਰੂਰੀ ਤੇ ਨਹੀਂ ਕਿ ਉਹਦੀ ਹਰ ਇੱਕ ਚੋਰੀ ਫੜੀ ਗਈ ਹੋਵੇ। ਕੀ ਪਤਾ ਹੋਰ ਕਿੰਨੀਆਂ ਕੁ ਚੋਰੀਆਂ ਕਰਕੇ ਉਸ ਪਚਾਈਆਂ ਹੋਣ। ਐਸੇ ਵਿਅੰਗ ਭਰੇ ਢੰਗ 'ਚ ਸੇਠ ਜੀ ਨੇ ਗੱਲ ਕਹੀ ਕਿ ਸ਼ਸ਼ੀ ਦਾ ਤਨ ਮਨ ਲੂਠਾ ਗਿਆ। ਉਹ ਸ਼ਰਮਿੰਦਗੀ ਨਾਲ ਪਾਣੀ ਹੁੰਦੀ ਬੋਲੀ, ਜੀ ਕੀ ਦੱਸਾਂ ਪਿਤਾ ਜੀ, ਉਸ ਚੰਦਰੇ ਦੀ ਕਿਸਮਤ 'ਚ ਇਹੋ ਕੁਝ ਲਿਖਿਆ ਸੀ। ਜੋ ਭੈੜੇ ਕੰਮਾਂ 'ਚ ਨਾ ਪੈਂਦਾ ਤਾਂ ਸਾਡੇ ਘਰ ਉੱਤੇ ਬਿਪਤਾ ਕਾਹਨੂੰ ਆਉਣੀ ਸੀ। ਬੋਲਦਿਆਂ ਸ਼ਸ਼ੀ ਦੀਆਂ ਅੱਖਾਂ ਸੇਜਲ ਹੋ ਗਈਆਂ। ਸੇਠ ਜੀ ਨੇ ਸ਼ਾਇਦ ਉਹਦੇ ਦਿਲ ਨੂੰ ਹੋਰ ਦੁਖੀ ਕਰਨਾ ਠੀਕ ਨਾ ਸਮਝਿਆ ਤੇ ਆਪਣਾ ਰਵੱਈਆ ਇੱਕਦਮ ਬਦਲ ਲਿਆ। ਉਹ ਬੋਲੇ, ਦੁਖੀ ਨਾ ਹੋ ਸ਼ਸ਼ੀ, ਸਭ ਕੁਝ ਈਸ਼ਵਰ ਦੇ ਹੁਕਮ 'ਚ ਹੁੰਦਾ ਹੈ। ਇੱਕ ਅੱਧ ਮਿੰਟ ਦੁਪਾਸੀ ਖਾਮੋਸ਼ੀ ਛਾਈ ਰਹੀ। ਫਿਰ ਸੇਠ ਜੀ ਬੋਲੇ, ਅੱਛਾ ਸ਼ਸ਼ੀ, ਆਪਣੇ ਪਿਤਾ ਬਾਬਤ ਤੇਰਾ ਕੀ ਖਿਆਲ ਹੈ? ਕਿਸ ਤਰ੍ਹਾਂ ਦਾ ਖਿਆਲ ਜੀ? ਤੂੰ ਦੱਸਿਆ ਨਾ ਕਿ ਉਹਦਾ ਕੋਈ ਅੱਜ ਤੀਕ ਸੂ ਪਤਾ ਨਹੀਂ ਮਿਲਿਆ। ਜੀ ਹਾਂ, ਅੰਮੀ ਦਾ ਤੇ ਇਹੋ ਖਿਆਲ ਹੈ ਕਿ ਫਸਾਦਾਂ ਤੋਂ ਬਾਅਦ ਉਹ ਸਾਡੀ ਭਾਲ 'ਚ ਪਾਕਿਸਤਾਨ ਜ਼ਰੂਰ ਗਏ ਹੋਣਗੇ ਤੇ ਨਾ ਜਾਣੀਏ ਕਿਤੇ ਫਸਾਦੀਆਂ ਦੇ ਹੱਥ ਆ ਕੇ ਤੇ ਸ਼ਸ਼ੀ ਦਾ ਗਲਾ ਰੁੰਧਿਆ ਗਿਆ। ਮੇਰਾ ਵੀ ਇਹੋ ਕਿਆਸ ਹੈ, ਸੇਠ ਜੀ ਬੋਲੇ। ਜੇ ਉਹ ਜਿਉਂਦਾ ਹੁੰਦਾ ਤਾਂ ਜ਼ਰੂਰ ਉਹਦਾ ਪਤਾ ਲੱਗ ਜਾਂਦਾ, ਪਰ ਈਸ਼ਵਰ ਦੇ ਭਾਣੇ ਨਾਲ ਤੇ ਕਿਸੇ ਦਾ ਜ਼ੋਰ ਨਹੀਂ। ਸੇਠ ਜੀ ਫਿਰ ਕਿਸੇ ਡੂੰਘੀ ਸੋਚ 'ਚ ਪੈ ਗਏ। ਫਿਰ ਬੋਲੇ, ਮੈਂ ਹੈਰਾਨ ਹਾਂ ਕਿ ਕਿਸ ਤਰ੍ਹਾਂ ਇਸ ਦੁਖੀ ਟੱਬਰ ਦਾ ਬੇੜਾ ਪਾਰ ਹੋਏਗਾ। ਖਾਸ ਕਰਕੇ ਤੇਰੀ ਬਾਬਤ ਤਾਂ ਜਦ ਮੈਂ ਸੋਚਦਾ ਤਾਂ ਚਿੰਤਾ ਘੇਰ ਲੈਂਦੀ ਹੈ ਮੈਨੂੰ। ਕਿੰਨੀ ਕੁ ਉਮਰ ਹੋਏਗੀ ਸ਼ਸ਼ੀ ਤੇਰੀ? 14-15 ਸਾਲ ਜੀ। ਜਾਣ ਕੇ ਸ਼ਸ਼ੀ ਨੇ 2-3 ਸਾਲ ਘਟਾ ਕੇ ਆਪਣੀ ਉਮਰ ਦੱਸੀ। ਸੇਠ ਜੀ ਦੀਆਂ ਗੱਲਾਂ ਸੁਣ ਕੇ ਇੱਕ ਵਾਰੀ ਫਿਰ ਉਹਦੇ ਦਿਲ ਤੇ ਗੁੱਸੇ ਦੀ ਮੈਲ ਘੁਰਨ ਲੱਗੀ। ਤੇ ਤੇਰੀ ਮਾਂ ਨੇ ਕੀ ਸੋਚਿਆ ਤੇਰੇ ਬਾਬਤ? ਕਿਸ ਗੱਲ ਬਾਬਤ? ਮੇਰਾ ਮਤਲਬ ਹੈ ਤੇਰੇ ਵਿਆਹ ਬਾਰੇ ਉਹਦਾ ਕੀ ਖਿਆਲ ਹੈ? ਤੇਰੀ ਉਮਰ ਤਕਾਜ਼ਾ ਕਰਦੀ ਹੈ ਜਲਦੀ ਤੋਂ ਜਲਦੀ ਤੇਰੀ ਸ਼ਾਦੀ ਦਾ ਬੰਨ ਨੂੰ ਬੰਨਿਆ ਜਾਵੇ। ਸਮਾਂ ਬੜਾ ਨਾਜ਼ੁਕ ਹੈ ਸ਼ਸ਼ੀ, ਤੇ ਫਿਰ ਜਿਸ ਹਾਲਤ ਵਿੱਚ ਤੁਸੀਂ ਲੋਕ ਰਹਿ ਰਹੇ ਹੋ, ਇਸ ਹਾਲਤ ਵਿੱਚ ਤਾਂ ਹੋਰ ਵੀ ਖਤਰਨਾਕ ਹੈ। ਇਸ ਵੇਲੇ ਤੁਹਾਡੇ ਸਿਰ ਉੱਤੇ ਕੋਈ ਮਰਦ ਮੁਹਾਣਾ ਵੀ ਤੇ ਨਹੀਂ। ਤੇ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਦਿੱਲੀ 'ਚ ਰਫਿਊਜ਼ੀਆਂ ਦੀਆਂ ਲੜਕੀਆਂ ਅਗਵਾ ਕਰਨ ਦੀਆਂ ਆਮ ਵਾਰਦਾਤਾਂ ਹੋਣ ਲੱਗ ਪਈਆਂ ਨੇ। ਗੱਲਾਂ ਸਾਰੀਆਂ ਸ਼ਸ਼ੀ ਨੂੰ ਪਤੇ ਦੀਆਂ ਜਾਪੀਆਂ। ਸੇਠ ਦੀਆਂ ਦਲੀਲਾਂ 'ਚ ਕੁਝ ਵੀ ਅਤਕਥਨੀ ਨਹੀਂ ਸੀ। ਸੱਚਮੁੱਚ ਉਹਨਾਂ ਦੀ ਹਾਲਤ ਕਿੰਨੀ ਤਰਸਯੋਗ ਹੈ। ਆਪਣੀ ਬੇਬਸੀ ਉੱਤੇ ਸ਼ਸ਼ੀ ਨੂੰ ਦੁੱਖ ਹੋਣ ਲੱਗਾ। ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਸੇਠ ਹੋਰੀ ਕਹੀ ਗਏ, ਲੜਕਿਆਂ ਦੀ ਹੋਰ ਗੱਲ ਹੈ, ਭਾਵੇਂ ਸਾਰੀ ਉਮਰ ਕੁਆਰੇ ਬੈਠੇ ਰਹਿਣ, ਪਰ ਲੜਕੀਆਂ ਨੂੰ ਤਾਂ ਇੱਕ ਖਾਸ ਉਮਰ ਤੋਂ ਬਾਅਦ ਨਹੀਂ ਰੱਖਿਆ ਜਾ ਸਕਦਾ। ਸ਼ਸ਼ੀ ਸਿਰ ਝੁਕਾਈ ਬੈਠੀ ਰਹੀ, ਬਿਨਾਂ ਹੂੰ ਹਾਂ ਕੀਤੇ। ਸੇਠ ਜੀ ਜ਼ਰਾ ਕੁ ਰੁਕੇ, ਫਿਰ ਬੋਲੇ, ਸ਼ਸ਼ੀ ਇਸ ਵੇਲੇ ਮੈਂ ਜੋ ਕੁਝ ਕਹਿਣ ਵਾਲਾ ਮੰਨਿਆ ਸਮਾਜਿਕ ਦ੍ਰਿਸ਼ਟੀਕੋਣ ਤੋਂ ਚੰਗਾ ਨਹੀਂ, ਪਰ ਜੇ ਡੂੰਘੀ ਨਜ਼ਰ ਨਾਲ ਤੱਕਿਆ ਜਾਏ ਤਾਂ ਮੈਂ ਕਹਾਂਗਾ ਕਿ ਜੇ ਕੋਈ ਐਸਾ ਢੰਗ ਹੋਵੇ ਜਿਸ ਨਾਲ ਸੱਪ ਵੀ ਮਰ ਜਾਏ, ਲਾਠੀ ਵੀ ਬਚ ਜਾਏ, ਤਾਂ ਕੀ ਹਰਜ ਹੈ? ਜੇ ਤੂੰ ਸੁਣਨਾ ਚਾਹੇ ਤਾਂ ਮੈਂ ਤੇਰੇ ਅੱਗੇ ਇੱਕ ਤਜਵੀਜ਼ ਰੱਖਾਂ। ਦੱਸੋ ਜੀ। ਕੁਝ ਡਰੀ ਹੋਈ, ਕੁਝ ਸ਼ੱਕੀ ਨਜ਼ਰ ਨਾਲ ਸੇਠ ਜੀ ਵੱਲ ਤੱਕ ਕੇ ਉਹਨੇ ਕਿਹਾ, ਤੁਸੀਂ ਜੋ ਕੁਝ ਵੀ ਕਹੋਗੇ ਸਾਡੇ ਫਾਇਦੇ ਵਾਲੀ ਗੱਲ ਕਹੋਗੇ, ਇੰਨੇ ਫਾਇਦੇ ਵਾਲੀ ਕਿ ਜਿਹਦੀ ਤੂੰ ਤਵੱਕਾ ਹੀ ਨਹੀਂ ਕਰ ਸਕਦੀ। ਤਾਂ ਦੱਸੋ ਜੀ, ਮੈਨੂੰ ਜਿੱਕਣ ਤੁਸੀਂ ਆਖੋਗੇ ਉਸੇ ਤਰ੍ਹਾਂ ਕਰਾਂਗੇ, ਪਰ ਜ਼ਰਾ ਹੌਸਲੇ ਨਾਲ ਸੁਣਨੀ ਪਏਗੀ ਮੇਰੀ ਗੱਲ। ਘਾਬਰ ਨਾ ਜਾਈਂ ਸੁਣ ਕੇ। ਹਾਂ, ਮੰਨਣਾ ਤੇਰੇ ਇਖਤਿਆਰ ਹੈ। ਮੈਂ ਜ਼ਬਰਦਸਤੀ ਨਾਲ ਕੋਈ ਵੀ ਗੱਲ ਤੇਰੇ ਤੇ ਠੋਸਣੀ ਨਹੀਂ ਚਾਹੁੰਦਾ। ਇੱਕ ਵਾਰੀ ਫਿਰ ਦਿਲ ਧੜਕਣ ਲੱਗਾ ਸ਼ਸ਼ੀ ਦਾ। ਦੱਸੋ ਜੀ। ਮੇਰੇ ਕਹਿਣ ਦਾ ਲਬਾਬ ਇਹ ਹੈ ਕਿ ਕੋਈ ਐਸਾ ਤਰੀਕਾ ਹੋਵੇ ਜਿਸ ਕਰਕੇ ਮੇਰੇ ਘਰ ਨਾਲ ਤੇਰੀ ਮੁਸਤਕਲ ਸਾਂਝ ਬਣੀ ਰਹੇ। ਮੁਸਤਕਲ ਸਾਂਝ? ਹਾਂ, ਮੇਰਾ ਮਤਲਬ ਇਹ ਕਿ ਤੈਨੂੰ ਤੇ ਤੇਰੇ ਪਰਿਵਾਰ ਨੂੰ ਪੂਰਾ ਫਾਇਦਾ ਵੀ ਪਹੁੰਚਾਇਆ ਜਾ ਸਕੇ ਤੇ ਮੇਰਾ ਵੀ ਮਨੋਰਥ ਪੂਰਾ ਹੋ ਸਕੇ। ਤੁਹਾਡਾ ਮਨੋਰਥ? ਹਾਂ, ਮਤਲਬ ਇਹ ਕਿ ਤੂੰ ਵੇਖ ਰਹੀ ਹੈ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਕਰੋੜਾਂ ਦਾ ਵਪਾਰ ਚੱਲਦਾ ਹੈ। ਮੇਰੇ ਜ਼ਰਾ ਜਿਹੇ ਇਸ਼ਾਰੇ ਨਾਲ ਤੁਹਾਡੇ ਘਰਾਣੇ ਦੀ ਗਰੀਬੀ ਧੋਤੀ ਜਾ ਸਕਦੀ ਹੈ। ਅਸਲ 'ਚ ਮੇਰੀ ਘਰਵਾਲੀ ਨੇ ਮੁਸ਼ਤਕਲ ਤੌਰ ਤੇ ਤੀਰਥਾਂ ਤੇ ਰਹਿਣ ਦਾ ਇਰਾਦਾ ਬਣਾ ਲਿਆ ਤੇ ਤੂੰ ਜਾਣਦੀ ਹੈ ਸ਼ਸ਼ੀ, ਜਨਾਨੀ ਦੇ ਬਗੈਰ ਘਰ ਦੀ ਮਿੱਟੀ ਉੱਡ ਜਾਂਦੀ ਹੈ। ਨਾਲੇ ਮੇਰੀ ਪਿਛਲੀ ਉਮਰ ਹੈ, ਕਿ ਮੈਂ ਨੂੰਹਾਂ ਦੇ ਰਹਿਮ ਉੱਤੇ ਹੋ ਜਾਵਾਂ। ਸਭ ਕੁਝ ਹੁੰਦਿਆਂ ਸੁਣਿਆ। ਪਰ ਜੀ ਤੁਹਾਡਾ ਮਤਲਬ ਕੀ ਹੈ? ਸ਼ਸ਼ੀ ਨੇ ਘਬਰਾ ਕੇ ਪੁੱਛਿਆ। ਮਤਲਬ ਤੂੰ ਅਜੇ ਵੀ ਨਹੀਂ ਸਮਝੀ? ਐਤਕੀ ਸੇਠ ਜੀ ਪੂਰੇ ਦਲੇਰਾਨਾ ਭਾਵ 'ਚ ਬੋਲੇ। ਮੈਂ ਇਸ ਘਰ ਨੂੰ ਆਬਾਦ ਕਰਨਾ ਚਾਹੁੰਦਾ। ਆਬਾਦ?
ਹਾਂ, ਜੇ ਤੇਰੀ ਮਾਂ ਇਸ ਮੰਗ ਨੂੰ ਕਬੂਲ ਕਰ ਲਏ ਤਾਂ, ਪਰ ਜੇ ਉਹ ਰਜ਼ਾਮੰਦ ਨਾ ਵੀ ਹੋ ਸਕੇ ਤਾਂ ਤੈਨੂੰ ਤਾਂ ਸ਼ਸ਼ੀ ਆਪਣੇ ਭਵਿੱਖ ਬਾਰੇ ਸੋਚਣਾ ਹੀ ਪਏਗਾ। ਸੋਚ, ਜੇ ਤੇਰਾ ਵਿਆਹ ਕਿਸੇ ਭੁੱਖੇ ਨੰਗੇ ਮਿਹਨਤੀ ਨਾਲ, ਕਿਸੇ ਚੀਥੜਿਆਂ ਲਪੇਟੇ ਕੁਲੀ ਜਾਂ ਚਪੜਾਸੀ ਨਾਲ ਹੋ ਜਾਏ ਤਾਂ ਕੀ ਤੂੰ ਇਹਨੂੰ ਬਰਦਾਸ਼ਤ ਕਰ ਲਏਂਗੀ? ਪਰ ਦੂਜੇ ਪਾਸੇ ਇੰਨਾ ਐਸ਼ਵਰਯ, ਤੇਰੇ ਇੱਕ ਵਾਰੀ ਹਾਂ ਕਹਿਣ ਦੀ ਦੇਰ ਹੈ ਕਿ ਮੈਂ ਦਿਨ ਚੜ੍ਹਦੇ ਤੋਂ ਪਹਿਲਾਂ ਤੇਰੇ ਟੱਬਰ ਦੀ ਗਰੀਬੀ ਨੂੰ ਅਮੀਰੀ 'ਚ ਬਦਲ ਸਕਦਾ। ਤੇਰੇ ਭਰਾ ਨੂੰ ਕਿਸੇ ਉੱਚੇ ਅਹੁਦੇ ਤੇ ਪਹੁੰਚਾ ਦਿਆਂਗਾ। ਛੋਟੇ ਨੂੰ ਕਾਲਜ ਤੱਕ ਤਾਲੀਮ ਦੇ ਕੇ ਡਿਗਰੀ ਯਾਫਤਾ ਬਣਾਵਾਂਗਾ। ਤੇਰੀ ਮਾਂ ਦੇ ਨਾਂ ਇੱਕ 2.5 ਮੰਜ਼ਲਾ ਮਕਾਨ ਰਜਿਸਟਰੀ ਕਰ ਦਿਆਂਗਾ। ਇਹ ਤੋਂ ਛੁੱਟ 200-250 ਰੁਪਏ ਮਹੀਨਾ ਉਹਦਾ ਅਲਾਊਂਸ ਮੁਕਰਰ ਕਰ ਦਿਆਂਗਾ। ਬਾਕੀ ਰਹੀ ਤੂੰ ਇਸ ਬਾਬਤ ਇੰਨਾ ਹੀ ਸਮਝ ਲੈ ਕਿ ਜਦ ਮੇਰਾ ਦਿਲ ਤੇਰੀ ਭੇਟਾ ਹੋ ਗਿਆ ਤਾਂ ਬਾਕੀ ਸਭ ਕੁਝ ਕਿਹਦਾ ਹੈ? ਸੁੰਨ ਹੋ ਗਈ ਸੁਣ ਕੇ ਸ਼ਸ਼ੀ। ਉਹਦੇ ਹੱਥ ਪੈਰ ਮੁੜ ਕੇ ਨਾਲ ਭਿੱਜ ਗਏ। ਜ਼ੁਬਾਨ ਉਹਦੀ ਜਿਵੇਂ ਕਿਸੇ ਨੇ ਖਿੱਚ ਹੀ ਲਈ ਹੋਵੇ। ਪਰ ਗੱਲ ਜਿਸ ਮਰਹਲੇ ਤੇ ਆ ਪਹੁੰਚੀ ਸੀ, ਹੁਣ ਉਹਦਾ ਚੁੱਪ ਸਾਦੀ ਰੱਖਣਾ ਮੁਸ਼ਕਿਲ ਸੀ। ਕਿੱਥੇ ਦਾ ਪੁੱਤਰ ਪੁੱਤਰੀ ਤੇ ਬੇਟਾ ਬੇਟਾ ਕਹਿੰਦਿਆਂ ਸੇਠ ਹੋਰਾਂ ਦਾ ਮੂੰਹ ਸੁੱਕਦਾ ਸੀ, ਕਿੱਥੇ ਇਹ ਪ੍ਰਸਤਾਵ। ਕੁਦਰਤੀ ਸ਼ਸ਼ੀ ਦੇ ਅੰਦਰੋਂ ਬੋਲਣ ਦੀ ਜੁਰਤ ਉੱਭਰ ਆਈ। ਉਹ ਬੋਲੀ, ਤਾਂ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ? ਕੁਛ ਹੀ ਸਮਝ ਲੈ। ਸੇਠ ਜੀ ਬਸਾਤ ਉੱਤੇ ਆਪਣੇ ਨਰਦ ਜ਼ਰਾ ਟਿਕਾਣੇ ਸਿਰ ਪਈ ਵੇਖ ਕੇ ਬੋਲੇ, ਵਿਆਹ ਜੇ ਨਾ ਵੀ ਕਰਾਵਾਂ ਤਾਂ ਵੀ ਵਿਆਹ ਵਾਲੇ ਸਾਰੇ ਇਖਤਿਆਰ ਤੈਨੂੰ ਪ੍ਰਾਪਤ ਹੋਣਗੇ। ਕਿਸ ਤਰ੍ਹਾਂ? ਪਾਪੀ ਦੇ ਦਿਲ ਦਾ ਅੰਤਮ ਸਿਰਾ ਛੋਹਣ ਦੇ ਖਿਆਲ ਨਾਲ ਉਸ ਸ਼ਸ਼ੀ ਨੇ ਪੁੱਛਿਆ। ਇਸ ਤਰ੍ਹਾਂ ਕਿ ਫਿਲਹਾਲ ਤਾਂ ਤੂੰ ਇਸੇ ਤਰ੍ਹਾਂ ਨੌਕਰੀ ਦੇ ਭਾਜੀ ਇਸ ਘਰ ਦੀ ਮਾਲਕ ਹੋਏਂਗੀ। ਇਹ ਤੋਂ ਕੁਝ ਚਿਰ ਬਾਅਦ ਇੱਕ ਹੋਰ ਰਸਤਾ ਵੀ ਇਖਤਿਆਰ ਕੀਤਾ ਜਾ ਸਕਦਾ ਹੈ। ਕੀ? ਅਸਲ ਗੱਲ ਇਹ ਹੈ ਕਿ ਸ਼ਸ਼ੀ, ਕਿ ਮੈਂ ਸਿੱਧੇ ਤਰੀਕੇ ਨਾਲ ਤਾਂ ਵਿਆਹ ਦੇ ਝੰਜਟ 'ਚ ਨਹੀਂ ਪੈ ਸਕਦਾ। ਨਾ ਤਾਂ ਮੇਰੀ ਉਮਰ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ ਤੇ ਨਾ ਹੀ ਇੱਜ਼ਤ। ਪਰ ਇੱਕ ਹੋਰ ਤਰੀਕਾ ਵਰਤ ਕੇ ਮੈਂ ਇਸ ਮੁਸ਼ਕਿਲ ਦਾ ਹੱਲ ਕਰ ਲਵਾਂਗਾ। ਕਿਹੜਾ? ਮੈਂ ਤੇਰਾ ਵਿਆਹ ਆਪਣੇ ਕਿਸੇ ਇਹੋ ਜਿਹੇ ਇਤਬਾਰੀ ਨਾਲ ਕਰ ਦਿਆਂਗਾ ਜਿਹੜਾ ਸਿਰਫ ਵਾੜੇ ਦਾ ਪਤੀ ਹੋਏਗਾ। ਅਸਲ 'ਚ ਤੇਰਾ ਪਤੀ ਮੈਂ ਹੋਵਾਂਗਾ। ਇਸ ਤਰ੍ਹਾਂ ਸਮਾਜਿਕ ਤੌਰ ਤੇ ਵੀ ਮਾਮਲਾ ਠੀਕ ਹੋ ਜਾਏਗਾ ਤੇ ਆਪਣਾ ਮਤਲਬ ਵੀ ਸਰ ਜਾਏਗਾ। ਸੁਣ ਕੇ ਸ਼ਸ਼ੀ ਦੇ ਬੁੱਲ੍ਹਾਂ ਤੇ ਕੌੜਾ ਜਿਹਾ ਹਾਸਾ ਆ ਗਿਆ। ਉਹ ਬੋਲੀ, ਤਾਂ ਇਹ ਉਮੀਦ ਤੁਸੀਂ ਮੇਰੇ ਕੋਲੋਂ ਨਾ ਰੱਖੋ। ਇਸ ਕੰਮ ਲਈ ਤੁਹਾਨੂੰ ਬਾਜ਼ਾਰੀ ਕੰਜਰੀਆਂ ਬਥੇਰੀਆਂ ਲੱਭ ਪੈਣਗੀਆਂ। ਮੇਰੇ ਅੰਦਰੋਂ ਅਜੇ ਆਪਣੇ ਖਾਨਦਾਨ ਦੀ ਇੱਜ਼ਤ ਦਾ ਜਜ਼ਬਾ ਮੁੱਕਿਆ ਨਹੀਂ। ਕਹਿੰਦੀ ਸ਼ਸ਼ੀ ਉੱਠ ਖੜੋਤੀ। ਸਿਰਫ 1 ਮਿੰਟ ਹੋਰ ਸ਼ਸ਼ੀ, ਕਹਿ ਕੇ ਸੇਠ ਨੇ ਉਹਨੂੰ ਰੋਕ ਲਿਆ। ਤੂੰ ਮੇਰਾ ਦਿਲੀ ਭਾਵ ਨਹੀਂ ਸਮਝ ਸਕੀ। ਕੰਜਰੀਆਂ ਵਾਲੀ ਗੱਲ ਕਹਿ ਕੇ ਤੂੰ ਮੇਰਾ ਮਜ਼ਾਕ ਉਡਾਇਆ, ਪਰ ਮੈਂ ਸਮਝਦਾ ਤੂੰ ਆਪਣੀ ਥਾਂ ਹੱਕ ਬਜ਼ਾਨਬ ਹੈ। ਫਿਰ ਵੀ ਮੈਂ ਤੈਨੂੰ ਸੋਚਣ ਵਿਚਾਰਨ ਦਾ ਖੁੱਲ੍ਹਾ ਮੌਕਾ ਦਿੰਦਾ। ਤੇਰੇ ਉੱਤੇ ਕੋਈ ਜ਼ਬਰਦਸਤੀ ਕਰਨ ਦਾ ਮੇਰਾ ਇਰਾਦਾ ਬਿਲਕੁਲ ਨਹੀਂ। ਤੁਸੀਂ ਭੁੱਲਦੇ ਹੋ ਜੀ, ਦੁਬਾਰਾ ਉੱਠਦੀ ਸ਼ਸ਼ੀ ਬੋਲੀ। ਤੁਹਾਡੀ ਰਖੇਲੀ ਬਣ ਕੇ ਰਹਾਂ। ਇਹ ਤੋਂ ਪਹਿਲਾਂ ਮੈਂ ਖੂਹ 'ਚ ਛਾਲ ਮਾਰ ਕੇ ਡੁੱਬ ਕਿਉਂ ਨਾ ਮਰਾਂ? ਤੇ ਉਵੇਂ ਹੀ ਗੁੱਸੇ ਨਾਲ ਭਖਦੀ ਸ਼ਸ਼ੀ ਬੂਹੇ ਵੱਲ ਵਧੀ। ਆ ਲੈਂਦੀ ਜਾ। ਬੂਹੇ 'ਚ ਪਹੁੰਚ ਕੇ ਸ਼ਸ਼ੀ ਨੇ ਪਿੱਛੋਂ ਸੁਣਿਆ ਤੇ ਜਦ ਪਿਛਾਂਹ ਪਰਤ ਕੇ ਤੱਕੀ, 10 ਦੇ ਨੋਟਾਂ ਦੀ ਇੱਕ ਪੂਰੀ ਥੱਬੀ 100 ਨੋਟ ਸੇਠ ਹੋਰੀ ਬਾਂਹ ਵਧਾ ਕੇ ਉਸ ਵੱਲ ਲਿਆ ਰਹੇ ਸਨ। ਬੂਹੇ 'ਚ ਪਹੁੰਚ ਕੇ ਸੇਠ ਹੋਰਾਂ ਉਹ ਥੱਬੀ ਸ਼ਸ਼ੀ ਦੇ ਹੱਥਾਂ 'ਚ ਫੜਾ ਦਿੱਤੀ ਤੇ ਸ਼ਸ਼ੀ ਨੇ ਫੜ ਵੀ ਲਈ। ਪਰ ਦੂਜੇ ਪਲ ਸ਼ਸ਼ੀ ਨੇ ਐਸੀ ਤਾਣ ਕੇ ਇਹ ਥੱਬੀ ਕਮਰੇ ਅੰਦਰ ਵਗਾ ਕੇ ਮਾਰੀ ਕਿ ਸਾਰੇ ਨੋਟ ਕੱਲਾ ਕੱਲਾ ਹੋ ਕੇ ਕਮਰੇ 'ਚ ਖਿਲਰ ਗਏ ਤੇ ਸ਼ਸ਼ੀ ਦਗੜ ਦਗੜ ਕਰਦੀ ਪੌੜੀਆਂ ਉਤਰ ਗਈ। ਰਾਤ ਦੇ 10 ਵੱਜ ਚੁੱਕੇ ਸਨ। ਅਗਲਾ ਅੰਗ ਹੈ ਸਬਰ ਦਾ ਘੁੱਟ। ਦਿਨ ਚੜ੍ਹਿਆ। ਸ਼ਾਮਾਂ ਦੀ ਜਦੋਂ ਅੱਖ ਖੁੱਲੀ ਤਾਂ ਵੇਖ ਉਹ ਹੱਕੀ ਬੱਕੀ ਰਹਿ ਗਈ। ਸ਼ਸ਼ੀ, ਜਿਹੜੀ ਰੋਜ਼ ਇਸ ਵੇਲੇ ਤੀਕ ਘਰ ਦਾ ਸਾਰਾ ਕੰਮ ਧੰਦਾ ਮੁਕਾ ਕੇ ਵਿਹਲੀ ਹੋ ਜਾਇਆ ਕਰਦੀ ਸੀ, ਅੱਜ ਹਾਲੇ ਥੋੜ੍ਹੀ ਸੁੱਤੀ ਪਈ ਸੀ। ਪਰ ਅੱਜ ਸ਼ਿਆਮਾ ਨੇ ਉਸ ਉੱਤੇ ਉਦਣ ਵਰਗਾ ਗੁੱਸਾ ਨਹੀਂ ਆਇਆ। ਭਾਵੇਂ ਉਹ ਜਾਣਦੀ ਸੀ ਸ਼ਸ਼ੀ ਨੇ ਕੰਮ ਤੇ ਜਾਣਾ ਹੈ ਤੇ ਅੱਜ ਉਹਨੂੰ ਅਵੱਸ਼ ਦੇਰ ਹੋ ਜਾਏਗੀ। ਇੱਕ ਵਾਰੀ ਉਹਦੀ ਸਲਾਹ ਹੋਈ ਆਵਾਜ਼ ਮਾਰ ਕੇ ਜਗਾ ਦੇ, ਪਰ ਉਹ ਅਜਿਹਾ ਨਹੀਂ ਕਰ ਸਕੀ। ਉਹਨੂੰ ਪਤਾ ਹੈ ਕਿ ਰਾਤੀ ਉਹ ਕਾਫੀ ਚਿਰਾਕੀ ਆਈ ਤੇ ਘਰ ਦਾ ਕੰਮ ਧੰਦਾ ਮਸੇ ਉਹਨੇ 11 ਵਜੇ ਤੱਕ ਖਤਮ ਕੀਤਾ, ਜਿਸ ਕਰਕੇ ਅਜੇ ਉਹਦੀ ਨੀਂਦਰ ਪੂਰੀ ਨਹੀਂ ਹੋਈ। ਸ਼ਸ਼ੀ ਨੂੰ ਨੌਕਰ ਹੋਇਆਂ ਅੱਧਾ ਕੁ ਮਹੀਨਾ ਹੋ ਚੁੱਕਾ ਤੇ ਇਹਨੇ ਥੋੜ੍ਹੇ ਚਿਰ ਵਿੱਚ ਹੀ ਇਸ ਘਰ ਦਾ ਹੁਲੀਆ ਕਾਫੀ ਹੱਦ ਤੱਕ ਬਦਲ ਗਿਆ। ਕੁਝ ਇੱਕ ਨਵੇਂ ਜਾਦੋ ਰਾਣੇ ਕੱਪੜੇ ਵੀ ਇਹਨਾਂ ਨੂੰ ਪ੍ਰਾਪਤ ਹੋ ਗਏ ਨੇ। ਅੱਗੇ ਜਿੱਥੇ ਇਹਨਾਂ ਨੂੰ ਹਰ ਹਫ਼ਤੇ ਰਾਸ਼ਨ ਲਿਆਉਣ ਵੇਲੇ ਚਿੰਤਾ ਦਾ ਸ਼ਿਕਾਰ ਬਣਨਾ ਪੈਂਦਾ ਸੀ, ਉੱਥੇ ਹੁਣ ਬੜੇ ਆਰਾਮ ਨਾਲ ਇਹਦਾ ਪ੍ਰਬੰਧ ਹੋ ਜਾਂਦਾ। ਨਾਲੇ ਰੋਜ਼ 2 ਵੇਲੇ ਬਣੀ ਬਣਾਈ ਦਾਲ ਭਾਜੀ ਤੇ ਕਦੀ ਕਦੀ ਫੁਲਕੇ ਵੀ ਆ ਜਾਣ ਕਰਕੇ ਇਹਨਾਂ ਨੂੰ ਰਿੰਨਣ ਪਕਾਉਣ ਦਾ ਖਟਰਾਗ ਵੀ ਬਹੁਤਾ ਨਹੀਂ ਕਰਨਾ ਪੈਂਦਾ ਤੇ ਰਾਸ਼ਨ ਵੀ ਕੁਝ ਬਚ ਜਾਂਦਾ। ਪਰ ਬਹੁਤ ਕੁਝ ਸਿਹਤਯਾਬ ਹੋਣ ਲੱਗ ਪਿਆ, ਪਰ ਅਜੇ ਸਖਤ ਕਮਜ਼ੋਰੀ ਕਰਕੇ ਬਹੁਤਾ ਤੁਰ ਫਿਰ ਨਹੀਂ ਸਕਦਾ।
ਡਾਕਟਰ ਨੇ ਦੱਸਿਆ ਉਹਨੂੰ ਚੰਗੀ ਖੁਰਾਕ ਦਿੱਤੀ ਜਾਵੇ, 2 ਵੇਲੇ ਫਲਾਂ ਦਾ ਰਸ ਪਿਆਇਆ ਜਾਵੇ। ਇਹ ਤੋਂ ਛੁੱਟ ਡਾਕਟਰ ਇੱਕ ਟੌਨਿਕ ਵਰਤਣ ਲਈ ਵੀ ਹਿਦਾਇਤ ਕੀਤੀ ਤੇ ਨਾਲੇ ਕੁਝ ਟੀਕੇ ਵੀ, ਜਿਸ ਨਾਲ ਉਹਦੀ ਬਿਮਾਰੀ ਫੇਰ ਨਾ ਵੱਧ ਜਾਏ। ਟੌਨਿਕ ਦੀ ਬੋਤਲ 10 ਰੁਪਇਆਂ ਦੀ ਆਉਂਦੀ ਹੈ ਤੇ ਟੀਕੇ ਖਰੀਦਣ ਦਾ ਹਾਲੇ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਸ਼ਿਆਮਾ ਇਸੇ ਉਡੀਕ 'ਚ ਹੈ ਕਿ ਸ਼ਸ਼ੀ ਦੀ ਤਨਖਾਹ ਆਵੇ ਤਾਂ ਉਹ ਬੋਤਲ ਖਰੀਦ ਲਏਗੀ। ਬਾਕੀ ਰਹੀ ਸ਼ਿਆਮਾ ਦੀ ਆਪਣੀ ਹਾਲਤ, ਇਸ ਬਾਰੇ ਉਹਨੂੰ ਬਹੁਤੀ ਚਿੰਤਾ ਨਹੀਂ ਰਹੀ, ਭਾਵੇਂ ਕਿ ਇਹ ਅਤੀਸਾਰ ਦੀ ਬਿਮਾਰੀ ਉਹਨੂੰ ਦਿਨੋਂ ਦਿਨ ਕਮਜ਼ੋਰ ਕਰੀ ਜਾ ਰਹੀ ਹੈ। ਬਹੁਤਾ ਫਿਕਰ ਦੋਹਾਂ ਨੂੰ ਪ੍ਰਬੋਧਦਾ ਹੈ ਕਿਵੇਂ ਉਹ ਬਚ ਜਾਏ। ਸ਼ਸ਼ੀ ਰੋਜ਼ ਹੀ ਮਾਂ ਦੇ ਪਾਸ ਆਪਣੀ ਮਾਲਕਣ ਦੀਆਂ ਬੜੀਆਂ ਤਾਰੀਫਾਂ ਕਰਿਆ ਕਰਦੀ ਹੈ। ਮਾਲਕ ਦੀ ਥਾਂ ਮਾਲਕਣ। ਹੋਰ ਥੋੜਾ ਚਿਰ ਸ਼ਿਆਮਾ ਇਸ ਉਡੀਕ 'ਚ ਬੈਠੀ ਰਹੀ, ਪਰ ਸ਼ਸ਼ੀ ਫਿਰ ਵੀ ਨਾ ਜਾਗੀ। ਹਾਰ ਕੇ ਉਹਨੂੰ ਆਵਾਜ਼ ਮਾਰਨੀ ਪਈ, ਪਰ ਬੜੀ ਮੁਲਾਇਮੀ ਤੇ ਪਿਆਰ ਨਾਲ। ਸ਼ਸ਼ੀ ਨੇ ਪਾਸਾ ਪਰਤਿਆ, ਜ਼ਰਾ ਅੱਖਾਂ ਖੋਲੀਆਂ, ਫਿਰ ਕਰਵਟ ਬਦਲ ਕੇ ਸੌਂ ਗਈ। ਮਾਂ ਨੇ ਦੁਬਾਰਾ ਪੁਕਾਰਿਆ, ਸ਼ਸ਼ੀ ਪੁੱਤਰ ਉੱਠਣਾ, ਵੇਖ ਕਿੰਨਾ ਦਿਨ ਚੜ੍ਹਾ ਹੈ, ਕੰਮ ਤੇ ਜਾਣਾ ਨਹੀਂ, ਦੇਰ ਹੋ ਜਾਏਗੀ। ਮੈਂ ਨਹੀਂ ਜਾਣਾ। ਉਸੇ ਤਰ੍ਹਾਂ ਪਰਲੀ ਕਰਵਟ ਤੇ ਪਿਆ ਸ਼ਸ਼ੀ ਨੇ ਜਵਾਬ ਦਿੱਤਾ, ਨਹੀਂ ਜਾਣਾ? ਕਿਉਂ? ਅੱਜ ਛੁੱਟੀ ਹੈ? ਹਮੇਸ਼ਾ ਲਈ ਛੁੱਟੀ? ਹਮੇਸ਼ਾ ਲਈ? ਕੀ ਬਰੜਾਣ ਡਈ ਹੋਈ ਹੈ ਤੂੰ? ਮੈਂ ਨੌਕਰੀ ਛੱਡ ਆਈ ਹਾਂ। ਉਹਨੇ ਪਾਸਾ ਪਰਤ ਕੇ ਮਾਂ ਵੱਲ ਮੂੰਹ ਕਰ ਲਿਆ। ਗੱਲ ਸੁਣ ਕੇ ਸ਼ਿਆਮਾ ਦਾ ਰੰਗ ਫੱਕ ਹੋ ਗਿਆ। ਕੀ ਕਿਹਾ ਈ? ਛੱਡ ਆਈ ਹੈ ਨੌਕਰੀ? ਆਹੋ। ਕਿਉਂ? ਮੈਥੋਂ ਨਹੀਂ ਪੁਆੜਾ ਹੁੰਦਾ। ਮਾਂ ਦੇ ਚਿਹਰੇ ਤੋਂ ਮਮਤਾ ਤੇ ਪਿਆਰ ਦਾ ਰੰਗ ਉੱਡ ਪੁੱਟ ਗਿਆ। ਉਹ ਖਿੱਝ ਕੇ ਬੋਲੀ, ਉੱਠ ਕੇ ਗੱਲ ਵੀ ਚੰਗੀ ਤਰ੍ਹਾਂ ਦੱਸ, ਕੀ ਬਕੜਵਾ ਕਰਨ ਡਈ ਹੋਈ ਹੈ ਤੂੰ? ਸ਼ਸ਼ੀ ਨਹੀਂ ਉੱਠੀ, ਨਾ ਹੀ ਜਵਾਬ 'ਚ ਕੁਝ ਬੋਲੀ। ਸ਼ਿਆਮਾ ਨੇ ਐਤਕੀ ਤਲਖੀ ਨਾਲ ਉਹਦਾ ਮੋਢਾ ਹਿਲਾਉਣਿਆ। ਦੱਸਦੀ ਮਰਦੀ ਕਿਉਂ ਨਹੀਂ? ਗੱਲ ਕੀ ਹੈ ਵਿੱਚੋਂ? ਕੁਝ ਨਹੀਂ। ਸ਼ਸ਼ੀ ਨੇ ਵੀ ਉਵੇਂ ਖਿੱਚ ਕੇ ਜਵਾਬ ਦਿੱਤਾ, ਮੈਂ ਛੱਡ ਆਈ ਹਾਂ ਨੌਕਰੀ। ਪਰ ਕਿਹੜੀ ਗੱਲੋਂ? ਕੁਝ ਪਤਾ ਵੀ ਲੱਗੇ। ਮੇਰੇ ਕੋਲੋਂ ਨਹੀਂ ਹੁੰਦਾ ਇਹ ਕੰਮ। ਨਹੀਂ ਹੋਣੀਏ। ਐਤਕੀ ਸ਼ਿਆਮਾ ਬੇਕਾਬੂ ਹੋ ਕੇ ਬੋਲੀ। ਸਿੱਧੀ ਤਰ੍ਹਾਂ ਗੱਲ ਕਿਉਂ ਨਹੀਂ ਦੱਸਦੀ? ਕਿਉਂ ਨਹੀਂ ਹੁੰਦਾ ਕੰਮ ਤੇਰੇ ਕੋਲੋਂ? ਨਹੀਂ ਹੁੰਦਾ। ਸ਼ਸ਼ੀ ਦੀ ਖਿਝ ਹੁਣ ਕ੍ਰੋਧ ਦੀ ਪੂਰੀ ਮਾਤਰਾ ਵਿੱਚ ਬਦਲ ਚੁੱਕੀ ਸੀ ਤੇ ਸ਼ਿਆਮਾ ਵੀ ਉਸ ਨਾਲੋਂ ਵੀ ਜ਼ਿਆਦਾ ਰੰਡੀਏ ਖੇਖਣ ਕਿਉਂ ਸਾੜਨ ਨਹੀਂ ਹੋਈ ਹੈ। ਨਹੀਂ ਹੁੰਦਾ, ਨਹੀਂ ਹੁੰਦਾ, ਨਹੀਂ ਹੁੰਦਾ ਤੇ ਘਰ ਦਾ ਖਰਚ ਤੇਰੇ ਜੰਮਣ ਵਾਲੀ ਦੇ ਸਿਰ ਨਾਲ ਚੱਲੇਗਾ। ਖਸਮ ਨੂੰ ਖਾਣੀ ਫਿੱਟ ਗਈ ਹੈ, 4 ਦਿਨ ਰੱਜ ਕੇ ਖਾਂਦੀ ਹੈ। ਦੱਸ ਤੇ ਸਹੀ, ਕਿਹੜਾ ਸੂਲ ਵੜਿਆ ਹੋਇਆ ਤੈਨੂੰ ਜੋ ਕੰਮ ਨਹੀਂ ਹੋ ਸਕਦਾ ਤੈਥੋਂ? ਟੱਬਰ ਨੂੰ ਗਲਾ ਘੁੱਟ ਕੇ ਮਾਰ ਛੱਡ, ਨਹੀਂ ਕੰਮ ਹੁੰਦਾ ਤੇ। ਅੱਗੇ ਲੋਕਾਂ ਦੀਆਂ ਧੀਆਂ ਹੀ ਟੱਬਰ ਪਾਲਦੀਆਂ ਹੋਣਗੀਆਂ। ਸ਼ਸ਼ੀ ਨੇ ਹੋਰ ਚਮਕ ਕੇ ਜਵਾਬ ਦਿੱਤਾ। ਨਹੀਂ ਔਂਤਰਿਆਂ ਦੀ ਇਹ ਕਿਉਂ ਲੱਗੀ ਹੈ ਸਵੇਰੇ ਸਵੇਰੇ ਮੇਰੀਆਂ ਅੰਦਰਾਂ ਰੜਨ? ਉੱਠ ਕੇ ਮੂੰਹ ਹੱਥ ਧੋ, ਤਿਆਰ ਹੋ ਕੰਮ ਤੇ ਜਾਣ ਲਈ। ਰੋਟੀ ਟੁੱਕ ਮੈਂ ਆਪੇ ਕਰ ਲੂੰਗੀ, ਔਖੀ ਸੌਖੀ ਹੋ ਕੇ। ਅੰਮੀ, ਇੱਕ ਵਾਰੀ ਛੱਡ ਕੇ 1000 ਵਾਰੀ ਸੁਣ ਲੈ, ਮੈਂ ਨਹੀਂ ਜਾਣਾ ਕੰਮ ਤੇ ਦੋਵੇਂ ਹੱਥ ਗੋਡਿਆਂ ਤੇ ਰੱਖ ਕੇ ਹੱਥਾਂ ਉੱਤੇ ਮੱਥਾ ਟਿਕਾ ਕੇ ਸ਼ਸ਼ੀ ਬੁਸਕਣ ਲੱਗ ਗਈ। ਪਰ ਹੋਇਆ ਕੀ, ਐਤਕੀ ਸ਼ਾਮਾਂ ਦੇ ਗੁੱਸੇ 'ਚ ਕੁਝ ਮਿਠਾਸ ਰਲੀ ਸੀ। ਗੱਲ ਦਾ ਪਤਾ ਵੀ ਤੇ ਲੱਗੇ। ਇੱਕ ਤਾਂ ਸ਼ਸ਼ੀ ਨੇ ਚਾਹਿਆ ਕਿ ਗੱਲ ਦੀ ਸਾਰੀ ਅਸਲੀਅਤ ਮਾਂ ਅੱਗੇ ਖੋਲ ਦੇਵੇ, ਪਰ ਕੁਝ ਸਵੈਮਾਨ, ਕੁਝ ਸੰਕੋਚ, ਕੁਝ ਗੱਲਬਾਤ ਵੱਧ ਜਾਣ ਦੇ ਖਤਰੇ ਨੇ ਉਹਦੀ ਜ਼ੁਬਾਨ ਖੁੱਲਦੀ ਫੇਰ ਬਣ ਲਈ। ਉਹ ਬੋਲੀ, ਉੱਥੋਂ ਦੇ ਕੰਮ ਦਾ ਹੀ ਕੋਈ ਅੰਤ ਨਹੀਂ। ਪਸ਼ੂਆਂ ਵਾਂਗ ਹਰ ਵੇਲੇ ਜੁੱਟੇ ਰਹਿਣਾ। ਮੇਰੇ ਵਿੱਚ ਹੀ ਜਾਨ ਨੇ ਅੰਮੀ, ਕੋਈ ਪੱਥਰ ਦੀ ਤਾਂ ਨਹੀਂ ਬਣੀ ਹੋਈ ਮੈਂ। ਮਾਂ ਦੀ ਗੁੱਸੇ ਦੀ ਮਾਤਰਾ ਘਟਦੀ ਫੇਰ ਸਿਖਰ ਤੇ ਜਾ ਪਹੁੰਚੀ। ਉਹ ਡਰ ਗਈ ਸੀ ਮਤੇ ਕੰਮ ਵਾਲੇ ਘਰ 'ਚ ਕਿਸੇ ਨੇ ਕੁੜੀ ਨਾਲ ਦਲੇਰੀ ਵਰਤੀ ਹੋਵੇ, ਪਰ ਨਿਰਾਪੁਰਾ ਕੰਮ ਦੀ ਬੌਲਤਾ ਕਰਕੇ ਸ਼ਸ਼ੀ ਦਾ ਨੌਕਰੀ ਤੋਂ ਮੂੰਹ ਮੋੜ ਲੈਣਾ ਇਹ ਤਾਂ ਉਹਨੂੰ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਸੀ। ਉਹ ਤੁਰਸ਼ੀ 'ਚ ਬੋਲੀ, ਕੰਮ ਕਿਹੜਾ ਉੱਥੇ ਤੇਰੇ ਜੋਗਾ? ਅੱਲੋ ਘਰ ਆ ਗਿਆ ਸੀ, ਮੈਂ ਭਲਾ ਕਦੀ ਵੇਖਿਆ ਵੱਡੇ ਘਰਾਂ ਦਾ ਕੰਮ ਕਰਕੇ? ਨਾਲੇ ਆਪੇ ਤੂੰ ਕਹਿੰਦੀ ਹੁੰਨੀ ਹੈ ਭਾਂਡੇ ਚੌਕੇ ਦਾ ਕੰਮ ਮੁੰਡੂ ਕਰਦਾ, ਨਾਲ ਘਰ ਰਸੋਈ 'ਚ ਲੱਗਾ ਹੋਇਆ, ਸਭ 2-2.5 ਬੰਦਿਆਂ ਦੀ ਰੋਟੀ ਪੱਕਦੀ ਹੈ। ਫਿਰ ਕੰਮ ਹੋਰ ਕਿਹੜਾ ਅਸਮਾਨੋਂ ਆ ਗਿਆ ਤੇਰੇ ਜੋਗਾ? ਸੱਚਮੁੱਚ ਸ਼ਸ਼ੀ ਨੂੰ ਆਪਣਾ ਇਹ ਕੰਮ ਵਾਲਾ ਬਹਾਨਾ ਨਾ ਪਾਏਦਾਰ ਜਾਪਿਆ, ਜਦਕਿ ਇੱਕ ਤੋਂ ਵੱਧ ਵਾਰੀ ਉਹ ਇਸੇ ਜ਼ਬਾਨ ਨਾਲ ਮਾਂ ਨੂੰ ਕਹਿ ਚੁੱਕੀ ਸੀ ਕਿ ਉਹਨੂੰ ਛੁੱਟ ਰਿੰਨਾਂ ਨੂੰ ਪਕਾਉਣ ਤੋਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਣਾ ਪੈਂਦਾ। ਫਿਰ ਸ਼ਾਮਾਂ ਦਾ ਗੁੱਸੇ ਹੋਣਾ ਸੁਭਾਵਕ ਹੀ ਤਾਂ ਸੀ। ਉਹ ਐਤਕੀ ਆਪਣੇ ਕ੍ਰੋਧ ਨੂੰ ਨਾ ਸੰਭਾਲ ਸਕੀ। ਖਸਮ ਨੂੰ ਖਾਣੀ ਨਖਰੇਲੋ ਨਾ ਹੋਵੇ ਤੇ ਮਨ ਹਰਾਮੀ ਹੁਜਤਾਂ ਢੇਰ। ਛੁੱਟੜੇ ਸਿੱਧਾ ਕਿਉਂ ਨਹੀਂ ਕਹਿੰਦੀ ਜੋ ਫਟੇਵਾਂ ਚੜ ਗਏ ਕੂਲੇ ਫੁਲਕੇ ਖਾ। ਪਰ ਬੱਚੀਏ, ਤੇਰਾ ਕਸੂਰ ਕੋਈ ਨਹੀਂ ਹੈ ਇਸ 'ਚ। ਪਹਿਲੇ ਦਿਨ ਹੀ ਮੇਰੇ ਨਾਲ ਇਹੋ ਕੁਝ ਹੁੰਦੀ ਆਈ ਹੈ। ਜਦੋਂ ਵੀ ਰਜਵੀਂ ਰੋਟੀ ਮਿਲਣ ਲੱਗਦੀ ਏ ਉਦੋਂ ਹੀ ਕੋਈ ਨਾ ਕੋਈ ਸਿਆਪਾ ਖੜਾ ਹੋ ਜਾਂਦਾ ਮੇਰੇ ਜੋਗਾ। ਅੱਗੇ ਪਿਓ ਤੇਰਾ ਕਿਹੜਾ ਘੱਟ ਗੁਜ਼ਾਰਦਾ ਰਿਹਾ? ਤੂੰ ਵੀ ਉਸੇ ਦੀ ਔਲਾਦ ਹੈ ਨਾ? ਜਿਹੀ ਕੋਕੋ ਤੇ ਇਹ ਬੱਚੇ।
ਜਿਸ ਨਿਖਾਫਣੇ ਦੇ ਕਰਮਾਂ 'ਚ ਹੀ ਸੁੱਖ ਨਾ ਹੋਵੇ ਉਸ 'ਚ ਕਿਸੇ ਨੂੰ ਕੀ ਦੋਸ਼ ਦੇਣਾ। ਤੇ ਬੋਲਦੀ ਬੋਲਦੀ ਸ਼ੈਮਾ ਭੁੱਬੀ ਰੋਣ ਲੱਗ ਪਈ। ਸ਼ਸ਼ੀ ਪਾਸੋਂ ਮਾਂ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਇੱਕ ਵਾਰੀ ਫੇਰ ਉਹਦਾ ਦਿਲ ਕੀਤਾ ਕਿ ਅਸਲ ਗੱਲ ਉਹਨੂੰ ਦੱਸ ਦੇਈ, ਪਰ ਫਿਰ ਸੋਚਣ ਲੱਗੀ ਅਸਲ ਗੱਲ ਦੱਸਣ ਨਾਲ ਕੀ ਇਸ ਦਾ ਦੁੱਖ ਘਟ ਜਾਏਗਾ? ਨਹੀਂ, ਸਗੋਂ ਬਲਦੀ ਤੇ ਤੇਲ ਪੈ ਜਾਏਗਾ। ਉਵੇਂ ਹੀ ਮਸ਼ਟ ਮਾਰੀ ਗੋਡਿਆਂ ਦੇ ਸਿਰ ਟਿਕਾਈ ਬੈਠੀ ਰਹੀ। ਸ਼ਿਆਮਾ ਦਾ ਖਿਆਲ ਸੀ ਕਿ ਉਹਦੀ ਤਾਨਾਜ਼ਨੀ ਸੁਣ ਕੇ ਸ਼ਸ਼ੀ ਜ਼ਰੂਰ ਆਪਣੀ ਭੁੱਲ ਮੰਨਦੀ ਹੋਈ ਕੰਮ ਤੇ ਜਾਣ ਨੂੰ ਤਿਆਰ ਹੋਈ ਪਏਗੀ। ਪਰ ਫਿਰ ਵੀ ਜਦੋਂ ਟਸ ਤੋਂ ਮਸ ਨਾ ਹੋਈ ਤਾਂ ਸ਼ਿਆਮਾ ਦਾ ਗੁੱਸਾ ਖਤਰਨਾਕ ਸ਼ਕਲ ਅਖਤਿਆਰ ਕਰ ਗਿਆ। ਜਾ ਕੇ ਥੇਲੀ ਦੀ ਅਫੀਮ ਲਿਆ ਬਾਜ਼ਾਰੋਂ, ਘੋਲ ਕੇ ਪਿਆਲ ਦੇ ਅਸਾਂ ਦੋਹਾਂ ਨੂੰ। ਨਾ ਹੋਏਗਾ ਤੇਰੇ ਸਿਰ ਤੇ ਕੋਈ ਕਰਾਉਣ ਵਾਲਾ ਤੇ ਨਾ ਤੇਰੀ ਫੂਲਾਜਾਦੀ ਦੀ ਮਟਕ 'ਚ ਫਰਕ ਆਏਗਾ। ਜਿੱਧਰ ਜੀ ਕਰੇਗਾ ਗੁਲਛਰੇ ਉਡਾਉਂਦੀ ਫਿਰੀ। ਹੋਣੀਏ ਮੈਂ ਤਾਂ ਕਿੰਨੇ ਚਿਰਾਂ ਤੋਂ ਚਾਲੇ ਤੇਰੇ ਵੇਖਣ ਡਈ ਹਾਂ। ਐਵੇਂ ਤੇ ਨਹੀਂ ਘੰਟਾ ਘੰਟਾ ਸ਼ੀਸ਼ੇ ਅੱਗੇ ਬੈਠ ਕੇ ਸ਼ਿੰਗਾਰ ਹੁੰਦਾ ਰਹਿੰਦਾ। ਅੱਗੇ ਤੇ ਝਾਟਾ ਸਾੜਨ ਦੀ ਜਾਂਚ ਨਹੀਂ ਸੀ ਹੁੰਦੀ। ਅੰਮੀ, ਐਤਕੀ ਸ਼ਸ਼ੀ ਦੇ ਸਬਰ ਦਾ ਬੰਨ ਰੁੜ ਗਿਆ। ਕਿਉਂ ਐਵੇਂ ਤੱਤੀ ਨੂੰ ਤਾਣ ਡਈ ਹੋਈ ਹੈ? ਰੱਬ ਦਾ ਭੌ ਕਰ ਕੁਛ। ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ। ਪਰ ਐਤਕੀ ਮਾਂ ਨੂੰ ਉਹਦੇ ਰੋਣ ਤੇ ਤਰਸ ਨਹੀਂ ਆਇਆ, ਸਗੋਂ ਉਲਟਾ ਇਹਨਾਂ ਸਿਸਕੀਆਂ ਵਿੱਚੋਂ ਉਹਨੂੰ ਕਿਸੇ ਸ਼ੈਤਾਨੀ ਚਾਲ ਦਾ ਝਾਵਲਾ ਪੈਣ ਲੱਗਾ। ਉਦਾਂ ਹੀ ਭਰੀ ਪੀਤੀ ਬੋਲੀ, ਨੈਣ ਮਟਕਾ ਮਟਕਾ ਕੇ ਨਾ ਦੱਸ, ਮੈਂ ਕੋਈ ਅਣਜਾਣੀ ਬਾਲੜੀ ਨਹੀਂ। ਜਿਹੜੀਆਂ ਗੱਲਾਂ ਤੇਰੇ ਦਿਲ ਵਿੱਚ ਨੇ ਉਹ ਮੇਰੇ ਨੋਹਾਂ 'ਚ ਨੇ। ਇਹ ਰੱਜ ਹਾਣ ਤੇ ਕੁੱਦ ਹਾਣ ਐਵੇਂ ਨਹੀਂ ਆਉਂਦਾ ਹੁੰਦਾ। ਕੋਈ ਵਰੇ ਛਮਾਈਆਂ ਤੇ ਨਹੀਂ ਹੋ ਗਏ। ਅਜੇ ਕੱਲ੍ਹ ਦੀ ਗੱਲ ਹੈ, 20 30 ਬਾਲਟੀਆਂ ਪਾਣੀ ਦੀਆਂ ਹੱਥੀਂ ਗੇੜ ਕੇ ਲਿਆਉਂਦੀ ਸੀ ਤੇ ਫਿਰ ਪੈਰਾਂ ਬੱਧੀ ਮੈਲ ਨਾਲ ਮੈਲ ਹੋਈ ਰਹਿੰਦੀ ਸੀ। ਉਦੋਂ ਤੇ ਤੈਨੂੰ ਮੂਲ ਨਾ ਥਕੇਵਾਂ ਚੜਿਆ। ਅੱਜ ਮਟਕੋ ਤੋਂ ਜਾ ਕੇ 4 ਫੁਲਕੇ ਨਹੀਂ ਸੇਕੇ ਜਾਂਦੇ। ਇਹ ਲੱਛਣ ਕੋਈ ਧੀਆਂ ਭੈਣਾਂ ਦੇ ਨੇ, ਯਾਦ ਰੱਖੀ। ਪਰ ਮੇਰੀ ਗੱਲ, ਕੀੜਿਆਂ ਨੂੰ ਜਦੋਂ ਖੰਭ ਲੱਗ ਪੈਂਦੇ ਨੇ ਉਦੋਂ ਮੌਤ ਉਹਨਾਂ ਸਾਹਮਣੇ ਆ ਖਲੋਂਦੀ ਹੁੰਦੀ ਹੈ। ਜਵਾਬ 'ਚ ਸ਼ਸ਼ੀ ਕੁਛ ਨਾ ਬੋਲੀ। ਛੁੱਟ ਹਟਕੋਰਿਆਂ ਤੋਂ ਜਿਹੜੇ ਜਿਉਂ-ਜਿਉਂ ਉੱਚੇ ਹੁੰਦੇ ਗਏ, ਸ਼ਾਮਾਂ ਦੇ ਗੁੱਸੇ 'ਚ ਵਾਧਾ ਹੀ ਕਰਦੇ ਗਏ। ਦੁਨੀਆ ਦਾ ਜਿਵੇਂ ਢਾਂਚਾ ਹੀ ਬਦਲ ਗਿਆ ਇੱਕਦਮ। ਉਸ ਤੋਂ ਬਾਅਦ ਸ਼ਸ਼ੀ ਕੰਮ ਤੇ ਨਹੀਂ ਗਈ। ਇੱਥੋਂ ਤੱਕ ਕਿ ਤਨਖਾਹ ਦੇ ਜਿਹੜੇ ਥੋੜ੍ਹੇ ਬਹੁਤ ਪੈਸੇ ਉਹਦੇ ਬਾਕੀ ਸਨ ਉਹ ਵੀ ਲੈਣ ਨਹੀਂ ਗਈ। ਛੇਕੜ ਉਹਨੂੰ ਉਸੇ ਮਾਈ ਦਾ ਚੇਤਾ ਆਇਆ ਜਿਹਨੇ ਉਹਨੂੰ ਨੌਕਰ ਰਖਾਇਆ ਸੀ। ਪਰ 1000 ਢੂੰਡ ਭਾਲ ਕਰਨ ਤੇ ਵੀ ਉਹ ਬੁੱਢੀ ਫਾਂਫਾਂ ਦੀ ਕੋਈ ਸੂਹ ਉਹਨੂੰ ਨਾ ਮਿਲ ਸਕੀ। ਸ਼ਾਮਾ ਬਥੇਰੀ ਚੀਖੀ ਚਲਾਈ ਕਿ ਹੋਰ ਨਹੀਂ ਤਾਂ ਆਪਣੀ ਮਿਹਨਤ ਦੀ ਮਜ਼ਦੂਰੀ ਤਾਂ ਲੈ ਆਵੇ ਜਾ ਕੇ, ਪਰ ਸ਼ਸ਼ੀ ਨੇ ਮੁੜ ਸੇਠ ਦੇ ਘਰ ਵੱਲ ਮੂੰਹ ਨਹੀਂ ਕੀਤਾ। ਦੋਵਾਂ ਮਾਵਾਂ ਧੀਆਂ 'ਚ ਤਣਾਅ ਵੱਧਦਾ ਹੀ ਚਲਾ ਗਿਆ। ਗੁੱਸੇ 'ਚ ਆ ਕੇ 1-2 ਡੰਗ ਦੋਵਾਂ ਮਾਵਾਂ ਧੀਆਂ ਨੇ ਅੰਨ ਨੂੰ ਨਹੀਂ ਛੋਇਆ, ਪਰ ਆਦਮੀ ਅੰਨ ਦਾ ਕੀੜਾ ਹੈ, ਕਿੰਨੇ ਕੁ ਡੰਗ ਨਿਰਾਹਾਰ ਰਹਿ ਸਕਦਾ। ਝੱਕ ਮਾਰ ਕੇ ਦੋਹਾਂ ਨੂੰ ਹੱਥ ਛੱਡਣਾ ਪਿਆ। 2-4 ਦਿਨ ਹੋਰ ਬੀਤ ਗਏ। ਘਰ 'ਚ ਪੈਸੇ ਦੀ ਸ਼ਕਲ ਦੇਖਣੀ ਦੁੱਭਰ ਹੋ ਗਈ। ਕਿਸੇ ਤਰ੍ਹਾਂ ਲੜ ਘੁਲ ਕੇ ਇੱਕ ਵਾਰੀ ਰਾਸ਼ਨ ਲਿਆਂਦਾ ਗਿਆ, ਪਰ ਦੂਜੇ ਹਫ਼ਤੇ ਦਾ ਰਾਸ਼ਨ ਨਹੀਂ ਆ ਸਕਿਆ। ਉਧਰ ਪ੍ਰਬੋਧ ਦੀ ਹਾਲਤ ਫਿਰ ਵਿਗੜਨੀ ਸ਼ੁਰੂ ਹੋ ਗਈ। ਉਸ ਵਿਚਾਰੇ ਲਈ ਖੁਰਾਕ ਜਾਂ ਟੌਨਿਕ ਦੀ ਬੋਤਲ ਤੱਕ ਕਿਤੇ ਰਹੀ। ਸੁੱਕੀ ਰੋਟੀ ਦਾ ਵੀ ਝੋਰਾ ਪੈ ਗਿਆ। ਗੁੱਸੇ ਰੋਸੇ ਦਾ ਹਥਿਆਰ ਜਦ ਨਾਕਾਮ ਰਿਹਾ, ਸ਼ਾਮਾ ਨੇ ਮੁੜ ਪਿਆਰ ਦਾ ਮੰਤਰ ਪੜ੍ਹਨਾ ਸ਼ੁਰੂ ਕੀਤਾ। ਸ਼ਸ਼ੀ ਨੂੰ ਧੀਏ ਬੱਚੀਏ ਆਖ ਉਹਨੇ ਪੁਚਕਾਰਿਆ। ਰੱਬ ਤੋਂ ਬਾਅਦ ਨਿੱਕੇ ਭਰਾ ਦੇ ਵਾਸਤੇ ਪਾਪਾ ਕੇ ਕਿਹਾ ਕਿ ਜਾ ਕੇ ਤਨਖਾਹ ਦੇ ਪੈਸੇ ਲੈ ਆਵੇ। ਭਾਵੇਂ ਸ਼ਿਆਮਾ ਤੁਰਨ ਫਿਰਨ ਜੋਗੀ ਨਹੀਂ ਸੀ, ਫਿਰ ਵੀ ਉਹ ਉਹਦੇ ਨਾਲ ਜਾਣ ਲਈ ਤਿਆਰ ਹੋ ਕੇ ਬੋਲੀ, ਜੇ ਤੂੰ ਇਕੱਲੀ ਨਹੀਂ ਜਾਣਾ ਚਾਹੁੰਦੀ ਤਾਂ ਮੈਨੂੰ ਥੰਮ ਥਮਾ ਕੇ ਨਾਲ ਲੈ ਚੱਲ। ਪਰ ਸ਼ਸ਼ੀ ਨਹੀਂ ਮੰਨੀ। ਛੇਕੜ ਸ਼ਿਆਮਾ ਨੇ ਇੱਥੋਂ ਤੱਕ ਵਾਸਤਾ ਪਾਇਆ ਕਿ ਅੱਛਾ ਮੈਨੂੰ ਹੀ ਉਹਦੇ ਘਰ ਦਾ ਪਤਾ ਠਿਕਾਣਾ ਦੱਸ ਦੇ, ਮੈਂ ਇਕੱਲੀ ਔਖੀ ਸੌਖੀ ਹੋ ਕੇ ਚਲੀ ਜਾਵਾਂਗੀ। ਪਰ ਸ਼ਸ਼ੀ ਦੀ ਹੱਠ ਧਰਮੀ ਦਾ ਕੋਈ ਕੀ ਕਰੇ। ਉਹ ਘਰ ਦਾ ਪਤਾ ਦੱਸਣ ਤੇ ਰਜ਼ਾਮੰਦ ਨਾ ਹੋਈ। ਮਾਂ ਨੇ ਬਥੇਰਾ ਡਰਾਇਆ ਕਿ ਉਹਦੀ ਇਸ ਬੇਮਰਵਤੀ ਦਾ ਫਲ ਰੂਪ ਭੁੱਖਿਆ ਮਰਨ ਦੀ ਨੌਬਤ ਆ ਜਾਏਗੀ, ਪਰ ਸ਼ਸ਼ੀ ਨੇ ਸਾਫ਼ ਕਹਿਤਾ, ਮਰਦੇ ਨੇ ਤਾਂ ਮਰ ਜਾਣ ਸਾਰੇ, ਮੈਥੋਂ ਕੁਛ ਨਹੀਂ ਹੋ ਸਕਦਾ। ਹਾਰ ਕੇ ਸ਼ਿਆਮਾ ਨੇ ਇੱਥੋਂ ਤੱਕ ਕਹਿਤਾ, ਅੱਛਾ ਤੇਰੀ ਮੰਨ ਲਈ, ਪਰ ਹੋਰ ਜੇ ਤੇਥੋਂ ਕੁਝ ਨਹੀਂ ਸਰਦਾ ਤਾਂ ਉਹੀ ਪਹਿਲਾਂ ਵਾਲਾ ਕੰਮ ਸ਼ੁਰੂ ਕਰ ਦੇ, ਕੱਪੜੇ ਧੋਣ ਵਾਲਾ। ਪਰ ਸ਼ਸ਼ੀ ਨੇ ਸਾਫ਼ ਇਨਕਾਰ ਕਰਤਾ। ਕੱਪੜੇ ਧੋਣ ਵਾਲਾ ਰਸਤਾ ਵੀ ਤਾਂ ਉਹ ਆਪਣੇ ਹੱਥੀਂ ਬੰਦ ਕਰ ਆਈ ਸੀ। ਇੱਧਰ ਇੱਥੋਂ ਤੱਕ ਨੌਬਤ ਆ ਗਈ ਤੇ ਦੂਜੇ ਪਾਸੇ ਮਹੱਲੇ ਸਾਰੇ 'ਚ ਇਸ ਘਰ ਨਾਲ ਨਾ ਕੇਵਲ ਕਿਸੇ ਦੀ ਸਾਂਝ ਵਰਤੋਂ ਖਤਮ ਹੋ ਗਈ, ਸਗੋਂ ਵਿੱਚ ਵਿੱਚ ਇਸ ਤਰ੍ਹਾਂ ਦੀ ਕੁਸਰ ਮੁਸਰ ਵੀ ਹੋਣ ਲੱਗ ਪਈ ਕਿ ਇਹ ਘਰ ਤੇ ਹੁਣ ਪੂਰਾ ਕੋਠੀ ਖਾਨਾ ਬਣ ਗਿਆ। ਰੋਜ਼ 2 ਵੇਲੇ ਜਿਹੜੀ ਸੱਜ ਧੱਜ ਕੇ ਜਾਂਦੀ ਹੈ ਤੇ ਹਰ ਵਾਰੀ ਆਉਂਦੀ ਹੋਈ ਥਾਲਾਂ ਦੇ ਥਾਲ ਕੱਜ ਕੇ ਲਿਆਉਂਦੀ ਹੈ, ਇਹਦਾ ਮਤਲਬ ਬਿਨਾਂ ਅਭਿਸਾਰਕਾ ਹੋਣੇ ਤੋਂ ਹੋਰ ਕੀ ਹੋ ਸਕਦਾ ਹੈ। ਤੇ ਜੇ ਕੋਈ ਮੂੰਹ ਪਾੜ ਕੇ ਮਾਂ ਨੂੰ ਜਾਂ ਧੀ ਨੂੰ ਕੁਝ ਕਹਿੰਦਾ ਤਾਂ ਉਹ ਅੱਗੋਂ ਸ਼ੀਂਹ ਖੋਖਰ ਹੋ ਕੇ ਪੈਂਦੀਆਂ, ਜਿਸ ਕਰਕੇ ਉਹਨਾਂ ਦੇ ਕਪੱਤ ਤੋਂ ਸਾਰੇ ਡਰਨ ਲੱਗ ਪਏ ਸਨ।
ਵਿੱਚੋਂ ਕਈਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਮਹੱਲਾ ਤਾਂ ਹੁਣ ਸ਼ਰੀਫਾਂ ਦੇ ਰਹਿਣ ਲਾਇਕ ਨਹੀਂ, ਜਾਂ ਤਾਂ ਧੀਆਂ ਭੈਣਾਂ ਵਾਲੇ ਇਸ ਮਹੱਲੇ ਚੋਂ ਨਿਕਲ ਜਾਣ ਤੇ ਜਾਂ ਇਹ ਕੰਜਰਖਾਨਾ ਇੱਥੋਂ ਚੱਕਿਆ ਜਾਣਾ ਚਾਹੀਦਾ ਹੈ। ਤੇ ਹੋਰ ਪਤਾ ਨਹੀਂ ਕੀ ਕੀ ਮਤੇ ਪੱਕਦੇ ਰਹਿੰਦੇ ਦਿਨ ਰਾਤ। ਪ੍ਰਬੋਧ ਭਾਵੇਂ ਉਮਰੋਂ ਛੋਟਾ ਸੀ, ਪਰ ਹੈ ਸੀ ਤਾਂ ਪੱਕਾ ਪੀਠਾ। ਉਸ ਘਰ ਦੀ ਹਾਲਤ ਤੋਂ ਅਣਜਾਣ ਨਹੀਂ ਸੀ। ਫਿਰ ਉੱਤੋਂ ਦਿਨ ਰਾਤ ਦਾ ਘਰ ਚ ਕਲੇਸ਼, ਇਹ ਨਿੱਤ ਦੀ ਲਹੂ ਪੀਣੀ ਚਿੰਤਾ ਦਿਨੋਂ ਦਿਨ ਉਸਦੇ ਦਿਲ ਨੂੰ ਖਾਈ ਜਾਂਦੀ ਸੀ। ਪਿਛਲੇ ਦਿਨੀ ਜਿਹੜਾ ਉਹਦੀ ਸਿਹਤ 'ਚ ਥੋੜ੍ਹਾ ਬਹੁਤ ਮੋੜਾ ਪਿਆ ਸੀ, ਉਹ ਨਾ ਕੇਵਲ ਰੁਕ ਗਿਆ, ਬਿਮਾਰੀ ਉਹਦੇ ਪਹਿਲਾਂ ਨਾਲੋਂ ਵੀ ਖਤਰਨਾਕ ਸ਼ਕਲ ਫੜ ਗਈ। ਨਾਲ ਹੀ ਉਹਨੂੰ ਸਖਤ ਕਿਸਮ ਦਾ ਬੁਖਾਰ ਵੀ ਸ਼ੁਰੂ ਹੋ ਗਿਆ, ਜਿਹਨੂੰ ਪਹਿਲਾਂ ਤਾਂ ਮਲੇਰੀਆ ਖਿਆਲ ਕੀਤਾ ਗਿਆ, ਪਰ ਮਲੇਰੀਏ ਤੋਂ ਵਿਗੜ ਕੇ ਉਹ ਟਾਈਫਾਇਡ ਦੀ ਸ਼ਕਲ 'ਚ ਵੱਟ ਗਿਆ। ਤੇ ਕੱਲ ਸ਼ਾਮੀ ਜਦੋਂ ਮੁੰਡੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਮਾਵਾਂ ਧੀਆਂ ਘਬਰਾ ਉੱਠੀਆਂ। ਭਾਵੇਂ ਮੁੰਡਾ ਵੀ ਹੱਥੋਂ ਗਿਆ। ਸਾਰੀ ਰਾਤ ਦੋਵੇਂ ਵਿਚਾਰੀਆਂ ਭੁੱਖਣ ਪਾਣੀਆਂ ਉਸ ਤੇ ਝੁਕੀਆਂ ਰਹੀਆਂ ਤੇ ਬਾਰ-ਬਾਰ ਠੰਡੇ ਪਾਣੀ ਦੀ ਟਕੋਰ ਉਹਦੇ ਮੱਥੇ ਤੇ ਕਰਦੀਆਂ ਰਹੀਆਂ, ਪਰ ਬੁਖਾਰ 'ਚ ਕੋਈ ਫਰਕ ਨਾ ਪਿਆ। ਪ੍ਰਬੋਧ ਦਾ ਸਰੀਰ ਅੱਗ ਵਾਂਗ ਭਖ ਰਿਹਾ ਸੀ। ਮਾਵਾਂ ਧੀਆਂ ਨੂੰ ਅੰਨ ਦਾ ਭੋਰਾ ਮੂੰਹ ਪਾਇਆ 2 ਡੰਗ ਹੋ ਗਏ ਸਨ। ਪ੍ਰਬੋਧ ਦੀ ਚਿੰਤਾ ਨੇ ਉਹਨਾਂ ਦੀ ਭੁੱਖ ਜਿਵੇਂ ਮੁਕਾਈ ਦਿੱਤੀ ਸੀ। ਸ਼ਾਮਾ ਭਾਵੇਂ ਚਿਰਾਂ ਤੋਂ ਦੁੱਖਾਂ ਮੁਸੀਬਤਾਂ ਦੇ ਭੱਠ 'ਚ ਭੁੱਜਦੀ ਆਈ ਸੀ, ਪਰ ਅੱਜ ਵਰਗੀ ਹਾਲਤ ਉਹਦੀ ਪਹਿਲਾਂ ਕਦੀ ਨਹੀਂ ਸੀ ਹੋਈ। ਘਰ 'ਚ ਨਾ ਤਾਂ ਇੱਕ ਪੈਸਾ ਮੌਜੂਦ ਸੀ, ਨਾ ਹੀ ਇੱਕ ਮੁੱਠ ਆਟਾ। ਗੁਆਂਢੀ ਸਭ ਉਹਨਾਂ ਦੇ ਪਰਛਾਵੇਂ ਤੋਂ ਉਤਰਦੇ ਸਨ। ਕਿਸੇ ਉੱਤੇ ਸਵਾਲ ਪਾਵੇ ਤਾਂ ਕੀਕਣ ਪਾਵੇ। ਇੰਨੀ ਮੁੱਦਤ ਤੋਂ ਇਸ ਘਰ 'ਚ ਬਿਮਾਰੀ ਬੜੀ ਸੀ। ਕਦੀ ਕੋਈ ਗੁਆਂਢੀ ਝੂਠੀ ਸੱਚੀ ਬਿਮਾਰ ਪੁਰਸੀ ਲਈ ਵੀ ਤਾਂ ਉਹਨਾਂ ਦੇ ਘਰ ਤੀਕ ਨਹੀਂ ਸੀ ਆਇਆ। ਦਿਨ ਚੜ੍ਹਦਿਆਂ ਤੀਕ ਮੁੰਡੇ ਦੀ ਹਾਲਤ ਹੋਰ ਵੀ ਖਰਾਬ ਹੋ ਗਈ। ਉਹਦੀਆਂ ਅੱਖਾਂ ਇੱਕੋ ਰਾਤ 'ਚ ਕਿੰਨੀਆਂ ਅੰਦਰ ਨੂੰ ਖਿੱਚੀਆਂ ਗਈਆਂ। ਵੇਖ ਕੇ ਮਾਵਾਂ ਧੀਆਂ ਡਰ ਗਈਆਂ। ਸ਼ਸ਼ੀ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ। ਉਹ ਅੱਬੜਵਾਈ ਉੱਠ ਕੇ ਹਸਪਤਾਲ ਵੱਲ ਭੱਜੀ ਤੇ ਜਾ ਕੇ ਡਾਕਟਰ ਅੱਗੇ ਗਿੜਗੜਾਉਣ ਲੱਗੀ, ਡਾਕਟਰ ਜੀ, ਮੇਰਾ ਭਰਾ ਸਖਤ ਬਿਮਾਰ ਏ, ਪਰਮਾਤਮਾ ਦੇ ਵਾਸਤੇ ਉਹਨੂੰ ਚੱਲ ਕੇ ਵੇਖੋ ਜ਼ਰਾ। ਅਖਾਣ ਹੈ, ਸਿਪਾਹੀਆ ਲੜੇਗਾ। ਉਸ ਆਖਿਆ, ਸਾਡਾ ਹੋਰ ਕੰਮ ਕੀ ਏ। ਆਮ ਤੌਰ ਤੇ ਡਾਕਟਰਾਂ ਦੀ ਵੀ ਬਿਲਕੁਲ ਇਹੋ ਹਾਲਤ ਹੁੰਦੀ। ਮਰੀਜ਼ ਨੂੰ ਵੇਖਣ ਦਾ ਬੁਲਾਵਾ ਉਹਨਾਂ ਦੀ ਭਾਣੇ ਖੁਸ਼ਕਿਸਮਤੀ ਦਾ ਬੁਲਾਵਾ ਹੁੰਦਾ। ਖਰਾਇਤੀ ਹਸਪਤਾਲ ਦਾ ਇਹ ਡਾਕਟਰ ਭਾਵੇਂ ਨਾਂ ਦਾ ਹੀ ਡਾਕਟਰ ਸੀ, ਜਿਸ ਕਰਕੇ ਨਗਰ ਸਭਾ ਵੱਲੋਂ ਕੁੱਲ 50 ਰੁਪਏ ਨੂੰ ਤਨਖਾਹ ਮਿਲਦੀ ਸੀ, ਪਰ ਕੇਵਲ ਬੁਲਾਵਿਆਂ ਦੀ ਬਰਕਤ ਨਾਲ ਹੀ ਉਹ ਮਹੀਨੇ 'ਚ 250-300 ਦੇ ਸਿਰ ਚੜ੍ਹ ਜਾਂਦਾ ਸੀ। ਬੁਲਾਵੇ ਨੂੰ ਸੁਣ ਕੇ ਪਹਿਲਾਂ ਤਾਂ ਡਾਕਟਰ ਦੇ ਦਿਲ ਨੂੰ ਖੁਸ਼ੀ ਹੋਈ, ਪਰ ਸ਼ਸ਼ੀ ਦੇ ਸ਼ਬਦਾਂ 'ਚ ਜਿਵੇਂ ਹੀ ਉਹਨੇ ਪਰਮਾਤਮਾ ਦਾ ਨਾਂ ਸੁਣਿਆ, ਉਹਦੀ ਖੁਸ਼ੀ ਸਾਰੀ ਕਿਰਕਰੀ ਹੋ ਗਈ। ਉਹਨੂੰ ਪਤਾ ਸੀ ਪਰਮਾਤਮਾ ਦਾ ਇਹ ਨੈਸ਼ ਨਾਂ ਉਸ ਲਈ ਕਿਸੇ ਵਕਾਰ ਦਾ ਹੀ ਸੂਚਕ ਸੀ। ਨਾਲੇ ਸ਼ਸ਼ੀ ਦੇ ਰੁਲੇ ਖੁਲੇ ਪਹਿਰਾਵੇ ਤੋਂ ਵੀ ਉਹ ਸਮਝ ਗਿਆ ਕਿ ਇਹਨਾਂ ਤਿਲਾਂ 'ਚ ਤੇਲ ਨਹੀਂ। ਬੋਲਿਆ, ਕਿੱਥੇ ਜਾਣਾ ਬੀਬੀ ਜੀ? ਰਿਫਿਊਜੀ ਕੈਂਪ ਦੇ ਲਾਗੇ। ਤੁਸੀਂ ਰਿਫਿਊਜੀ ਹੋ? ਹਾਂ। ਮੈਂ ਸ਼ਹਿਰੀਆਂ ਕੋਲੋਂ 5 ਰੁਪਏ ਫੀਸ ਲੈਣਾ ਹੁੰਦਾ ਬੀਬੀ, ਪਰ ਰਿਫਿਊਜੀਆਂ ਪਾਸੋਂ 2 ਰੁਪਏ। ਡਾਕਟਰ ਨੇ ਆਪਣੀ ਉਦਾਰਤਾ ਦਿਖਾਉਂਦਿਆਂ ਸੁਣੌਤ ਸੁੱਟੀ। ਪਰ ਡਾਕਟਰ ਜੀ, ਸ਼ਸ਼ੀ ਨਿਮਾਣਾ ਜਿਹਾ ਮੂੰਹ ਬਣਾ ਕੇ ਬੋਲੀ, ਸਾਡੇ ਕੋਲ ਤੇ ਇਸ ਵੇਲੇ ਪੈਸਾ ਕੋਈ ਨਹੀਂ। ਡਾਕਟਰ ਜੀ, 1-2 ਦਿਨਾਂ ਤੱਕ ਫੀਸ ਪਹੁੰਚਾ ਦਿਆਂਗੇ। ਅੱਛਾ। ਢਿੱਲੇ ਜਿਹੇ ਲਹਿਜੇ 'ਚ ਡਾਕਟਰ ਦੇ ਮੂੰਹ ਨਿਕਲਿਆ ਤੇ ਫਿਰ ਥੋੜ੍ਹਾ ਚਿਰ ਸੋਚ ਕੇ ਬੋਲਿਆ, ਅੱਛਾ ਚੱਲ ਤੂੰ, ਮੈਂ ਮਰੀਜ਼ਾਂ ਨੂੰ ਤੋਰ ਕੇ ਆਉਣਾ ਵਾਂ। ਸ਼ਸ਼ੀ ਨੇ ਕਹਿਣਾ ਚਾਹਿਆ ਕਿ ਡਾਕਟਰ ਜੀ, ਤੁਹਾਡੇ ਸਾਰੇ ਮਰੀਜ਼ਾਂ ਨਾਲੋਂ ਮੇਰੇ ਵੀਰ ਦੀ ਜਾਨ ਜ਼ਿਆਦਾ ਕੀਮਤੀ ਹੈ, ਪਰ ਉਹ ਕੁਝ ਨਾ ਬੋਲ ਸਕੀ। ਕੇਵਲ ਹੱਥ ਜੋੜ ਕੇ ਇੰਨਾ ਹੀ ਕਹਿੰਦੀ ਹੋਈ ਪਿੱਛਲ ਪੈਰੀ ਦੌੜ ਗਈ। ਡਾਕਟਰ ਜੀ, ਮੇਰੇ ਭਰਾ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਜਾਂਦੀ ਹੈ, ਜੇ ਜ਼ਰਾ ਮਿਹਰਬਾਨੀ ਕਰ ਸਕੋ। ਡਾਕਟਰ ਨੇ 2 ਪੋਟਿਆਂ ਦੀ ਜ਼ਬਾਨ ਹਿਲਾਉਣ ਦੀ ਥਾਂ ਘੜੇ ਜਿੱਡਾ ਸਿਰ ਹਿਲਾ ਦਿੱਤਾ। ਪਰ ਜਦ ਅੱਧੇ ਘੰਟੇ ਦੀ ਉਡੀਕ ਤੋਂ ਬਾਅਦ ਵੀ ਡਾਕਟਰ ਦੀ ਆਮਦ ਨਾ ਹੋਈ ਤਾਂ ਫਿਰ ਹਸਪਤਾਲ ਵੱਲ ਭੱਜੀ ਗਈ। ਐਤਕੀ ਡਾਕਟਰ ਝੁੰਝਲਾ ਕੇ ਉਸਨੂੰ ਕਿਹਾ, ਬੀਬੀ, ਸਰਕਾਰੀ ਨੌਕਰੀ ਹੈ ਕੋਈ, ਮਖੌਲ ਤੇ ਨਹੀਂ, ਵਿਹਲਾ ਹੋ ਕੇ ਆਵਾਂਗਾ, ਤੈਨੂੰ ਜੋ ਕਿਹਾ। ਫਿਰ ਕੁਝ ਕਹਿਣ ਦੀ ਸ਼ਸ਼ੀ ਜੁਰਤ ਨਹੀਂ ਕਰ ਸਕੀ। ਇਸੇ ਤਰ੍ਹਾਂ ਉੱਪਰੋਂ ਥੱਲੇ ਉਹਨੇ 3-4 ਫੇਰੇ ਪਾਏ, ਪਰ ਹਰ ਵਾਰੀ ਝਿੜਕਾਂ ਤੋਂ ਛੁੱਟ ਹੋਰ ਉਹਦੇ ਪੱਲੇ ਕੁਝ ਨਾ ਪਿਆ। ਤੇ ਜਦ 5ਵੀਂ ਵਾਰੀ ਗਈ ਤਾਂ ਹਸਪਤਾਲ ਦੇ ਬੂਹੇ ਨੂੰ ਜੰਦਾ ਵੱਜਾ ਹੋਇਆ ਸੀ ਤੇ ਡਾਕਟਰ। ਸਾਰੀ ਦਿਹਾੜੀ ਸ਼ਸ਼ੀ ਨੇ ਏਦਾਂ ਹੀ ਅੱਡੀ ਟੱਪਾ ਕਰਦਿਆਂ ਗੁਜ਼ਾਰਤੀ। ਨਾ ਕੋਈ ਡਾਕਟਰ ਬੋੜਿਆ, ਨਾ ਹਕੀਮ। ਪ੍ਰਬੋਧ ਦੀ ਹਾਲਤ ਹੁਣ ਦਵਾ ਦਾਰੂ ਦੀ ਹੱਦ ਤੋਂ ਲਗਭਗ ਲੰਘ ਚੁੱਕੀ ਸੀ। ਚੁੱਲ੍ਹੇ 'ਚ ਧੂੰਆਂ ਧੁਖੇ ਨੂੰ ਤੀਜਾ ਡੰਗ ਹੋ ਚੱਲਿਆ ਸੀ। ਦੋਵੇਂ ਮਾਵਾਂ ਧੀਆਂ ਖਾਲੀ ਪੇਟ ਬੱਚੇ ਦੀ ਤੀਮਾਰਦਾਰੀ 'ਚ ਲੱਗੀਆਂ ਸਨ, ਪਰ ਬਿਨਾਂ ਦਵਾ ਦਾਰੂ ਤੋਂ ਨਿਰਾ ਤੀਮਾਰਦਾਰੀ ਕੀ ਸਵਾਰ ਸਕਦੀ ਸੀ। ਸ਼ਾਮ ਪੈ ਗਈ, ਉਸ ਤੋਂ ਬਾਅਦ ਸੰਧਿਆ, ਉਸ ਤੋਂ ਬਾਅਦ ਪਹਾੜ ਜਿੱਡੀ ਰਾਤ ਫਿਰ ਸਿਰ ਤੇ ਆ ਪਹੁੰਚੀ।
ਦੋ ਮਾਵਾਂ ਧੀਆਂ ਦੀ ਘਬਰਾਹਟ ਹੁਣ ਓੜਕ ਬੰਨੇ ਤੇ ਪੁੱਜ ਚੁੱਕੀ ਸੀ। ਪ੍ਰਬੋਧ ਪੱਥਰ ਦਾ ਪੱਥਰ ਹੋਇਆ ਪਿਆ ਸੀ। ਪਾਣੀ ਦਾ ਚਮਚਾ ਵੀ ਉਹਦੇ ਗਲੇ ਤੋਂ ਹੇਠਾਂ ਨਹੀਂ ਉਤਰ ਸਕਦਾ ਸੀ। ਸ਼ਾਮਾਂ ਤੇ ਸ਼ਸ਼ੀ ਦੀਆਂ ਅੱਖਾਂ ਤੋਂ ਗੰਗਾ ਜਮਨਾ ਵਹਿ ਰਹੀ ਸੀ। ਸ਼ਸ਼ੀ ਨੇ ਇੱਕ ਵਾਰੀ ਮਾਂ ਵੱਲ ਤੱਕਿਆ ਤੇ ਇੱਕ ਵਾਰੀ ਪ੍ਰਬੋਧ ਵੱਲ, ਫਿਰ ਕਿੰਨੇ ਚਿਰ ਉਹ ਕਿਸੇ ਖਿਆਲ ਦੀ ਗਹਿਰਾਈ 'ਚ ਗੁਆਚੀ ਰਹੀ। ਥੋੜ੍ਹੀ ਦੇਰ ਬਾਅਦ ਇੱਕਦਮ ਜਿਵੇਂ ਕੋਈ ਸੁੱਤਾ ਸੁੱਤਾ ਡਰ ਕੇ ਤਰਬਕ ਉੱਠਿਆ ਹੋਵੇ, ਉੱਠ ਕੇ ਖੜੀ ਹੋ ਗਈ। ਮਾਂ ਨੂੰ ਕਹਿਣ ਲੱਗੀ, ਅੰਮੀ ਮੈਂ ਜਾਨੀ ਹਾਂ, ਆਪਣੀ ਮਾਲਕਣ ਵੱਲ। ਤੇ ਬਿਨਾਂ ਖਿਆਲ ਕੀਤਿਆਂ ਕਿ ਮਾਂ ਨੇ ਉਹਦੀ ਗੱਲ ਦਾ ਕੀ ਜਵਾਬ ਦਿੱਤਾ, ਉਹ ਲੱਤਾਂ ਨਾਲ ਤੁਰ ਕੇ ਨਹੀਂ, ਜਿਵੇਂ ਖੰਭਾਂ ਨਾਲ ਉੱਡਦੀ ਹੋਈ ਸੇਠ ਜੀ ਦੇ ਮਕਾਨ ਵੱਲ ਜਾ ਰਹੀ ਸੀ। ਇਸ ਤੋਂ ਕੋਈ 1 ਘੰਟਾ ਬਾਅਦ ਸਾਹਮਣੀ ਸੜਕ ਉੱਤੇ ਕਾਰ ਆ ਕੇ ਰੁਕੀ, ਜਿਸ ਚੋਂ ਸ਼ਹਿਰ ਦਾ ਉੱਘਾ ਡਾਕਟਰ ਸ਼ੰਕਰ ਰਾਓ MBBS ਉਤਰਿਆ, ਜਿਸ ਤੋਂ ਬਾਅਦ ਉਹਦਾ ਕੰਪਾਊਂਡਰ ਤੇ ਉਸ ਤੋਂ ਬਾਅਦ ਸ਼ਸ਼ੀ ਉਤਰੀ। ਆਉਂਦਿਆਂ ਹੀ ਡਾਕਟਰ ਨੇ ਬੜੇ ਧਿਆਨ ਤੇ ਲੰਮੀ ਚੌੜੀ ਘੋਖ ਨਾਲ ਰੋਗੀ ਦੀ ਦੇਖਭਾਲ ਕੀਤੀ। ਫਿਰ ਕੰਪਾਊਂਡਰ ਦੀ ਮਦਦ ਨਾਲ ਉਹਨੇ ਇੰਜੈਕਸ਼ਨ ਦਿੱਤਾ। ਕਾਫੀ ਚਿਰ ਮਰੀਜ਼ ਪਾਸ ਬਿਤਾਉਣ ਤੋਂ ਬਾਅਦ ਡਾਕਟਰ ਇਹ ਕਹਿੰਦਾ ਹੋਇਆ ਕਾਰ ਵੱਲ ਮੁੜਿਆ, ਫਿਕਰ ਵਾਲੀ ਕੋਈ ਗੱਲ ਨਹੀਂ, ਮੇਰਾ ਕੰਪਾਊਂਡਰ ਰਾਤੀ ਇੱਕ ਵਾਰੀ ਫੇਰ ਇੰਜੈਕਸ਼ਨ ਲਾ ਜਾਏਗਾ ਤੇ ਸਵੇਰੇ ਮੈਂ ਆ ਪਾਵਾਂਗਾ। ਉਮੀਦ ਹੈ ਸਵੇਰ ਤੱਕ ਬੁਖਾਰ ਕਾਫੀ ਹਲਕਾ ਹੋ ਜਾਏਗਾ। ਇਸ ਅਨੋਖੇ ਕੌਤਕ ਨੂੰ ਵੇਖ ਕੇ ਸ਼ਾਮਾ ਸਖਤੇ 'ਚ ਆ ਗਈ। ਕਿੱਥੇ ਤਾਂ ਇੱਕ ਅਦਨਾ ਜਿਹਾ ਨਗਰ ਸਭੀਆ ਡਾਕਟਰ ਅੱਧੀ ਦਰਜਨ ਫੇਰੇ ਪਾਉਣ ਤੋਂ ਬਾਅਦ ਵੀ ਨਹੀਂ ਸੀ ਆਇਆ। ਕਿਤੇ 50 ਰੁਪਏ ਫੀਸ ਲੈਣ ਵਾਲਾ ਸਾਰੇ ਸ਼ਹਿਰ ਦਾ ਮਸ਼ਹੂਰ ਡਾਕਟਰ ਸਣੇ ਕੰਪਾਊਂਡਰ ਦੇ ਫਿਰ ਆਪਣੀ ਕਾਰ ਤੇ ਚੜ੍ਹ ਕੇ ਉਹਦੇ ਘਰ ਆਇਆ। ਡਾਕਟਰ ਜਿੰਨਾ ਚਿਰ ਉੱਥੇ ਮੌਜੂਦ ਰਿਹਾ, ਸ਼ਾਮਾ ਬਰਾਬਰ ਇਸੇ ਬਾਰੇ ਸੋਚਦੀ ਰਹੀ। ਉਹ ਜਲਦੀ ਤੋਂ ਜਲਦੀ ਸ਼ਸ਼ੀ ਪਾਸੋਂ ਪੁੱਛਣਾ ਚਾਹੁੰਦੀ ਸੀ, ਕਿਵੇਂ ਸਾਨੂੰ ਪਰਮਾਤਮਾ ਥੰਮ 'ਚੋਂ ਬੋੜ ਪਿਆ। ਤੇ ਜਦ ਡਾਕਟਰ ਚਲਾ ਗਿਆ ਤਾਂ ਸ਼ਾਮਾ ਨੇ ਹਿੱਕ ਅੰਦਰ ਰੋਕ ਰੱਖਿਆ ਪ੍ਰਸ਼ਨ ਉਸ ਤੇ ਕੀਤਾ, ਸ਼ਸ਼ੀ ਇਹ ਡਾਕਟਰ ਤੇਰੇ ਨਾਲ ਕਿੱਕਣ ਤੁਰ ਪਿਆ? ਇਹ ਤੇ ਕੋਈ ਬਹੁਤ ਵੱਡਾ ਨਾਲੇ ਸਿਆਣਾ ਡਾਕਟਰ ਹੈ। ਵੇਖਾਂ ਕਿੰਨੀ ਛੇਤੀ ਛੇਤੀ ਪ੍ਰਬੋਧ ਦੇ ਚਿਹਰੇ ਤੇ ਰੰਗ ਬਦਲ ਰਿਹਾ। ਟੀਕਾ ਕਰਨ ਤੋਂ ਬਾਅਦ ਸ਼ਸ਼ੀ ਨੇ ਕੋਈ ਜਵਾਬ ਨਹੀਂ ਦਿੱਤਾ। ਉਹਦੀ ਪਥਰਾਈ ਹੋਈ ਨਜ਼ਰ ਸਾਹਮਣੇ ਫੱਟਿਆਂ ਦੀ ਕੰਧ ਤੇ ਜੰਮੀ ਹੋਈ ਸੀ। ਸ਼ਸ਼ੀ ਤੂੰ ਬੋਲਦੀ ਕਿਉਂ ਨਹੀਂ? ਸ਼ਸ਼ੀ ਕੀ ਹੋ ਗਿਆ ਤੈਨੂੰ? ਇਸ ਤਰ੍ਹਾਂ ਗੁੰਮਸੁੰਮ ਕਿਉਂ ਹੋ ਗਈ ਹੈ? ਸ਼ਸ਼ੀ ਦੀ ਜ਼ਬਾਨ ਹਿਲਦੀ ਤੋਂ ਪਹਿਲਾਂ ਹੀ ਉਹਦੇ ਹੱਥ ਹਿੱਲੇ ਤੇ ਦੁਪੱਟੇ ਦੇ ਲੜ ਥੱਲਿਓਂ 10 ਦੇ ਨੋਟਾਂ ਦੀ ਇੱਕ ਨਵੀਂ ਨਕੋਰ ਥੱਬੀ ਕੱਢ ਕੇ ਉਹਨੇ ਸ਼ਾਮਾ ਦੇ ਅੱਗੇ ਸੁੱਟਤੀ। ਪੂਰੇ 100 ਨੋਟਾਂ ਦੀ ਥੱਬੀ। ਇੱਕਦਮ ਇੰਨੇ ਨੋਟਾਂ ਤੇ ਨਜ਼ਰ ਪੈਂਦਿਆਂ ਸ਼ਾਮਾ ਖੁਸ਼ੀ ਨਾਲ ਅਧੀਰ ਹੋ ਉੱਠੀ। ਉਹਦਾ ਸਾਹ ਨਾਲ ਸਾਹ ਰਲਣਾ ਔਖਾ ਹੋ ਗਿਆ। ਕਦੀ ਉਹ ਥੱਬੀ ਵੱਲ, ਕਦੀ ਸ਼ਸ਼ੀ ਵੱਲ। ਥੱਬੀ ਵੱਲ ਤੱਕ ਕੇ ਉਹਦੇ ਅੰਦਰ ਖੁਸ਼ੀ ਦੀ ਗੁਦਗੁਦੀ ਹੋਣ ਲੱਗਦੀ, ਪਰ ਸ਼ਸ਼ੀ ਦੇ ਚਿਹਰੇ ਵੱਲ ਤੱਕ ਕੇ ਉਹਨੂੰ ਡੋਬੂ ਪੈਣ ਲੱਗਦੇ। ਸ਼ਸ਼ੀ ਦੇ ਨਕਸ਼ਾਂ ਉੱਤੇ ਕਿਸੇ ਨੇ ਗੰਦਗੀ ਮਲ ਦਿੱਤੀ ਸੀ। ਨੋਟਾਂ ਦੀ ਪ੍ਰਾਪਤੀ ਵਾਲੀ ਖੁਸ਼ੀ ਝੱਟ ਪਲ ਆ ਕੇ ਸ਼ਾਮਾ ਦੇ ਦਿਲ 'ਚੋਂ ਛਾਈ ਮਾਈ ਹੋ ਗਈ। ਉਹ ਅਗਾਂਹ ਵਧੀ ਤੇ ਸ਼ਸ਼ੀ ਦੇ ਮੋਢੇ ਨੂੰ ਫੜ ਕੇ ਝੰਜੋੜਦੀ ਹੋਈ ਆਵਾਜ਼ 'ਚ ਬੋਲੀ, ਸ਼ਸ਼ੀ ਨਹੀਂ ਸ਼ਸ਼ੀ ਬੋਲਦੀ ਕਿਉਂ ਨਹੀਂ? ਕੀ ਹੋ ਗਿਆ ਤੈਨੂੰ? ਸ਼ਸ਼ੀ ਨੇ ਸਹਿਜ ਨਾਲ ਅੱਖਾਂ ਚੁੱਕ ਕੇ ਮਾਂ ਦੇ ਚਿਹਰੇ ਤੇ ਗੱਡਤੀਆਂ, ਜਿਵੇਂ ਅੱਖਾਂ ਹੀ ਅੱਖਾਂ ਥਾਣੀ ਉਹਨੂੰ ਕਹਿ ਰਹੀ ਹੋਵੇ, ਆਪੇ ਸਭ ਕੁਝ ਕਰਵਾ ਕੇ ਤੇ ਆਪੇ ਇਹਦਾ ਸਬੱਬ ਪੁੱਛ ਰਹੀ ਹੈ। ਸ਼ਾਮਾ ਨੇ ਆਪਣੀ ਪੁੱਛ ਫੇਰ ਦੁਹਰਾਈ, ਜਿਹਦੇ ਜਵਾਬ 'ਚ ਐਤਕੀ ਸ਼ਸ਼ੀ ਦੇ ਬੁੱਲ ਖੁੱਲੇ। ਪੁੱਛਣੀ ਹੈ ਕਿੱਥੋਂ ਲਿਆਈਆਂ? ਆਪਣੇ ਸਰੀਰ ਦਾ ਸੌਦਾ ਕਰਕੇ। ਸੁਣ ਕੇ ਸ਼ਾਮਾ ਦੀਆਂ ਅੱਖਾਂ 'ਚ ਲਹੂ ਉਤਰ ਆਇਆ। ਉਹਦੇ ਸਾਰੇ ਅੰਗ ਜਿਵੇਂ ਫਰੂਦ ਫਟਣ ਨਾਲ ਝੁਲਸ ਗਏ ਹੋਣ। ਉਹਨੂੰ ਇੱਕ ਘੇਰਨੀ ਜਿਹੀ ਆਈ ਤੇ ਮਸੇ ਡਿੱਗਦੀ ਪੁੱਛੀ। ਗਲੇ ਦੀ ਥੁੱਕ ਮੁਸ਼ਕਿਲ ਨਾਲ ਲਗਾਉਂਦੀ ਬੋਲੀ, ਕੀ ਕਿਹਾ? ਇਹੋ ਜੋ ਤੂੰ ਸੁਣਿਆ। ਸ਼ਸ਼ੀ ਨੇ ਉਵੇਂ ਹੀ ਪਥਰਾਈਆਂ ਅੱਖਾਂ ਧਰਤੀ ਤੇ ਗੱਡੀ ਜਵਾਬ ਦਿੱਤਾ। ਹਾਏ ਨਹੀਂ ਤੇਰੇ ਮਰ ਜਾਣ ਦੇ। ਸ਼ਾਮਾ ਇਸ ਤਰ੍ਹਾਂ ਚਿল্ਲਾਈ ਜਿਵੇਂ ਉਹਦਾ ਹੱਥ ਕਿਸੇ ਨੇ ਭਖਦੀ ਅੰਗੀਠੀ 'ਚ ਰੱਖਤਾ ਹੋਵੇ, ਤੇ ਇਹ ਤੋਂ ਵੱਧ ਉਹ ਸ਼ਸ਼ੀ ਪਾਸੋਂ ਕੁਛ ਨਾ ਪੁੱਛ ਸਕੀ। ਉਹਦਾ ਸਿਰ ਮੰਜੇ ਦੇ ਸੇਰੂ ਨਾਲ ਜਾ ਠਹਿਰਿਆ। ਸ਼ਸ਼ੀ ਦੀਆਂ ਅੱਖਾਂ ਅੱਗੇ ਕਾਠ ਦਾ ਘਰ ਗੋਲ ਚੱਕਰ 'ਚ ਭੌਂ ਰਿਹਾ ਸੀ, ਤੇ ਜਿਉਂ-ਜਿਉਂ ਅੱਖਾਂ ਝਪਕੇ ਕੇ ਇਹਨਾਂ ਚੱਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ, ਸਗੋਂ ਹੋਰ ਤੇਜ਼ੀ ਨਾਲ ਭੌਂਦਾ ਗਿਆ। ਸ਼ਸ਼ੀ ਨੇ ਅੱਖਾਂ ਬੰਦ ਕਰ ਲਈਆਂ। ਸ਼ਸ਼ੀ ਭੁੰਜੇ ਜਿੱਥੇ ਬੈਠੀ ਸੀ ਉੱਥੇ ਹੀ ਲੇਟ ਗਈ, ਬਾਹਾਂ 'ਚ ਸਿਰ ਦੇ ਕੇ ਹਟਕੋਰੇ ਭਰਨ ਲੱਗੀ। ਸ਼ਾਮਾ ਫੇਰ ਅਗਾਂਹ ਵਧੀ, ਉਹਨੂੰ ਝੰਜੋੜਦੀ ਬੋਲੀ, ਸ਼ਸ਼ੀ ਨਹੀਂ ਦੱਸਦੀ ਕਿਉਂ ਨਹੀਂ? ਤੈਨੂੰ ਰੱਬ ਦਾ ਵਾਸਤਾ ਹੀ ਸ਼ਸ਼ੀ, ਸੱਚੋ ਸੱਚ ਦੱਸ ਦੇ ਜਿਹੜੀ ਵੀ ਗੱਲ ਏ। ਅੰਮੀ, ਸ਼ਸ਼ੀ ਦੀ ਆਵਾਜ਼ ਗੋਲਾ ਬਣ ਕੇ ਫਟੀ, ਜੇ ਹੋਰ ਕੁਝ ਪੁੱਛੇਂਗੀ ਤਾਂ ਤੇਰੀ ਸਹੁੰ ਮੈਂ ਛੁਰੀ ਫੜ ਕੇ ਪਹਿਲਾਂ ਤੇਰੇ ਢਿੱਡ 'ਚ ਘੋਪ ਦਿਆਂਗੀ, ਫਿਰ ਆਪਣੇ 'ਚ। ਬਸ ਹਾਲੇ ਮੇਰੇ ਤੋਂ ਕੁਛ ਨਾ ਪੁੱਛ, ਦਿਲ ਮੇਰਾ ਰਾਸਤਾ ਹੋ ਲੈਣ ਦੇ, ਫਿਰ ਸਭ ਕੁਝ ਦੱਸ ਦਿਆਂਗੇ। ਸ਼ਾਮਾ ਕਠਪੁਤਲੀ ਵਾਂਗ ਭੁੰਜਿਓਂ ਉੱਠੀ ਤੇ ਫਿਰ ਮੰਜੇ ਤੇ ਜਾ ਢੱਠੀ। ਪ੍ਰਬੋਧ ਦਾ ਕੀ ਹਾਲ ਹੈ? ਡਾਕਟਰ ਦੇ ਲਾਏ ਹੋਏ ਟੀਕੇ ਦਾ ਕੀ ਅਸਰ ਹੋਇਆ? ਇਸ ਬਾਰੇ ਸੋਚਣ ਦੀ ਕਿਸੇ ਨੂੰ ਵਿਹਲ ਨਹੀਂ ਸੀ, ਨਾ ਮਾਂ ਨੂੰ ਤੇ ਨਾ ਹੀ ਧੀ ਨੂੰ। ਧੰਨਵਾਦ।
ਪੰਜਵਾਂ ਭਾਗ। अंग है जेल दी एक रात। कौन है? सूरतियां बाबा जी। पीली वाला? आहो बाबा जी। की गल है सूरती सियां? सुख ते है? ਤੁਹਾਡੇ ਲਈ ਇੱਕ ਚੇਲਾ ਲਿਆਂਦਾ ਜੀ। ਮੇਰੇ ਲਈ? ਇਸ ਵੇਲੇ ਅੱਧੀ ਰਾਤੀ? ਆਹੋ ਜੀ। ਕੋਈ ਪੋਲੀਟੀਕਲ ਕੈਦੀ ਹੈ? ਨਹੀਂ ਬਾਬਾ ਜੀ, ਅਖਲਾਕੀ। ਕੀ ਗੱਲ ਸੀ ਪਰ? ਡਿਪਟੀ ਦਰੋਗੇ ਭੇਜਿਆ ਜੀ ਤੁਹਾਡੇ ਕੋਲ। ਅੱਛਾ। ਸਿਆਲੀ ਹਨੇਰੀ ਰਾਤ 1 ਵਜੇ ਦਾ ਵੇਲਾ ਸੀ। ਦਿੱਲੀ ਸੈਂਟਰਲ ਜੇਲ੍ਹ ਇੱਕ ਵਿਸ਼ਾਲ ਕਬਰ ਦੇ ਰੂਪ 'ਚ ਬੇਓੜਕ ਜਿਉਂਦੀਆਂ ਲੋਥਾਂ ਆਪਣੇ ਅੰਦਰ ਸੰਭਾਲੀ ਪਈ ਸੀ। ਉਹ ਲੋਥਾਂ ਜਿਨ੍ਹਾਂ ਦਾ ਰੱਬ ਹੁੰਦਾ ਹੈ ਡਿਪਟੀ ਦਰੋਗਾ, ਤੇ ਜਮਦੂਤ ਹੁੰਦੇ ਨੇ ਨੀਲੀ ਪੀਲੀ ਵਰਦੀ ਵਾਲੇ ਕੈਦੀ ਤੇ ਪੁਲਿਸ ਦੇ ਕਰਮਚਾਰੀ। ਤੇ ਬਾਬਾ, ਇਹਨੂੰ ਕੈਦੀ ਨਾ ਕਹਿ ਕੇ ਸਾਨੂੰ ਜੇਲ੍ਹ ਜੰਤੂ ਕਹਿਣਾ ਚਾਹੀਦਾ ਹੈ। ਅੰਗਰੇਜ਼ੀ ਰਾਜ ਵੇਲੇ ਇਹਨੇ ਦੇਸ਼ ਭਗਤੀ ਬਦਲੇ ਕਹੋ ਜਾਂ ਰਾਜ ਧਰੋਹ ਬਦਲੇ ਉਮਰ ਕੈਦ ਹੋਈ ਸੀ। ਕਾਂਗਰਸ ਦੇ ਝੰਡੇ ਹੇਠ ਇਹਨੇ ਬਗਾਨੀ ਹਕੂਮਤ ਦੇ ਵਿਰੁੱਧ ਬਗਾਵਤ ਕੀਤੀ ਸੀ ਤੇ ਇਹੋ ਜਿਹੀ ਬਾਗੀ ਨੂੰ ਦੋਸ਼ ਲਈ ਖਤਰਨਾਕ ਸਮਝ ਕੇ ਅੰਗਰੇਜ਼ੀ ਸਰਕਾਰ ਨੇ, ਜਿਸ ਨੂੰ ਦਿਨ ਰਾਤ ਭਾਰਤੀ ਜਨਤਾ ਦੀ ਭਲਾਈ ਦਾ ਖਿਆਲ ਬੇਆਰਾਮ ਰੱਖਦਾ ਸੀ, ਜੇਲ੍ਹ 'ਚ ਸੁੱਟ ਦਿੱਤਾ ਉਮਰ ਭਰ ਲਈ, ਤਾਂ ਜੋ ਇਸ ਬਾਗੀ ਦੇ ਜਿਸਮ 'ਚੋਂ ਬਗਾਵਤ ਦੇ ਜਰਾਸੀਮ ਨਿਕਲ ਕੇ ਹੋਰ ਲੋਕਾਂ 'ਚ ਨਾ ਫੈਲ ਸਕਣ। ਜਿਨੀ ਦਿਨੀ ਇਹ ਜੇਲ੍ਹ ਜੰਤੂ ਕੈਦ ਹੋਇਆ ਸੀ, ਉਦੋਂ ਇਹ ਬਾਬਾ ਨਹੀਂ ਸਗੋਂ ਮਸ ਫੁੱਟਵਾਂ ਗਬਰੀਟ ਸੀ। ਨਵਾਂ ਨਵਾਂ ਇਹਦਾ ਵਿਆਹ ਹੋਇਆ ਸੀ ਤੇ ਮੁਕਲਾਵਾ ਜੇ ਨਹੀਂ ਸੀ ਲਿਆਂਦਾ। ਇਹ 1930 'ਚ ਕੈਦ ਹੋਇਆ ਸੀ, ਜਦੋਂ ਇਹਦੀ ਉਮਰ 20-22 ਵਰ੍ਹਿਆਂ ਦੀ ਸੀ ਤੇ ਕੱਦ ਇਹਦਾ 6 ਫੁੱਟ ਦੇ 2 ਇੰਚ ਸੀ। ਇਹਨੇ ਪੂਰੇ 17 ਸਾਲ ਗੁਜ਼ਾਰੇ। ਜੇਲ੍ਹ ਦੇ ਕਾਨੂੰਨ ਅਨੁਸਾਰ 15-16 ਵਰ੍ਹੇ ਕੈਦ ਕੱਟਣ ਤੋਂ ਬਾਅਦ ਉਮਰ ਕੈਦੀ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹਨੂੰ ਕਿਸੇ ਨੇ ਛੱਡਿਆ। ਕਾਰਨ, ਕਾਲੇ ਪਾਣੀ ਹੁੰਦਿਆਂ ਉਹਨੇ ਜਦੋਂ ਵੀ ਆਪਣੇ ਸਾਥੀਆਂ ਉੱਤੇ ਜ਼ੁਲਮ ਤਸ਼ੱਦਦ ਹੁੰਦੇ ਵੇਖੇ, ਉਹਦਾ ਜੋਸ਼ ਕਦੀ ਭੁੱਖ ਹੜਤਾਲ, ਕਦੀ ਕਦੀ ਹੋਰ ਸ਼ਕਲਾਂ 'ਚ ਬਦਲਦਾ ਰਿਹਾ ਤੇ ਨਾਲੋਂ ਨਾਲ ਉਹਦੀ ਸਜ਼ਾ 'ਚ ਵਾਧਾ ਹੁੰਦਾ ਗਿਆ। ਸੰਨ 42-43 ਵਿੱਚ ਜਦੋਂ ਅੰਡੇਮਾਨ ਟਾਪੂ ਅੰਗਰੇਜ਼ਾਂ ਦੇ ਹੱਥੋਂ ਖੁੱਸ ਗਿਆ ਤਾਂ ਇਹ ਵੀ ਹੋਰ ਕੈਦੀਆਂ ਸਣੇ ਭਾਰਤ ਦੀਆਂ ਜੇਲ੍ਹਾਂ 'ਚ ਲਿਆਂਦਾ ਗਿਆ। ਆਖਰ 1947 'ਚ ਜਦ ਅੰਗਰੇਜ਼ ਚਲੇ ਗਏ ਤੇ ਹਕੂਮਤ ਦੀ ਵਾਗਡੋਰ ਕਾਂਗਰਸ ਦੇ ਹੱਥ ਆਈ ਤਾਂ ਇਹਨੂੰ ਪੂਰੇ 17 ਸਾਲਾਂ ਦੇ ਜੇਲ੍ਹਵਾਸ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ। ਪਰ ਇਸ ਰਿਹਾਈ ਦਾ ਸੁੱਖ ਉਹ ਮਾਣ ਨਾ ਸਕਿਆ। 17 ਸਾਲਾਂ 'ਚ ਉਹਦੀ ਦੁਨੀਆ ਹੀ ਬਦਲੀ ਪਈ ਸੀ। ਉਹਦੀ ਵਹੁਟੀ ਕਿਸੇ ਹੋਰ ਦੇ ਘਰ ਜਾ ਕੇ ਬੈਠੀ ਸੀ। ਮਾਪੇ ਉਹਦੇ ਮਰ ਖੱਪ ਗਏ ਸਨ। ਭੋਏ ਭਾਂਡਾ ਉਹਦਾ ਸ਼ਰੀਕਾ ਨੇ ਸਾਂਭ ਲਿਆ ਸੀ। ਫਿਰ ਵੀ ਇੱਕ ਲੰਮੀ ਉਮਰ ਬੰਦੀ ਜੀਵਨ ਬਿਤਾਉਣ ਤੋਂ ਬਾਅਦ ਬਾਹਰ ਆ ਕੇ ਉਹਨੂੰ ਕੁਝ ਸ਼ਾਂਤੀ ਮਿਲੀ। ਜੇਲ੍ਹ ਦੀਆਂ ਮੁਸ਼ੱਕਤਾਂ, ਮਾਰਾਂ ਤੇ ਸਜ਼ਾਵਾਂ ਨੇ ਉਹਦਾ ਸਰੀਰ ਭੁਗੜੀ ਕਰਤਾ ਸੀ। ਦੰਦ ਉਹਦੇ ਲਗਭਗ ਝੜ ਗਏ ਸਨ। ਅੱਖਾਂ ਦੀ ਜੋਤ ਨਾਮ ਮਾਤਰ ਰਹਿ ਗਈ ਸੀ। ਸਿਰ ਤੇ ਦਾੜੀ ਦੇ ਵਾਲ ਰੂੰ ਵਾਂਗ ਚਿੱਟੇ ਹੋ ਚੁੱਕੇ ਸਨ। ਲੱਕ ਉਹਦਾ ਕੁੱਬਾ ਹੋ ਗਿਆ ਸੀ। ਪਰ ਇੱਕ ਜਿਹੜੀ ਚੀਜ਼ ਉਹਨੂੰ ਇੱਕ ਲੰਮੇ ਜੇਲ੍ਹਵਾਸ ਤੋਂ ਪ੍ਰਾਪਤ ਹੋਈ, ਇਹ ਸੀ ਆਤਮ ਬਲ। ਜਿਸ ਕਾਂਗਰਸ ਰਾਜ ਜਾਂ ਰਾਮ ਰਾਜ ਦੀ ਉਡੀਕ 'ਚ ਉਹਨੇ ਆਪਣੀ ਉਮਰ ਦਾ ਅੱਧਾ ਹਿੱਸਾ ਜੇਲ੍ਹਾਂ 'ਚ ਗੁਜ਼ਾਰਿਆ ਸੀ, ਉਹ ਰਾਮ ਰਾਜ ਜਦ ਪ੍ਰਾਪਤ ਹੋਇਆ ਤਾਂ ਉਹਦੇ ਦਿਲ ਸਾਗਰ 'ਚ ਕਿੰਨੀਆਂ ਗਗਨ ਸਪਰਸ਼ੀ ਲਹਿਰਾਂ ਉੱਠੀਆਂ। ਪਰ ਥੋੜ੍ਹੇ ਚਿਰ ਬਾਅਦ ਜਦ ਉਸੇ ਰਾਮ ਰਾਜ ਦੀ ਨਗਨ ਰੂਪ ਉਹਦੀ ਦ੍ਰਿਸ਼ਟੀ ਗੋਚਰ ਹੋਇਆ ਤਾਂ ਉਹਦੀਆਂ ਅੱਖਾਂ ਅੱਗੋਂ ਜਿਵੇਂ ਪਰਦਾ ਹੀ ਹਟ ਗਿਆ। ਜਿਨ੍ਹਾਂ ਆਪਣੇ ਦੇਸ਼ ਭਗਤ ਲੀਡਰਾਂ ਦੀ ਕਮਾਨ ਹੇਠ ਉਹਨੇ ਅਸਹਿ ਕਸ਼ਟ ਸਹਾਰੇ ਸਨ ਤੇ ਵੱਡੀ ਤੋਂ ਵੱਡੀ ਕੁਰਬਾਨੀ ਹੱਸ ਕੇ ਦਿੱਤੀ ਸੀ, ਉਹੀ ਲੀਡਰ ਉਹਦੇ ਵੇਖਦਿਆਂ ਹੀ ਵੇਖਦਿਆਂ ਹਾਕਮ ਬਣ ਕੇ ਜ਼ਲੀਲ ਤੋਂ ਜਲੀਲ ਕੰਮ ਕਰਨ ਲੱਗ ਪਏ। ਰਿਸ਼ਵਤਾਂ ਲੈ ਲੈ ਕੇ ਉਹ ਲੋਕ ਦਿਨਾਂ ਵਿੱਚ ਹੀ ਰਾਣੀ ਖਾਂ ਦੇ ਸਾਲੇ ਬਣ ਗਏ। ਬਲੈਕੀਆਂ ਤੇ ਮੁਨਾਫਿਕਖੋਰਾਂ ਨਾਲ ਉਹਨਾਂ ਲੋਕਾਂ ਪੱਤੀਆਂ ਠਹਿਰਾ ਲਈਆਂ ਤੇ ਹੋਰ ਜੋ ਅਨਰਥ ਇਹ ਲੋਕ ਕਰਨ ਲੱਗ ਪਏ, ਇਹ ਬਾਬੇ ਨੇ ਸਾਰਾ ਅੱਖਾਂ ਨਾਲ ਤੱਕਿਆ ਤੇ ਦਿਲ ਨਾਲ ਮਹਿਸੂਸਿਆ। ਤੇ ਅਖੀਰ ਜਦ ਉਹਦੇ ਸਬਰ ਦਾ ਪਿਆਲਾ ਛਲਕ ਹੀ ਪਿਆ ਤਾਂ ਉਹਨੇ ਨੇ ਝੱਗ ਤੇ ਬਦਰੇਗ ਹੋ ਕੇ ਇਹੋ ਜਿਹੇ ਮਗਰਮੱਛਾਂ ਨੂੰ ਪਾਲਣ ਵਾਲੀ ਕਾਂਗਰਸੀ ਹਕੂਮਤ ਦੇ ਪਾਜ ਖੋਲ੍ਹਣੇ ਸ਼ੁਰੂ ਕਰਤੇ। ਤੇ ਇਹਦਾ ਨਤੀਜਾ ਕੇਵਲ ਕੁਝ ਹੀ ਮਹੀਨੇ ਬਾਹਰ ਦੀ ਹਵਾ ਲੈਣ ਤੋਂ ਬਾਅਦ ਉਹਨੂੰ ਫੇਰ ਜੇਲ੍ਹ 'ਚ ਸੁੱਟਤਾ ਗਿਆ, ਅਨਿਸ਼ਚਿਤ ਤੇ ਅਣਮਿੱਥੇ ਸਮੇਂ ਲਈ ਨਜ਼ਰਬੰਦੀ ਦਾ ਹੁਕਮ ਸੁਣਾ ਕੇ। ਤੇ ਉਦੋਂ ਤੋਂ ਲੈ ਕੇ ਹੁਣ ਤੀਕ ਇਹ ਬਾਬਾ ਜੇਲ੍ਹ 'ਚ ਹੈ। ਉਹਦਾ ਅਸਲੀ ਨਾਮ ਮੱਘਰ ਸਿੰਘ ਹੈ, ਪਰ ਸ਼ਾਇਦ ਇਹ ਨਾਂ ਕੇਵਲ ਜੇਲ੍ਹ ਦੇ ਕਾਗਜ਼ਾਂ ਤੱਕ ਹੀ ਮਹਿਦੂਦ ਹੈ। ਸਾਰੇ ਜੇਲ੍ਹ ਵਾਸੀ ਉਹਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਨੇ। ਜੇਲ੍ਹ 'ਚ ਨਾ ਕੇਵਲ ਬਾਬਾ ਜੀ ਦਾ ਅਸਰ ਰਸੂਖ ਹੀ ਕਾਫੀ ਹੈ, ਬਲਕਿ ਕੈਦੀ ਤੋਂ ਲੈ ਕੇ ਜੇਲਰ ਤੀਕ ਉਹਦਾ ਸਤਿਕਾਰ ਕਰਦੇ ਨੇ। ਬਾਬਾ ਜੀ ਦੀਆਂ ਕਈ ਕਰਾਮਾਤੀ ਨੇ ਤਾਂ ਜਿਹਦੇ ਸਤਿਕਾਰ 'ਚ ਹੋਰ ਵੀ ਵਾਧਾ ਕਰ ਦਿੱਤਾ ਹੈ। ਉਹਨਾਂ ਦੇ ਸੁਭਾਅ 'ਚ ਹੁਣ ਜਵਾਨੀ ਵੇਲੇ ਦੀ ਚੰਚਲਤਾ ਤੇ ਕਾਲਾਪਨ ਨਹੀਂ ਰਿਹਾ।
ਉਮਰ ਦੇ ਲਿਹਾਜ਼ ਨਾਲ ਉਹ ਅਜੇ ਬੁਢੇਪੇ ਦੀ ਹੱਦ ਤੱਕ ਪਹੁੰਚੇ ਵੀ ਨਹੀਂ। 40-42 ਸਾਲ ਦੀ ਉਮਰ ਅਧਖੜ ਤਾਂ ਕਹੀ ਜਾ ਸਕਦੀ ਹੈ, ਬੁਢੇਰੀ ਨਹੀਂ। ਪਰ ਬਾਬਾ ਜੀ ਨੂੰ ਆਪਣੇ ਜੇਲ੍ਹ ਜੀਵਨ 'ਚ ਜਿਨ੍ਹਾਂ ਸਹਿ ਕਸ਼ਟਾਂ ਨਾਲ ਦੋ ਚਾਰ ਹੋਣਾ ਪਿਆ, ਇਸੇ ਉਮਰ ਉਹਨਾਂ ਉੱਤੇ ਪੂਰੇ ਬੁਢੇਪੇ ਦਾ ਰੰਗ ਲੈ ਆਂਦਾ। ਹਾਂ, ਤੇ ਉਹ ਕਰਾਮਾਤਾਂ ਕੀ ਸਨ? ਬਾਬਾ ਜੀ ਦੀ ਸੰਗਤ ਦੀ ਸਭ ਤੋਂ ਵੱਡੀ ਕਰਾਮਾਤ ਹੈ, ਅਕਸਰ ਐਸੇ ਮੌਕੇ ਬਣੇ ਕਿ ਕਈ ਅੜਬ ਤੋਂ ਅੜਬ ਤੇ ਅੱਖੜ ਤੋਂ ਅੱਖੜ ਕੈਦੀ ਬਾਬਾ ਜੀ ਨੇ ਰਾਹ ਰਸਤੇ ਤੇ ਲੈ ਆਂਦੇ, ਜਿਨ੍ਹਾਂ ਨੂੰ ਨਾ ਤਾਂ ਕੋਹਲੂ ਆਦਿ ਮੁਸ਼ੱਕਤਾਂ ਦਰੁਸਤ ਕਰ ਸਕੀਆਂ, ਨਾ ਮਾਰ ਕੁਟਾਈ, ਨਾ ਹੀ 8 ਪੈਰੀ ਪੁੱਠੀ ਹੱਥਕੜੀ ਜਾਂ ਡੰਡਾ ਬੇੜੀ, ਜਿਨ੍ਹਾਂ ਨਾਲ ਖੱਪ ਖੱਪ ਕੇ ਜੇਲ੍ਹ ਕਰਮਚਾਰੀ ਵੀ ਨੱਕ ਜਿੰਦ ਆ ਜਾਏ। ਬਾਬਾ ਜੀ ਦੀ ਕੁਝ ਘੰਟਿਆਂ ਦੀ ਸੰਗਤ ਉਹਨਾਂ ਨੂੰ ਸੂਈ ਦੇ ਨੱਕੇ ਚੋਂ ਲੰਘਣ ਵਾਲੇ ਬਣਾ ਦਿੰਦੀ। ਜੇਕਰ ਆਮ ਤੌਰ ਤੇ ਜ਼ਾਲਮ ਜ਼ਿੱਦੀ ਤੇ ਹਿੰਸਾ ਦੇ ਅਵਤਾਰ ਹੁੰਦੇ ਨੇ, ਜੇਲਰ ਆਮ ਤੌਰ ਤੇ ਜ਼ਾਲਮ ਜ਼ਿੱਦੀ ਤੇ ਹਿੰਸਾ ਦੇ ਅਵਤਾਰ ਹੁੰਦੇ ਨੇ, ਪਰ ਇਹ ਦਿੱਲੀ ਸੈਂਟਰਲ ਜੇਲ੍ਹ ਦਾ ਦਰੋਗਾ ਕੁਝ ਹੋਰ ਤਬਾਹ ਦਾ ਆਦਮੀ ਹੈ। ਇਹ ਉਸ ਅਸੂਲ ਦਾ ਧਾਰਨੀ ਹੈ ਕਿ ਜਿਹੜਾ ਗੁੜ ਦਿੱਤਿਆਂ ਮਰ ਸਕਦਾ ਹੋਏ, ਉਹਨੂੰ ਜ਼ਹਿਰ ਕਿਉਂ ਦਿੱਤੀ ਜਾਏ। ਤੇ ਇਸ ਗੁੜ ਦੇ ਕੇ ਮਾਰਨ ਵਾਲੇ ਹੁਨਰ ਵਿੱਚ ਬਾਬਾ ਜੀ ਉਸਤਾਦ ਗਿਣੇ ਜਾਂਦੇ ਹਨ। ਇਸੇ ਕਰਕੇ ਜੇਲਰ ਵਿਗੜੇ ਹੋਏ ਤੇ ਲਾ ਇਲਾਜ ਕੈਦੀਆਂ ਨੂੰ, ਜਿਨ੍ਹਾਂ ਨੂੰ ਕੋਈ ਮੰਤਰ ਨਾ ਪਹੁ ਸਕਦਾ ਹੋਵੇ, 1, 2 ਜਾਂ 4 ਦਿਨਾਂ ਲਈ ਬਾਬਾ ਜੀ ਦੇ ਸਪੁਰਦ ਕਰ ਦਿੱਤਾ ਜਾਂਦਾ ਸੀ। ਅੱਜ ਵੀ ਇੱਕ ਇਹੋ ਜਿਹਾ ਕੈਦੀ ਬਾਬਾ ਜੀ ਕੋਲ ਭੇਜਿਆ ਗਿਆ ਸੀ। ਕੰਬਲਾਂ ਦੀ ਬੁੱਕਲ 'ਚ ਵੀ ਸਰਦੀ ਮਹਿਸੂਸ ਕਰਦਿਆਂ ਹੋਇਆਂ ਗੋਡੇ ਹਿੱਕ ਨਾਲ ਲਾਈ ਬਾਬਾ ਜੀ ਗੰਢੜੀ ਬਣੇ ਬੈਠੇ ਸਨ। ਮੂੰਹ ਤੋਂ ਕੰਬਲ ਦਾ ਪੱਲਾ ਹਟਾ ਕੇ ਉਹਨਾਂ ਨੇ ਕਿਸੇ ਨੂੰ ਜੰਦਰਾ ਖੋਲਦਿਆਂ ਵੇਖਿਆ। ਭਾਵੇਂ ਲੈਲਟਨ ਦੇ ਫਿੱਕੇ ਚਾਨਣ 'ਚ ਉਹਨਾਂ ਪੀਲੀ ਵਰਦੀ ਵਾਲੇ ਜਮਾਂਦਾਰ ਨੂੰ ਵੇਖ ਲਿਆ ਸੀ, ਫਿਰ ਵੀ ਨੀਂਦਰ ਦੀ ਅੱਧ-ਹੋਸ਼ੀ 'ਚ ਉਹਨਾਂ ਦੇ ਮੂੰਹੋਂ ਨਿਕਲ ਹੀ ਗਿਆ, ਕੌਣ ਏ? ਤੇ ਉਪਰੋਕਤ ਸਵਾਲਾਂ ਜਵਾਬਾਂ ਤੋਂ ਬਾਅਦ ਜਦ ਕੋਠੜੀ ਦਾ ਸੀਖਾਂ ਵਾਲਾ ਬੂਹਾ ਖੁੱਲਿਆ ਤੇ ਬਾਬਾ ਜੀ ਨੇ ਵੇਖਿਆ, ਪੀਲੀ ਵਰਦੀ ਵਾਲੇ ਜਮਾਂਦਾਰ ਦੇ ਪਿੱਛੇ ਕੈਦੀ ਦੇ ਪਹਿਰਾਵੇ 'ਚ ਇੱਕ ਗੱਭਰੂ ਦੜਿਆ ਖਲੋਤਾ ਸੀ, ਜਿਹਦੀ ਬਾਂਹ ਹੇਠ ਤੈਅ ਕੀਤੇ ਹੋਏ ਕੰਬਲ ਸਨ ਤੇ ਦੂਜੇ ਹੱਥ 'ਚ ਲੋਹੇ ਦੀਆਂ 2 ਬਾਟੀਆਂ। ਮਾਨੋ ਕੈਦੀਆਂ ਦੀ ਵਰਦੀ ਤੇ ਸਮਾਨ ਨਾਲ ਪੂਰੀ ਤਰ੍ਹਾਂ ਲੈਸ ਸੀ, ਜਿਨ੍ਹਾਂ ਕੋਲ ਬਸ ਇੰਨੀ ਵਰਦੀ ਤੇ ਇੰਨਾ ਹੀ ਸਮਾਨ ਹੁੰਦਾ। ਅੱਧੀਆਂ ਬਾਹਾਂ ਤੇ ਅੱਧੀਆਂ ਲੱਤਾਂ ਨੰਗੀਆਂ ਹੋਣ ਕਰਕੇ ਠੰਡ ਨਾਲ ਕੈਦੀ ਦਾ ਦੰਦੋ ਡਿੱਕਾ ਵੱਜ ਰਿਹਾ ਸੀ। ਬਾਬਾ ਜੀ ਨੇ ਸਵਾਲ ਕੀਤਾ, ਪਰ ਸੂਰਤ ਸਿਆ, ਇਹਨੂੰ ਕੀ ਬਿਪਤਾ ਪੈ ਗਈ? ਅੱਧੀ ਰਾਤੀ ਨਵਾਂ ਦਾਖਲ ਹੋਇਆ? ਨਹੀਂ ਬਾਬਾ ਜੀ, ਜਮਾਂਦਾਰ ਬੋਲਿਆ, ਦਾਖਲ ਹੋਣ ਦਾ ਇਹ ਕਿਹੜਾ ਵੇਲਾ ਹੈ? ਕਾਫੀ ਚਿਰ ਤੋਂ ਇੱਥੇ ਰਹਿੰਦਾ ਹੈ, ਪਰ ਹੈ ਬੇਈਮਾਨ, ਸ਼ਰਾਰਤਾਂ ਦੀ ਜੜ, ਰਾਹ ਜਾਂਦਿਆਂ ਨਾਲ ਲੜਾਈ ਮੁੱਲ ਲੈਂਦਾ ਹੈ। ਕਿਸੇ ਨਾਲ ਜੰਗ ਮਾਰਿਆ ਸੂ? ਹਾਂਜੀ। ਤੇ ਬੂਹਾ ਖੋਲ ਚੁੱਕਣ ਤੋਂ ਬਾਅਦ ਜਮਾਂਦਾਰ ਨੇ ਪਿੱਛੇ ਖੜੋਤੇ ਕੈਦੀ ਨੂੰ ਦਬਕੇ ਨਾਲ ਕਿਹਾ, ਅਗਾਂਹ ਲੰਘ ਕੇ ਇੱਥੇ ਨੁੱਕਰ 'ਚ ਵਿਛਾ ਲੈ ਆਪਣਾ ਬਿਸਤਰਾ ਤੇ ਸੌਂ ਜਾ ਚੁੱਪ ਕਰਕੇ। ਜੇ ਮੁੜ ਕੇ ਕੋਈ ਗੜਬੜ ਘਟਾਲਾ ਕੀਤਾ ਤਾਂ ਇਹ ਮੌਲਾ ਬਖਸ਼ ਵੇਖ। ਤੇ ਜਮਾਂਦਾਰ ਨੇ ਆਪਣੇ ਹੱਥ 'ਚ ਫੜੀ ਹੋਈ ਸੁੰਮਾਂ ਵਾਲੀ ਡਾਂਗ ਵੱਲ ਉਹਨੂੰ ਤਕਾਇਆ। ਕੈਦੀ ਚੁੱਪਚਾਪ ਅੰਦਰ ਲੰਘਿਆ, ਇੱਕ ਕੰਬਲ ਭੁੰਜੇ ਵਿਛਾਇਆ, ਦੂਜੇ 2 ਉੱਪਰ ਲੈ ਕੇ ਦੋਵੇਂ ਬਾਟੀਆਂ ਸਰਾਣੇ ਵਾਂਗ ਸਿਰ ਹੇਠ ਪੁੱਠੀਆਂ ਰੱਖ ਕੇ ਲੇਟ ਗਿਆ। ਜਮਾਂਦਾਰ ਨੇ ਮੁੜ ਬੂਹਾ ਬੰਦ ਕੀਤਾ, ਜੰਦਰੇ 'ਚ ਕੁੰਜੀ ਫੇਰੀ ਤੇ ਆਪਣੀ ਧੁੰਦਲੀ ਲਾਲਟੈਨ ਨੂੰ ਹਿਲਾਉਂਦਾ ਹੋਇਆ ਜਿੱਧਰੋਂ ਆਇਆ ਸੀ ਉੱਧਰ ਮੁੜ ਗਿਆ। ਝਟਕੂ ਕੋਠੜੀ ਦੀ ਕਾਲੀ ਫਿਜ਼ਾ 'ਚ ਖਾਮੋਸ਼ੀ ਛਾਈ ਰਹੀ। ਕੇਵਲ ਆਉਣ ਵਾਲੇ ਕੈਦੀ ਨਹੀਂ, 1-2 ਵਾਰੀ ਇਸ ਤਰ੍ਹਾਂ ਕਸੀਸ ਜਿਹੀ ਵੱਟੀ ਤੇ ਇੱਕ ਅੱਧ ਹੂੰਗਰ ਭਰੀ, ਜਿਵੇਂ ਉਹਦਾ ਸਰੀਰ ਕਾਫੀ ਪੀੜਤ ਹੋਵੇ। ਮਾਰ ਪਈ ਸੀ ਜਵਾਨ? ਆਪਣੀ ਥੜੀ ਉੱਤੇ ਪਿਆ ਬਾਬਾ ਜੀ ਨੇ ਉਸ ਉੱਤੇ ਸਵਾਲ ਕੀਤਾ, ਪਰ ਕੈਦੀ ਨੇ ਕੋਈ ਜਵਾਬ ਨਾ ਦਿੱਤਾ। ਬਾਬਾ ਜੀ ਉਹਦੀ ਸ਼ਕਲ ਚੰਗੀ ਤਰ੍ਹਾਂ ਨਹੀਂ ਸਨ ਦੇਖ ਸਕੇ। ਇੱਕ ਤਾਂ ਜਮਾਂਦਾਰ ਦੀ ਲਾਲਟੈਨ ਧੁਆਂਖੀ ਹੋਣ ਕਰਕੇ ਚਾਨਣ ਉਹਦਾ ਉੱਕਾ ਹੀ ਨਾ ਹੋਏ ਵਰਗਾ ਸੀ, ਦੂਜਾ ਕੈਦੀ ਦੇ ਚਿਹਰੇ ਉੱਤੇ ਚਾਨਣ ਪਿਆ ਹੀ ਨਹੀਂ ਸੀ। ਕੇਵਲ ਅਨੁਮਾਨ ਨਾਲ ਹੀ ਬਾਬਾ ਜੀ ਨੇ ਉਹਦੀ ਨੁਹਾਰ ਜੋ ਕੁਝ ਦਿਲ 'ਚ ਮਿੱਥੀ ਸੀ, ਉਹ ਕੁਝ ਇਸ ਤਰ੍ਹਾਂ ਦੀ ਸੀ ਕਿ ਮਾਝੇ ਮਾਲਵੇ ਦਾ ਕੋਈ ਜੱਟ ਜਾਂ ਹਿਸਾਰ ਦੇ ਇਲਾਕੇ ਦਾ ਕੋਈ ਜਾਟ ਹੋਏਗਾ, ਜਾਂ ਕੋਈ ਆਦੀ ਜਰਾਇਮ ਪੇਸ਼ਾ ਸਾਂਸੀ ਜਾਂ ਦਲਿਤ, ਤੇ ਜਾਂ ਦਿੱਲੀ ਦਾ ਕੋਈ ਬੰਕਾ, ਜਿਹੜੇ ਅਕਸਰ 420 ਕਰਨ ਵਿੱਚ ਉਸਤਾਦ ਹੁੰਦੇ ਨੇ। ਪਰ ਫਿਰ ਉਹਨਾਂ ਨੂੰ ਖਿਆਲ ਆਇਆ ਕਿ ਨਹੀਂ, ਦਿੱਲੀ ਦੇ ਬਾਂਕੇ ਹੋਰ ਭਾਵੇਂ ਕੁਝ ਕਰਨ, ਲੜ ਨਹੀਂ ਸਕਦੇ। ਫਿਰ ਲੜਾਈ ਵੀ ਕੈਦੀਆਂ ਨਾਲ। ਆਪਣੇ ਸਵਾਲ ਦਾ ਜਵਾਬ ਨਾ ਪਾ ਕੇ ਬਾਬਾ ਜੀ ਨੇ ਇੱਕ ਵਾਰੀ ਫੇਰ ਪੁਕਾਰਿਆ, ਸੌਂ ਗਿਆ ਜਵਾਨ? ਐਤਕੀ ਨਿੰਮੀ ਜਿਹੀ ਆਵਾਜ਼ ਆਈ। ਨਹੀਂ। ਮੈਂ ਪੁੱਛਿਆ, ਮਾਰ ਪਈ ਹੋ? ਕੌਣ ਹੁੰਦਾ? ਪੰਜਾਬੀ। ਇਹ ਤਾਂ ਮੈਂ ਅੱਗੇ ਹੀ ਸਮਝ ਗਿਆ ਸੀ। ਪੰਜਾਬੀਆਂ ਤੋਂ ਬਿਨਾਂ ਇਹੋ ਜਿਹਾ ਕਪੱਤਾ ਕੌਣ ਹੋ ਸਕਦਾ? ਪੰਜਾਬੀ ਸਾਰੇ ਹੀ ਕਪੱਤੇ ਨਹੀਂ ਹੁੰਦੇ ਬਾਬਾ। ਐਤਕੀ ਕੈਦੀ ਦੀ ਆਵਾਜ਼ 'ਚ ਰੋਸ ਦਾ ਅੰਸ਼ ਸੀ, ਜਿਵੇਂ ਉਹ ਕਹਿ ਰਿਹਾ ਹੋਵੇ, ਤੂੰ ਕੌਣ ਹੁੰਦਾ ਪੰਜਾਬੀਆਂ ਨੂੰ
ਕਪੱਤੇ ਕਹਿਣ ਵਾਲਾ। ਮਾਫ ਕਰੀ ਮੇਰੇ ਦੋਸਤ, ਬਾਬਾ ਜੀ ਦੀ ਆਵਾਜ਼ 'ਚ ਐਤਕੀ ਦਿਲ ਜੋਈ ਤੇ ਹਲੀਮੀ ਦੇ ਭਾਵ ਸਨ। ਮੈਂ ਤੇਰਾ ਦਿਲ ਦੁਖਾਉਣ ਲਈ ਨਹੀਂ ਕਹਿ ਰਿਹਾ, ਮੈਂ ਖੁਦ ਵੀ ਤਾਂ ਪੰਜਾਬੀ ਹਾਂ। ਮੈਂ ਵੀ ਜਾਣਦਾ ਕਿ ਸਾਰੇ ਪੰਜਾਬੀ ਭੈੜੇ ਨਹੀਂ ਹੁੰਦੇ, ਪਰ ਔਸਤਨ ਇਹ ਦੂਜੇ ਸੂਬਿਆਂ ਨਾਲੋਂ ਜ਼ਿਆਦਾ ਭੇੜੂ ਹੁੰਦੇ ਨੇ। ਕੈਦੀ ਨੇ ਅਤਕਾਂ ਫਿਰ ਚੁੱਪ ਸਾਧ ਲਈ। ਕੁਵੇਲੇ ਜਾਗ ਪੈਣ ਤੋਂ ਬਾਅਦ ਬਾਬਾ ਜੀ ਨੂੰ ਨੀਂਦਰ ਨਹੀਂ ਸੀ ਆ ਰਹੀ, ਜਿਸ ਕਰਕੇ ਉਹ ਉਸ ਕੈਦੀ ਨਾਲ ਗੱਲਾਂ ਕਥਾ ਕਰਕੇ ਵਕਤ ਗੁਜ਼ਾਰਨਾ ਚਾਹੁੰਦੇ ਸਨ। ਨਾਲ ਲੜਾਈ ਦਾ ਪ੍ਰਯੋਗ ਸੁਣਨ ਦੀ ਵੀ ਉਹਨਾਂ ਦੀ ਇੱਛਾ ਸੀ। ਥੋੜੀ ਦੇਰ ਬਾਅਦ ਉਹਨਾਂ ਫਿਰ ਪੁੱਛਿਆ, ਤੈਨੂੰ ਨੀਂਦਰ ਆ ਰਹੀ ਹੈ? ਨੀਂਦਰ ਕਿਸ ਕਾਫਰ ਨੂੰ ਆ ਸਕਦੀ ਹੈ ਇੰਨੀ ਮਾਰ ਖਾਣ ਤੋਂ ਬਾਅਦ? ਕੈਦੀ ਨੇ ਬੜੀ ਲੂਠੀ ਆਵਾਜ਼ 'ਚ ਜਵਾਬ ਦਿੱਤਾ ਤੇ ਉਹਦੀ ਕੇਵਲ ਆਵਾਜ਼ 'ਚੋਂ ਹੀ ਸਹਿ ਪੀੜਾ ਦਾ ਅਨੁਭਵ ਕਰਦਿਆਂ ਬਾਬਾ ਜੀ ਨੇ ਆਪਣੇ ਰਵੱਈਏ ਨੂੰ ਹੋਰ ਰਮਦਰਦਾਨਾ ਬਣਾ ਕੇ ਪੁੱਛਿਆ ਹਮਦਰਦਾਨਾ ਬਣਾ ਕੇ ਪੁੱਛਿਆ, ਪੀਲੀ ਵਾਲੇ ਨੇ ਮਾਰਿਆ ਸੀ? ਇੱਕ ਥੋੜਾ ਸੀ ਮਾਰਨ ਵਾਲਾ, ਕੈਦੀ ਰੋਸ ਭਰੀ ਆਵਾਜ਼ 'ਚ ਬੋਲਿਆ। ਇੱਕ ਅੱਧ ਨੂੰ ਮੈਂ ਵਾਰੇ ਆਉਣ ਦਿੰਦਾ ਸਾਂ। ਪੀਲੀ ਨੀਲੀ ਵਾਲਿਆਂ ਤਿੰਨਾਂ ਚੌਂ ਨੇ ਰਲ ਕੇ ਜਦ ਢਾਹ ਲਿਆ ਤਾਂ ਮੇਰੀ ਇਕੱਲੇ ਦੀ ਉੱਥੇ ਕੀ ਪੇਸ਼ ਜਾ ਸਕਦੀ ਸੀ? ਕੈਦੀ ਦੀ ਆਵਾਜ਼ 'ਚ ਐਤਕੀ ਅਰਮਾਨ ਟਪਕਦਾ ਸੀ, ਜਿਵੇਂ ਕਹਿ ਰਿਹਾ ਹੋਵੇ, ਮੇਰਾ ਵੀ ਇੱਕ ਅੱਧ ਸਾਥੀ ਨਾਲ ਹੁੰਦਾ ਤਾਂ ਇੱਕ ਵਾਰੀ ਦੱਸ ਦਿੰਦਾ। ਪਰ ਕਿਸ ਕਸੂਰ ਬਦਲੇ? ਬਾਬਾ ਜੀ ਦੀ ਆਵਾਜ਼ 'ਚ ਵੱਡਿਆਂ ਵਡੇਰਿਆਂ ਵਰਗੀ ਮਮਤਾ ਸੀ, ਭਾਵੇਂ ਕਿ ਉਹਨਾਂ ਨੂੰ ਇਸ ਕੈਦੀ ਦੀ ਉਮਰ ਬਾਰੇ ਕੁਝ ਵੀ ਅੰਦਾਜ਼ਾ ਨਹੀਂ ਸੀ। ਉਫ! ਇੱਕ ਭਰਵੀਂ ਕਸੀਸ ਵੱਟਦਿਆਂ ਕੈਦੀ ਨੇ ਜਵਾਬ ਦਿੱਤਾ, ਕੀ ਪੁੱਛਣਾ ਬਾਬਾ? ਜਿਸ ਕੀ ਲਾਠੀ ਉਸੀ ਕੀ ਬਹਿੰਸ ਵਾਲੀ ਗੱਲ ਬਣੀ ਹੋਈ ਹੈ ਇਸ ਦੁਨੀਆ 'ਚ। ਕੈਦੀ ਦੇ ਮੂੰਹ ਇਹ ਗੱਲ ਸੁਣ ਕੇ ਬਾਬਾ ਜੀ ਦੇ ਦਿਲ 'ਚ ਹੋਰ ਵੀ ਤਰਸ ਪੈਦਾ ਹੋ ਗਿਆ ਉਸ ਲਈ। ਪਰ ਗੱਲ ਕੀ ਹੋਈ ਸੀ? ਗੱਲ ਕੁਝ ਵੀ ਨਾ। ਸਧਾਰਨ ਜਿਹੇ ਢੰਗ ਨਾਲ ਕੈਦੀ ਨੇ ਦੱਸਣਾ ਸ਼ੁਰੂ ਕੀਤਾ। ਅਸੀਂ ਦੋ ਕੈਦੀ B ਵਾਰਡ ਦੀ 16 ਨੰਬਰ ਕੋਠੜੀ 'ਚ ਸੀ। ਮੇਰਾ ਦੂਜਾ ਸਾਥੀ ਇੱਕ ਲਾਲਾ ਸੀ, ਜਿਹੜਾ ਬਲੈਕ ਦੇ ਕੇਸ 'ਚ ਕੱਲ ਪਰਸੋਂ ਹੀ ਅੰਦਰ ਆਇਆ ਸੀ। ਇਹੋ ਜਿਹੀਆਂ ਮੋਟੀਆਂ ਸਾਮੀਆਂ ਨੂੰ ਤੁਹਾਨੂੰ ਪਤਾ, ਜੇਲ੍ਹ ਵਾਲੇ ਇੱਕ ਦੋ ਦਿਨ C ਕਲਾਸ 'ਚ ਰੱਖਦੇ ਹੁੰਦੇ ਨੇ ਤੇ ਜਦੋਂ ਤਰੀਕ ਭਰ ਦੇਣ ਫਿਰ AB ਜਾਂ ਜਿਹੋ ਜਿਹਾ ਚੜਾਵਾ ਚੜੇ ਕਰ ਦਿੰਦੇ ਨੇ। ਅਸੀਂ ਦੋਵੇਂ ਕਈ ਘੰਟੇ ਗੱਲੀਂ ਲੱਗੇ ਰਹੇ। ਗੱਲਾਂ ਤੇ ਹੋਰ ਉਰਲੀਆਂ ਪਰਲੀਆਂ ਸ਼ੁਰੂ ਹੋਈਆਂ, ਪਰ ਛੇਕੜ ਬਹਿਸ ਚੱਲ ਪਈ। ਨਾ ਆਸਤਕ ਨਾਸਤਕ ਪਣੇ ਉੱਤੇ। ਉਹ ਆਪਣਾ ਲੱਗਾ ਰੱਬ ਦੇ ਜੇ ਦਿਆਲੂ ਹੋਵੇ ਤਾਂ ਰਾਤੋਂ ਰਾਤ ਦਰੋਗੇ ਤੋਂ ਲੈ ਕੇ ਪੀਲੀ ਵਾਲਿਆਂ ਤੱਕ ਸਾਰੇ ਸੁਸਰੀ ਵਾਂਗ ਸੌਂ ਜਾਣ ਤੇ ਜੇਲ੍ਹ ਦੇ ਸਾਰੇ ਜੰਦਰੇ ਮੁਰਮੁਰੇ ਵਾਂਗ ਭੁਰ ਕੇ ਹੇਠਾਂ ਜਾ ਪੈਣ। ਬੋਲਦਾ ਕੈਦੀ ਜ਼ਰਾ ਕੁ ਸੁਸਤ ਆਇਆ। ਸ਼ਾਇਦ ਉਹ ਪੀੜ ਕਰਕੇ ਆਪਣੇ ਕਿਸੇ ਅੰਗ ਨੂੰ ਘੁੱਟਣ ਲੱਗ ਪਿਆ ਸੀ। ਅੱਛਾ, ਤੇ ਫਿਰ ਤੂੰ ਕੀ ਜਵਾਬ ਦਿੱਤਾ? ਬਾਬਾ ਜੀ ਨੇ ਉਹਦੀਆਂ ਗੱਲਾਂ ਵਿੱਚ ਦਿਲਚਸਪੀ ਲੈਂਦਿਆਂ ਪੁੱਛਿਆ। ਮੈਂ ਹੋਰ ਕੀ ਕਹਿਣਾ ਸੀ, ਕੈਦੀ ਨੇ ਦੱਸਣਾ ਸ਼ੁਰੂ ਕੀਤਾ। ਮੈਂ ਆਖਿਆ ਸਭ ਭੰਗੜਾ ਵਾਲੀਆਂ ਗੱਲਾਂ ਨੇ, ਕੋਈ ਰੱਬ ਰੁੱਬ ਨਹੀਂ, ਨਾ ਕੋਈ ਗੁਰੂ, ਨਾ ਪੀਰ ਤੇ ਨਾ ਕੋਈ ਅਵਤਾਰ। ਜੇ ਕੋਈ ਹੈ ਤਾਂ ਉਹਨੂੰ ਤੂੰ ਕਹਿੰਦਾ ਕਿਉਂ ਨਹੀਂ ਕਿ ਆ ਕੇ ਤੇਰੀ ਬੰਦ ਖਲਾਸੀ ਕਰਾਵੇ? ਅੱਗੋਂ ਕਹਿਣ ਲੱਗਾ, ਜਿਸ ਦਿਨ ਮੈਂ ਫੜਿਆ ਗਿਆ ਸਾਂ ਉਸੇ ਦਿਨ ਮੇਰੇ ਘਰਦਿਆਂ ਨੇ ਬਿਰਲਾ ਮੰਦਿਰ ਜਾ ਕੇ ਤੇ ਦੇਵੀ ਦੇਵਤਿਆਂ ਅੱਗੇ ਪ੍ਰਸ਼ਾਦ ਚੜਾਇਆ ਤੇ ਸੁੱਖਣਾ ਸੁੱਖੀਆਂ ਸਨ। ਮੈਨੂੰ ਵੀ ਵਿਸਵੇ ਯਕੀਨ ਹੈ ਕਿ ਉਹਨਾਂ ਦੇਵੀ ਦੇਵਤਿਆਂ ਦੀ ਕਿਰਪਾ ਨਾਲ ਮੈਂ ਅਪੀਲ 'ਚ ਬਰੀ ਹੋ ਜਾਵਾਂਗਾ। ਸਜ਼ਾ ਉਹਨੂੰ ਕੁੱਲ 1 ਮਹੀਨੇ ਦੀ ਹੋਈ ਸੀ। ਬਸ ਜੀ ਇਸੇ ਗੱਲ ਉੱਤੇ ਜਿਉਂ ਸਾਡੀ ਬਹਿਸ ਛਿੜੀ ਕਿ ਰਾਤ ਦੇ 11 ਵੱਜ ਗਏ। ਉਹ ਕਹੀ ਜਾਵੇ ਰੱਬ ਹੈ, ਮੈਂ ਕਹੀ ਜਾਵਾਂ ਕੋਈ ਨਹੀਂ। ਲਾਲਾ ਕਹਿਣ ਲੱਗਾ ਕਿ ਰੱਬ ਵਿੱਚ ਦੋਵੇਂ ਸਿਫਤਾਂ ਨੇ, ਉਹ ਬੇਰਹਿਮ ਵੀ ਹੈ ਤੇ ਮਿਹਰਬਾਨ ਵੀ। ਰਹਿਮ ਉਹ ਕਰਦਾ ਆਪਣੇ ਭਗਤਾਂ ਉੱਤੇ ਜਿਹੜੇ ਉਹਦਾ ਨਾਮ ਜਪਦੇ ਜਾਂ ਉਹਦੇ ਨਾਂ ਤੇ ਪੁੰਨ ਕਰਦੇ ਨੇ, ਤੇ ਬੇਰਹਿਮੀ ਕਰਦਾ ਉਹਨਾਂ ਨਾਸਤਕਾਂ ਉੱਤੇ ਜਿਹੜੇ ਉਹਨੂੰ ਮੰਨਦੇ ਨਹੀਂ। ਲਾਲੇ ਦੀ ਗੱਲ ਦਾ ਮੈਂ ਜਵਾਬ ਦਿੱਤਾ, ਤਾਂ ਤੇ ਰੱਬ ਅੱਜ ਕੱਲ੍ਹ ਦੀ ਹਾਕਮਾਂ ਨਾਲੋਂ ਵੀ ਵੱਧ ਹੋਇਆ, ਜਿਹੜਾ ਖੁਸ਼ਾਮਦ ਤੇ ਵੱਡੀ ਤੋਂ ਬਿਨਾਂ ਰਾਸ ਨਹੀਂ ਆਉਂਦਾ। ਮੇਰੀਆਂ ਗੱਲਾਂ ਸੁਣ ਕੇ ਉਸ ਲਾਲੇ ਨੂੰ ਗੁੱਸਾ ਚੜ੍ਹ ਗਿਆ ਤੇ ਲੱਗ ਪਿਆ ਮੈਨੂੰ ਅਬਾ ਤਬਾ ਕਰਨ। ਮੈਂ ਬਥੇਰਾ ਉਹਨੂੰ ਸਮਝਾਇਆ ਵੀ ਗਾਲੀ ਗਲੋਚ ਕਰਨ ਦੀ ਲੋੜ ਨਹੀਂ, ਤੂੰ ਮੇਰੀ ਗੱਲ ਦਾ ਦਲੀਲ ਨਾਲ ਜਵਾਬ ਦੇ, ਪਰ ਉਹ ਤੇ ਮੇਰੀ ਸੁਣੇ ਹੀ ਕੋਈ ਨਾ ਤੇ ਗਾਲਾਂ ਕੱਢੀ ਜਾਵੇ ਮੈਨੂੰ, ਆਖੇ ਤੂੰ ਨਾਸਤਕ ਹੈ, ਤੂੰ ਕਾਫਰ ਹੈ, ਤੂੰ ਬੇਈਮਾਨ ਹੈ, ਅਮਕਾ ਢਮਕਾ ਹੈ। ਅੱਛਾ ਫਿਰ? ਬਾਬਾ ਜੀ ਨੇ ਉਹਦੀਆਂ ਗੱਲਾਂ 'ਚੋਂ ਸਵਾਦ ਲੈਂਦਿਆਂ ਪੁੱਛਿਆ। ਫਿਰ ਤੂੰ ਲੜ ਪਿਓ ਉਸ ਨਾਲ? ਕੈਦੀ ਜਿਵੇਂ ਆਪਣੀ ਕਰਨੀ ਤੇ ਫਖਰ ਕਰ ਰਿਹਾ ਹੋਵੇ ਬੋਲਿਆ, ਅਕਸਰ ਬਾਬਾ ਜੀ, ਹਰ ਕੋਈ ਪਾ ਅੰਨ ਖਾਂਦਾ ਹੈ, ਤੁਸੀਂ ਆਪ ਸਿਆਣੇ ਹੋ। ਹੁੰਦੀ ਪੁਰਾਣੀ ਗੱਲਾਂ ਤੇ ਨਹੀਂ ਨਾ ਖਾਧੀਆਂ ਜਾਂਦੀਆਂ। ਮੈਨੂੰ ਵੀ ਤੈਸ਼ ਆ ਗਿਆ ਤੇ ਫੜ ਕੇ 2-4 ਜੜਤੀਆਂ ਗਰਮਾ ਗਰਮ। ਬਸ ਜੀ, ਲਾਲੇ ਨੇ ਛੱਤ ਸਿਰ ਤੇ ਚੁੱਕ ਲਈ। ਪਾਰਿਆਂ ਕਰਕੇ ਉੱਚਰ ਨੂੰ ਸਟਾਫ ਆ ਗਿਆ ਤੇ ਮੈਨੂੰ ਲੱਗ ਪਿਆ ਕੁਟਾਪਾ ਚੜ੍ਹ। ਨਾ ਕਿਸੇ ਪੁੱਛਿਆ ਨਾ ਗਿੱਛਿਆ। ਇੰਨਾ ਕੁ ਬੋਲ ਚੁੱਕਣ ਤੋਂ ਬਾਅਦ ਕੈਦੀ ਨੇ ਫਿਰ 1-2 ਕਸੀਸਾਂ ਵੱਟੀਆਂ ਤੇ ਫਿਰ ਬਾਬਾ ਜੀ ਨੂੰ ਪੁੱਛਣ ਲੱਗਾ, ਪਾਣੀ ਨਹੀਂ ਹੋਏਗਾ? ਘੁੱਟਕ
ਮੇਰਾ ਤਾਲੂ ਸੁੱਕਦਾ ਜਾਂਦਾ ਹੈ। ਬਾਬਾ ਜੀ ਉੱਠੇ, ਦੂਜੇ ਨੁਕਰੇ ਪਈ, ਝੱਜਰ 'ਚੋਂ ਬਾਟੀ 'ਚ ਪਾਣੀ ਪਾ ਕੇ ਹਨੇਰੇ 'ਚ ਟੋਹਦਿਆਂ ਉਹਨੂੰ ਫੜਾਇਆ। ਇਸ ਅਨੋਖੇ ਕੈਦੀ ਦੀਆਂ ਗੱਲਾਂ ਸੁਣ ਕੇ ਬਾਬਾ ਜੀ ਨੂੰ ਹੈਰਾਨੀ ਵੀ ਹੋਈ ਤੇ ਉਸ ਨਾਲ ਕਾਫੀ ਹੱਦ ਤੱਕ ਹਮਦਰਦੀ ਵੀ ਪੈਦਾ ਹੋ ਗਈ। ਉਹਨਾਂ ਦਾ ਦਿਲ ਚਾਹਿਆ ਕਿ ਉਸ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨ, ਬਲਕਿ ਉਹਨਾਂ ਦਾ ਇੱਥੋਂ ਤੱਕ ਦਿਲ ਕੀਤਾ ਕਿ ਇਹੋ ਜਿਹੇ ਮੌਜੀ ਆਦਮੀ ਨਾਲ ਦੋਸਤੀ ਦੇ ਸੰਬੰਧ ਵੀ ਪੈਦਾ ਕਰਨ, ਜਿਹੜਾ ਨਾ ਤਾਂ ਆਪਣੀ ਬਹਾਦਰੀ ਉੱਤੇ ਕਿਸੇ ਤਰ੍ਹਾਂ ਦਾ ਫਖਰ ਕਰਨਾ ਜਾਣਦਾ ਹੈ, ਨਾ ਹੀ ਆਪਣੇ ਨਿਰਾਦਰ ਨੂੰ ਬਹੁਤਾ ਮਹਿਸੂਸ ਕਰਦਾ ਹੈ। ਪਾਣੀ ਪੀ ਚੁੱਕਣ ਤੋਂ ਬਾਅਦ ਕੈਦੀ ਨੇ ਫਿਰ ਇੱਕ ਦੋ ਵਾਰੀ ਔਖੀ ਹੂੰਗਰ ਭਰੀ। ਫਿਰ ਕੋਠੜੀ 'ਚ ਸਨਾਟਾ ਛਾ ਗਿਆ। ਪਾਣੀ ਦੇਣ ਤੋਂ ਬਾਅਦ ਬਾਬਾ ਜੀ ਮੁੜ ਆਪਣੀ ਥੜੀ ਤੇ ਆ ਲੇਟੇ। ਨਵਾਂ ਬੰਦਾ ਆਪਣੇ ਆਪ 'ਚ ਬੁੜਬੁੜਾਈ ਜਾ ਰਿਹਾ ਹੈ। ਅਸਲ 'ਚ ਤੇ ਇਹੋ ਜਿਹੀ ਬਹਿਸ 'ਚ ਮੇਰਾ ਪੈਣਾ ਹੀ ਬੇਹੂਦਗੀ ਸੀ। ਰੱਬ ਜੇ ਹੈ ਤਾਂ ਸਾਨੂੰ ਕੀ, ਜੇ ਨਹੀਂ ਤਾਂ ਸਾਨੂੰ ਕੀ। ਮੈਂ ਤਾਂ ਇੰਨਾ ਹੀ ਜਾਣਨਾ ਵਾਂ ਕਿ ਜੇ ਰੱਬ ਹੋਏਗਾ ਵੀ ਤਾਂ ਤੇਰੀ ਮੇਰੀ ਪਹੁੰਚ ਤੋਂ ਬਾਹਰ ਹੀ ਸੀ, ਬਾਹਰ ਦੀ ਚੀਜ਼ ਹੈ। ਰੱਬ ਵੱਡਾ ਹੈ, ਮਹਾਨ ਹੈ, ਸਰਵ ਸ਼ਕਤੀਮਾਨ ਹੈ, ਤੇ ਅਸੀਂ ਹੋਏ ਨਾਚੀਜ਼ ਜੇ ਕੀੜੇ ਪੈਰਾਂ ਹੇਠਾਂ ਮਿਧੀਂਦੇ ਜਰਮ। ਸਾਡੇ ਵਰਗਿਆਂ ਦੀ ਪਹੁੰਚ ਭਲਾ ਕਿੱਥੇ ਰੱਬ ਤੱਕ। ਕਿਸੇ ਵੀ ਮੰਦਿਰ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਚਾਂਦੀ ਸੋਨੇ ਦੇ ਪੱਤਰਿਆਂ ਤੇ ਸੰਗਮਰਮਰ ਦੀਆਂ ਟਾਈਲਾਂ ਉੱਤੇ ਵੱਡੇ ਵੱਡੇ ਸ਼੍ਰੀਮਾਨਾਂ ਤੇ ਸ਼੍ਰੀਮਤੀਆਂ ਦੇ ਨਾਂ ਉਕਰੇ ਹੋਏ ਵੇਖੋਗੇ। ਕਦੀ ਕਿਸੇ ਗਰੀਬ ਦਾ ਨਾਂ ਵੇਖਿਆ ਜੇ? ਇਹਦਾ ਮਤਲਬ ਸਾਫ਼ ਹੈ ਕਿ ਰੱਬ ਦਾ ਤੇ ਮਾਇਆਧਾਰੀਆਂ ਦਾ ਚੋਲੀ ਦਾਮਨ ਦਾ ਸਾਥ। ਫਿਰ ਅਸੀਂ ਲੋਕ ਤੀਜੇ ਤਿਹਾਕ ਕਿਉਂ ਵਿੱਚ ਟੰਗ ਅੜਾਉਂਦੇ ਫਿਰੀਏ? ਇਸ ਵੇਲੇ ਵੀ ਤਾਂ ਰੱਬ ਦੀ ਕਰਾਮਾਤ ਮੈਂ ਹੱਥਾਂ ਉੱਤੇ ਸਰੋਂ ਉਗਦੀ ਵੇਖ ਲਈ। ਫਿਰ ਵੀ ਜੇ ਯਕੀਨ ਨਾ ਕਰਾਂ ਤਾਂ ਇਹਦਾ ਕੀ ਕਸੂਰ? ਕੀ ਕਰਾਮਾਤ ਵੇਖੀ ਤੂੰ? ਬਾਬਾ ਜੀ ਨੇ ਉਹਨੂੰ ਪੁੱਛਿਆ। ਕਰਾਮਾਤ ਕੀ ਇਹ ਘੱਟ ਹੈ? ਕੈਦੀ ਬੋਲਿਆ ਕਿ ਉਹ ਲਾਲਾ ਸੀ ਅਮੀਰ ਤੇ ਮੈਂ ਸਾਂ ਗਰੀਬ, ਨਾਲੇ ਉਹ ਸੀ ਆਸਤਕ, ਮੈਂ ਸੀ ਨਾਸਤਕ। ਅਸੀਂ ਦੋਵੇਂ ਲੜ ਪਏ। ਰੱਬ ਨੇ ਝੱਟ ਆਪਣੇ ਭਗਤ ਦੀ ਬੌੜੀ ਕੀਤੀ। ਉਹਨੇ ਪੀਲੀ ਪੀਲੀ ਵਰਦੀ ਵਾਲੇ 3-4 ਜਮਦੂਤ ਭੇਜ ਕੇ ਮੇਰੀ ਨਾਸਤਕ ਦੀ ਖੂਬ ਭੁਗਤ ਸਵਾਰੀ। ਫਿਰ ਹੋਰ ਸੁਣੋ, ਲਾਲੇ ਦਾ ਇਹ ਕਹਿਣਾ ਵੀ ਤੇ ਝੂਠ ਨਹੀਂ ਸੀ ਕਿ ਉਹਦੇ ਵਾਰਸਾਂ ਨੇ ਬਿਰਲਾ ਮੰਦਿਰ ਜਾ ਕੇ ਜਿਹਨਾਂ ਦੇਵੀ ਦੇਵਤਿਆਂ ਅੱਗੇ ਮਿੰਨਤਾਂ ਮੰਨੀਆਂ ਨੇ, ਉਹ ਜ਼ਰੂਰ ਉਹਨੂੰ ਬਰੀ ਕਰਾ ਦੇਣਗੇ। ਜੇ ਬਰੀ ਨਹੀਂ ਕਰਾਉਣਗੇ ਤਾਂ ਮੰਨਤਾਂ ਕੀਕਣ ਵਸੂਲ ਕਰ ਸਕਣਗੇ ਤੇ ਪ੍ਰਸ਼ਾਦ ਕੀਕਣ ਹਜ਼ਮ ਕਰ ਸਕਣਗੇ। ਤਾਂਹੀਏ ਤਾਂ ਮੈਂ ਕਹਿਣਾ ਵਾਂ ਕਿ ਰੱਬ ਜੇ ਹੈ ਵੀ ਤਾਂ ਅਮੀਰਾਂ ਲੋਕਾਂ ਦਾ। ਤੂੰ ਤੇ ਜਵਾਨ, ਬਾਬਾ ਜੀ ਨੇ ਪ੍ਰਭਾਵਿਤ ਹੋ ਕੇ ਕਿਹਾ। ਕੋਈ ਬੜਾ ਫਿਲਾਸਫਰ ਮਾਲੂਮ ਹੁੰਦਾ ਹੈ, ਪਰ ਹੈ ਪੱਕਾ ਢੀਠ। ਜਦ ਕਿ ਤੂੰ ਉਹਨਾਂ ਦੇ ਰੱਬ ਦੀ ਹੁਣੇ ਇੱਕ ਪ੍ਰਤੱਖ ਕਰਾਮਾਤ ਵੇਖ ਚੁੱਕਾ ਹੈ, ਤੇ ਤੂੰ ਇਹ ਵੀ ਚੰਗਾ ਭਲਾ ਜਾਣਨਾ ਹੈ ਕਿ ਰੱਬ ਆਪਣੇ ਭਗਤਾਂ ਦੀ ਮਦਦ ਕਰਦਾ ਹੈ। ਫਿਰ ਵੀ ਤੂੰ ਉਹ ਤੋਂ ਡਰਦਾ ਨਹੀਂ, ਫਿਰ ਵੀ ਤੂੰ ਨਾਸਤਕ ਦਾ ਨਾਸਤਕ। ਡਰਾਂ ਕਿਉਂ? ਕੈਦੀ ਉਸੇ ਦਬਦਬੇ ਵਿੱਚ ਬੋਲੇ। ਡਰ ਨੋ ਲੋਕ ਜਿਹੜੇ ਉਹਦਾ ਦਿੱਤਾ ਖਾਂਦੇ ਨੇ, ਬਲਕਿ ਉਹਦੀ ਬਖਸ਼ਿਸ਼ ਉੱਤੇ ਐਸ਼ਾਂ ਕਰਦੇ ਨੇ। ਮੈਂ ਕਿਉਂ ਡਰਾਂ ਉਸ ਪਾਸੋਂ? ਤੇ ਕਿਉਂ ਉਹਦੀ ਅਤਾਇਤ ਕਬੂਲਾਂ ਜੇ ਉਹ ਮੈਨੂੰ ਸੜੀ ਰੋਟੀ ਦੀ ਸਿੱਕੜ ਵੀ ਲਾ ਕੇ ਨਹੀਂ ਦਿੰਦਾ? ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਦੱਸਾਂ। ਮੇਰੀ ਮਾਂ ਵੀ ਰੱਬ ਦੇ ਪੱਕੇ ਭਗਤਾਂ ਚੋਂ ਹੈ। ਉਹਨੇ ਮੱਥਾ ਆਪਣਾ ਅੱਧਾ ਕਰ ਛੱਡਿਆ ਭਗਵਾਨ ਅੱਗੇ ਘਸਾ ਕੇ। ਦਿਨੇ ਵੇਖੋ ਜੇ ਰਾਤੀ ਵੇਖੋ ਤਾਂ ਬਸ ਹਰ ਵੇਲੇ ਹੱਥ ਵਿੱਚ ਮਾਲਾ ਜਾਂ ਗੀਤਾ। ਪਰ ਹਾਲ ਉਹਦਾ ਇਹ ਵੀ ਕਿ ਨਾ ਕਦੀ ਢਿੱਡ ਭਰਨ ਨੂੰ ਰੋਟੀ ਜੁੜੀ, ਨਾ ਤਨ ਢੱਕਣ ਨੂੰ ਕੱਪੜਾ। ਜਾਣਦੇ ਹੋ ਕਿਉਂ? ਕਿਉਂ ਨਹੀਂ ਭਗਵਾਨ ਆਪਣੀ ਉਸ ਸ਼ਰਧਾਲਣ ਉੱਤੇ ਟੁੱਟਦਾ? ਇਸ ਲਈ ਕਿ ਭਗਵਾਨ ਨੂੰ ਵੱਢੀ ਦੇਣ ਜੋਗਾ ਉਸ ਕੋਲ ਕੁਝ ਨਹੀਂ। ਨਿਰੀ ਪੂਰੀ ਭਗਤੀ ਨੂੰ ਭਗਵਾਨ ਉੱਤੇ ਪਾਵੇ ਕਿ ਹੇਠਾਂ ਪਾਵੇ। ਬਾਬਾ ਜੀ ਲੰਮੇ ਪਏ ਸਨ, ਉੱਠ ਕੇ ਬੈਠ ਗਏ। ਸੱਚੀ ਮੁੱਚੀ ਇਹਦਾ ਕੈਦੀ ਦੇ ਰੂਪ 'ਚ ਕੋਈ ਫਿਲਾਸਫਰ ਉਹਨਾਂ ਦੇ ਸਾਹਮਣੇ ਮੌਜੂਦ ਸੀ। ਉਹ ਬੋਲੇ, ਅੱਛਾ ਇੱਕ ਗੱਲ ਦੱਸ ਜਵਾਨ, ਨਾਂ ਕੀ ਹੈ ਤੇਰਾ? ਨਾਂ ਜੀ ਮੇਰਾ ਸੁਭਾਸ਼ ਚੰਦਰ। ਬਈ ਸਪਿਰਿਟ ਤੇ ਤੇਰੇ ਅੰਦਰ ਸੁਭਾਸ਼ ਚੰਦਰ ਵਾਲੀ ਹੈ। ਹਾਂ ਸੁਭਾਸ਼, ਮੈਂ ਪੁੱਛਣ ਲੱਗਾ ਸਾਂ, ਤੂੰ ਆਪ ਵੀ ਕਦੀ ਭਗਵਾਨ ਕੋਲੋਂ ਕੁਝ ਮੰਗਦਾ ਹੁੰਦਾ ਕਿ ਨਹੀਂ? ਉਸੇ ਰਵਾਨੀ 'ਚ ਸੁਭਾਸ਼ ਬੋਲਿਆ, ਮੰਗਣ ਦੀ ਗੱਲ ਨਾ ਪੁੱਛੋ ਬਾਬਾ ਜੀ। ਸੱਚ ਪੁੱਛੋ ਤਾਂ ਅੱਜ ਤੋਂ ਨਹੀਂ, ਉਦੋਂ ਤੋਂ ਮੈਂ ਹੀ ਉਸ ਕੋਲੋਂ ਮੰਗਦਾ ਥੱਕ ਲੱਥਾਂ ਜਦ ਤੋਂ ਹੋਸ਼ ਸੰਭਾਲੀਏ। ਪਰ ਉਸ ਕੰਜੂਸ ਨੇ ਦਿੱਤਾ ਮੈਨੂੰ ਕਦੀ ਕੁਝ? ਤੇ ਖਾਂਦਾ ਹੰਡਾਉਂਦਾ ਕਿੱਥੋਂ ਹੈ? ਖਾਂਦਾ ਹੰਡਾਉਂਦਾ ਰੱਬ ਕੋਲੋਂ, ਖੋਹ ਖਿੰਚ ਕੇ ਰੱਬ ਕੋਲੋਂ। ਉਹ ਕੀ ਖਾਣ? ਇਹ ਬੜੀ ਲੰਮੀ ਕਥਾ ਹੈ ਬਾਬਾ ਜੀ, ਕਦੀ ਫੇਰ ਜੇ ਮੌਕਾ ਮਿਲਿਆ ਤਾਂ ਸੁਣਾਵਾਂਗਾ। ਫੇਰ ਦੀ ਗੱਲ ਛੱਡ ਮੇਰੇ ਯਾਰ, ਹੁਣੇ ਸੁਣਾ ਦੇ। ਨੀਂਦਰ ਤੇ ਹੁਣ ਆਉਣੀ ਨਹੀਂ ਛੇਤੀ। ਨਾਲੇ ਤੂੰ ਇਹ ਖਲਾਕੀ ਕੈਦੀ ਹੈ, ਤੈਨੂੰ ਸ਼ਾਇਦ ਇੱਕ ਅੱਧ ਦਿਨ ਤੋਂ ਵੱਧ ਨਾ ਰਹਿਣ ਦੇਣ ਮੇਰੇ ਕੋਲ। ਬਾਬਾ ਜੀ ਨੂੰ ਪੋਲੀਟੀਕਲ ਕੈਦੀ ਜਾਣ ਕੇ ਸੁਭਾਸ਼ ਨੇ ਆਪਣੇ ਥਾਂ ਬੈਠਿਆਂ ਸ਼ਰਧਾ ਨਾਲ ਸਿਰ ਝੁਕਾਇਆ। ਫਿਰ ਪੁੱਛਣ ਲੱਗਾ, ਕਿੰਨੀ ਸਜ਼ਾ ਹੈ ਬਾਬਾ ਜੀ ਤੁਹਾਡੀ? ਮੇਰੀ ਸਜ਼ਾ ਮੁੱਕ ਹਿਸਾਬ ਹੈ। ਕਿਵੇਂ? ਮੈਂ ਨਜ਼ਰਬੰਦ ਹਾਂ। ਕਿੰਨਾ ਕੁ ਚਿਰ ਹੋਇਆ ਜੇਲ੍ਹ 'ਚ ਆਇਆ? ਜਦੋਂ ਦੀ ਉਮਰ ਸੰਭਾਲੀਏ ਜੇਲ੍ਹ 'ਚ ਹੀ ਹਾਂ।
ਇਸ ਤੋਂ ਬਾਅਦ ਬਾਬਾ ਜੀ ਨੇ ਸੰਖੇਪ ਚ ਆਪਣਾ ਹਾਲ ਉਹਨੂੰ ਸੁਣਾਇਆ ਤੇ ਫਿਰ ਉਹਨਾਂ ਨੇ ਸੁਭਾਸ਼ ਤੋਂ ਪੁੱਛਿਆ, ਤੇਰੀ ਕਿੰਨੀ ਸਜ਼ਾ? 1 ਸਾਲ। ਕਿੰਨੀ ਕੱਟ ਚੁੱਕਾ ਹੈ? 6-7 ਮਹੀਨੇ। ਕਿਸ ਜੁਰਮ ਚ ਆਇਆ ਸੀ? ਚੋਰੀ ਦੇ ਜੁਰਮ ਚ। ਕਿਹਦੀ ਚੋਰੀ ਕੀਤੀ? ਮੈਂ ਛੋਟੇ ਮੋਟੇ ਲੋਕਾਂ ਦੀ ਚੋਰੀ ਕਰਨੀ ਛੱਡਤੀ ਹੈ ਬਾਬਾ ਜੀ। ਕਿਸੇ ਸ਼ਾਹੂਕਾਰ ਦਾ ਘਰ ਭੰਨਿਆ ਸੀ? ਨਹੀਂ, ਸ਼ਾਹੂਕਾਰਾਂ ਦੇ ਗੁਰੂ ਕੰਟਾਲ ਰੱਬ ਦਾ। ਰੱਬ ਦਾ? ਜੀ ਹਾਂ, ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ। ਰੱਬ ਤੇਰਾ ਸਭ ਤੋਂ ਵੱਡਾ ਦੁਸ਼ਮਣ? ਕਿਤੇ ਤੇਰਾ ਦਿਮਾਗ ਤੇ ਖਰਾਬ ਨਹੀਂ ਜਵਾਨ? ਜੀ ਨਹੀਂ, ਮੇਰਾ ਦਿਮਾਗ ਬਿਲਕੁਲ ਦਰੁਸਤ ਹੈ। ਬਾਬਾ ਜੀ ਨੂੰ ਉਹਦੀਆਂ ਗੱਲਾਂ ਅਜੀਬ ਰਹੱਸ ਭਰੀਆਂ ਜਾਪੀਆਂ। ਉਹ ਦੋਹਾਂ ਕੰਬਲਾਂ ਦੀ ਬੁੱਕਲ ਮਾਰ ਕੇ ਥੜੀ ਤੋਂ ਉੱਠੇ, ਉਹਦੇ ਕੋਲ ਜਾ ਬੈਠੇ, ਕਹਿਣ ਲੱਗੇ, ਦੱਸ ਭਲਾ ਕਿੱਥੇ ਸੱਟਾਂ ਲੱਗੀਆਂ ਈ? ਘੁੱਟਦਿਆਂ ਜ਼ਰਾ ਤੈਨੂੰ? ਨਹੀਂ ਜੀ। ਅਦਬ ਨਾਲ ਉੱਠ ਕੇ ਬੈਠਦਾ ਸੁਭਾਸ਼ ਬੋਲਿਆ, ਤੁਸੀਂ ਖੇਚਲ ਨਾ ਕਰੋ, ਮੈਨੂੰ ਕੋਈ ਬਹੁਤੀ ਤਕਲੀਫ ਨਹੀਂ। ਪਰ ਬਾਬਾ ਜੀ ਨਹੀਂ ਮੰਨੇ। ਜਿੱਥੇ ਜਿੱਥੇ ਸੁਭਾਸ਼ ਨੇ ਸੰਕੇਤ ਕੀਤਾ, ਉਹਨਾਂ ਨੇ ਸਹਿਜੇ ਸਹਿਜੇ ਉਹਨਾਂ ਥਾਵਾਂ ਨੂੰ ਘੁੱਟਣਾ ਸ਼ੁਰੂ ਕਰਤਾ। ਯਾਰ ਤੂੰ ਤੇ ਸੱਚੀ ਬੜਾ ਸੁਆਦਲਾ ਆਦਮੀ ਮਾਲੂਮ ਹੁੰਦਾ। ਤੇਰੀਆਂ ਗੱਲਾਂ ਬੜੀਆਂ ਮਾਰਕੇ ਦੀਆਂ ਨੇ। ਰਾਤ ਥੋੜੀ ਰਹਿ ਗਈ ਏ, ਮੈਂ ਤੈਨੂੰ ਘੁੱਟੀ ਜਾਣਾ ਤੇ ਤੂੰ ਆਰਾਮ ਨਾਲ ਮੈਨੂੰ ਆਪਣੀ ਹੱਡ ਬੀਤੀ ਸੁਣਾਈ ਚੱਲ। ਤੇਰੇ ਨਾਲ ਤੇ ਸੱਚੀ ਦੋਸਤੀ ਪਾਉਣ ਨੂੰ ਦਿਲ ਕਰਦਾ ਮੇਰਾ। ਮੇਰੇ ਵਰਗੇ ਗੁਨਾਹਗਾਰ ਨਾਲ? ਸੁਭਾਸ਼ ਨੇ ਬਾਬੇ ਦੀ ਵਿਸ਼ੇਸ਼ਤਾ ਕਬੂਲਦਿਆਂ ਕਿਹਾ, ਮੇਰੇ ਵਰਗੇ ਨਿਕੰਮੇ ਬੰਦੇ ਨਾਲ ਕੌਣ ਦੋਸਤੀ ਪਾਏਗਾ? ਇਸ ਦੁਨੀਆ ਦੇ ਲੋਕ ਜਿਹਦੇ ਪਰਛਾਵੇਂ ਤੋਂ ਵੀ ਡਰਦੇ ਨੇ। ਹੋਰ ਤੇ ਹੋਰ ਘਰ ਵਾਲੇ ਵੀ ਮੈਨੂੰ ਨਫ਼ਰਤ ਕਰਦੇ ਨੇ। 6 ਮਹੀਨੇ ਹੋ ਗਏ ਨੇ ਜੇਲ੍ਹ 'ਚ ਆਇਆ, ਅੱਜ ਥੋੜੀ ਕੋਈ ਮੁਲਾਕਾਤ ਲਈ ਰਵਾਦਾਰ ਨਹੀਂ ਹੋਇਆ। ਕਿੱਥੇ ਰਹਿੰਦੇ ਨੇ ਤੇਰੇ ਘਰ ਦੇ? ਇੱਥੇ ਹੀ ਦਿੱਲੀ 'ਚ ਹੀ। ਕੌਣ ਕੌਣ ਹੈ? ਮਾਂ ਏ, ਭੈਣ ਏ, ਇੱਕ ਭਰਾ। ਕਿੰਨੀ ਕੁ ਉਮਰ ਹੈ ਤੇਰੀ? ਹੋਵੇਗੀ 16-17 ਵਰ੍ਹਿਆਂ ਦੀ ਕੁੱਲ। ਮੈਂ ਤਾਂ ਸਮਝਿਆ ਸੀ ਤੂੰ ਹੋਏਗਾ 30-35 ਵਰ੍ਹਿਆਂ ਦਾ। ਤੇਰੀ ਕੋਈ ਗੱਲ ਹੰਡੇ ਵਰਤੇ ਸਿਆਣਿਆਂ ਤੋਂ ਘੱਟ ਮੈਨੂੰ ਨਹੀਂ ਜਾਪੀ। ਤੁਸੀਂ ਠੀਕ ਕਹਿੰਦੇ ਹੋ ਬਾਬਾ ਜੀ। ਇਸ ਨਿੱਕੀ ਜਿਹੀ ਉਮਰ 'ਚ ਜਿੰਨੀਆਂ ਠੋਕਰਾਂ ਮੈਂ ਖਾਧੀਆਂ ਨੇ, ਕਿਸੇ ਬੁੱਢ ਵਰੇਸ ਨੇ ਵੀ ਨਹੀਂ ਖਾਧੀਆਂ ਹੋਣੀਆਂ। ਕੁਝ ਵੀ ਹੋਵੇ, ਪਰ ਮੈਂ ਤੇਰੀ ਦੋਸਤੀ ਤੇ ਫਖਰ ਕਰਾਂਗਾ। ਇਹ ਤੁਹਾਡੀ ਮਿਹਰਬਾਨੀ ਹੈ ਬਾਬਾ ਜੀ। ਜੇ ਮੇਰੇ ਸਿਰ ਤੇ ਹੱਥ ਰੱਖੋ ਤਾਂ ਖਬਰੇ ਮੇਰਾ ਵੀ ਬੇੜਾ ਬੰਨੇ ਲੱਗ ਜਾਏ। ਸੁਭਾਸ਼, ਕੀ ਮੈਂ ਪੁੱਛ ਸਕਦਾ ਕਿ ਰੱਬ ਨਾਲ ਤੇਰੀ ਦੁਸ਼ਮਣੀ ਕਦ ਤੋਂ ਪੈਦਾ ਹੋਈ ਤੇ ਕਿਉਂ ਹੋਈ? ਇਹਦਾ ਸਬੱਬ ਕੀ ਪੁੱਛਦੇ ਹੋ ਬਾਬਾ ਜੀ? ਥੋੜੇ ਲਫ਼ਜ਼ਾਂ 'ਚ ਤਾਂ ਇਹਦਾ ਸਬੱਬ ਇਹ ਹੈ ਕਿ ਮੇਰਾ ਜਨਮ ਉਹਨਾਂ ਮਾਪਿਆਂ ਦੇ ਘਰ ਹੋਇਆ ਜਿਹੜੇ ਸਭ ਤੋਂ ਵੱਡੇ ਆਸਤਕ ਨੇ, ਪਰ ਰੱਬ ਨੇ ਜਿਨ੍ਹਾਂ ਨਾਲ ਵੈਰ ਕਮਾਇਆ। ਮੈਂ ਇੱਕ ਆਰਟਿਸਟ ਦਾ ਲੜਕਾ। ਕਿਹੜੇ ਆਰਟਿਸਟ ਦਾ? ਮੇਰੇ ਪਿਤਾ ਜੀ ਦਾ ਨਾਂ ਸ਼੍ਰੀ ਪ੍ਰਭਾਕਰ ਹੈ। ਕੀ ਕਿਹਾ ਈ? ਪ੍ਰਭਾਕਰ ਤੇਰਾ ਪਿਤਾ ਸੀ? ਜੀ ਹਾਂ। ਤੁਸੀਂ ਕਦੀ ਉਹਨਾਂ ਦਾ ਨਾਂ ਸੁਣਿਆ? ਨਾ ਉਹਨਾਂ ਦਾ ਸੁਣਿਆ ਹੋਇਆ ਕਿ ਨਹੀਂ, ਇਸ ਗੱਲ ਦੀ ਤੇ ਭਲੀ ਪੁੱਛੀ। ਦਿਮਾਗ ਨੂੰ ਚਕਰਾਉਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੀ ਮੈਂ ਵੇਖ ਰਿਹਾ ਕਿ ਮੰਨੇ ਪਰਮੰਨੇ ਆਰਟਿਸਟ ਦਾ ਪੁੱਤਰ ਇਸ ਹਾਲਤ ਵਿੱਚ। ਈਸ਼ਵਰ ਦੀ ਅਗਾਧ ਗਤੀ ਹੈ। ਈਸ਼ਵਰ ਦੀ ਨਾ, ਨਾਲੇ ਈਸ਼ਵਰ ਦੇ ਕਿਸੇ ਹੋਰ ਦੀ। ਸੁਭਾਸ਼ ਗੁੱਸੇ 'ਚ ਬੋਲਿਆ, ਜੇ ਤੁਸੀਂ ਇਹਨੂੰ ਈਸ਼ਵਰ ਦੀ ਗਤੀ ਕਹਿੰਦੇ ਹੋ ਤਾਂ ਮੈਂ ਇੱਕ ਵਾਰੀ ਫੇਰ ਕਹਿੰਦਾ ਕਿ ਤੁਹਾਡਾ ਈਸ਼ਵਰ ਨਹੀਂ, ਸ਼ੈਤਾਨ ਹੈ, ਕਸਾਈ ਹੈ, ਰਿਸ਼ਵਤਖੋਰ ਤੇ ਬਸ। ਬਾਬਾ ਜੀ ਨੇ ਉਹਨੂੰ ਵਧੇਰੇ ਤੇਜ਼ੀ ਨਾਲ ਆਉਂਦਿਆਂ ਵੇਖ ਕੇ ਟੋਕਤਾ। ਇੱਕ ਵਾਰੀ ਤਾਂ ਉਹਨਾਂ ਨੂੰ ਡਰ ਜਿਹਾ ਭਾਸਣ ਲੱਗਾ ਕਿ ਮਤੇ ਮੂਰਖ ਇੱਥੇ ਆ ਕੇ ਵੀ ਕੋਈ ਕਪੱਤ ਨਾ ਖੜੀ ਕਰ ਲਏ। ਖੈਰ, ਬਾਬਾ ਜੀ ਹਲੀਮੀ ਨਾਲ ਬੋਲੇ, ਇਸ ਬਹਿਸ 'ਚ ਨਹੀਂ ਪੈਣਾ ਚਾਹੀਦਾ, ਮਤਲਬ ਦੀ ਗੱਲ ਕਰਨੀ ਚਾਹੀਦੀ ਹੈ ਸਾਨੂੰ। ਤਾਂ ਤੁਸੀਂ ਮੁੜ ਕੇ ਗੱਲ ਕਰਦੇ ਵਿਚਾਲੇ ਕਿਸੇ ਅੜੇ ਈਸ਼ਵਰ ਦਾ ਨਾਂ ਨਹੀਂ ਲੈਣਾ ਹੋਏਗਾ। ਅੱਛਾ ਬਾਬਾ, ਮੈਂ ਭੁੱਲ ਗਿਆ, ਮਾਫੀ ਦੇ। ਤੂੰ ਆਪਣੀ ਗੱਲ ਸ਼ੁਰੂ ਕਰ। ਕਿਸ ਤਰ੍ਹਾਂ ਤੈਨੂੰ ਏਡੇ ਮਸ਼ਹੂਰ ਮਾਰੂਫ ਆਦਮੀ ਦੇ ਪੁੱਤਰ ਨੂੰ ਇਸ ਹਾਲਤ 'ਚ ਆਉਣਾ ਪਿਆ? ਅਜੇ ਤੀਕ ਬਾਬਾ ਜੀ ਉਹਦੇ ਦੁੱਖ ਦੇ ਅੰਗਾਂ ਨੂੰ ਬਰਾਬਰ ਘੁੱਟ ਰਹੇ ਸਨ। ਸੁਭਾਸ਼ ਨੇ ਉਹਨਾਂ ਨੂੰ ਫੜ ਲਿਆ, ਕਹਿਣ ਲੱਗਾ, ਬਸ ਕਰੋ ਬਾਬਾ ਜੀ, ਤੁਸੀਂ ਹੋਰ ਔਖੇ ਨਾ ਹੋ, ਮੈਨੂੰ ਹੁਣ ਕੋਈ ਤਕਲੀਫ ਨਹੀਂ। ਇੰਨੀ ਕੁ ਮਾਰ ਨੂੰ ਮੈਂ ਕੀ ਜਾਣਨਾ ਵਾਂ? ਪਿੰਡੇ ਤੇ ਬੜੀਆਂ ਮਾਰਾਂ ਖਾ ਚੁੱਕਾ ਵਾਂ। ਬਾਬਾ ਜੀ ਨੇ ਘੁੱਟਣਾ ਬੰਦ ਕਰਤਾ। ਸੁਭਾਸ਼ ਨੇ ਆਪਣਾ ਬਿਆਨ ਆਰੰਭਿਆ, ਜਿਹੜਾ ਪ੍ਰਭਾਤ ਵੇਲੇ ਤੱਕ ਜਾਰੀ ਰਿਹਾ। ਅਗਲਾ ਅੰਗ ਹੈ ਸੰਗਤ ਦਾ ਅਸਰ। ਦਿਨ ਚੜੇ ਜਦ ਬਾਬਾ ਜੀ ਨੇ ਸੁਭਾਸ਼ ਦੀ ਪੂਰੀ ਨੁਹਾਰ ਵੇਖੀ ਤਾਂ ਉਹਨਾਂ ਨੂੰ ਹੋਰ ਵੀ ਹੈਰਾਨੀ ਹੋਈ। ਏਡਾ ਸੋਹਣਾ ਗੱਭਰੂ ਵੇਖ ਕੇ ਸੱਧਰ ਭੁੱਖ ਲੈਂਦੀ ਸੀ। ਉਹਨੂੰ ਵੇਖ ਕੇ ਜਾਂ ਉਹਦੀਆਂ ਗੱਲਾਂ ਸੁਣ ਕੇ ਕੌਣ ਕਹਿ ਸਕਦਾ ਸੀ ਇਹ ਗੱਭਰੂ ਇਸੇ ਉਮਰੇ ਚੋਰੀਆਂ ਚਕਾਰੀਆਂ ਤੇ ਪੱਤਨ ਤਰ ਚੁੱਕਾ ਹੋਏਗਾ। ਅੱਜ ਜੇਲਰ ਪਾਸ ਸੁਭਾਸ਼ ਦੀ ਪੇਸ਼ੀ ਹੋਣੀ ਸੀ। ਰਾਤ ਦੀ ਲੜਾਈ ਬਦਲੇ, ਪਰ ਇੱਥੋਂ ਤੱਕ ਨੌਬਤ ਹੀ ਨਹੀਂ ਆਈ। ਬਾਬਾ ਜੀ ਨੇ ਦਿਨ ਚੜੇ ਦਰੋਗੇ ਨੂੰ ਸੁਨੇਹਾ ਭੇਜਤਾ ਕਿ ਲੜਕਾ ਆਪਣੀ ਗਲਤੀ ਲਈ ਅਫਸੋਸ ਕਰ ਰਿਹਾ। ਨਾਲ ਹੀ ਉਹਨਾਂ ਨੇ ਇਹ ਵੀ ਆਖ ਭੇਜਿਆ ਕਿ ਸੁਭਾਸ਼ ਇੱਕ ਖਾਸੇ ਉੱਚੇ ਖਾਨਦਾਨ ਚੋਂ ਹੈ। ਕੇਵਲ ਘਰ-ਬਾਰ ਦੇ ਉਜਾੜੇ ਕਰਕੇ ਮੁੰਡਾ ਭੈੜੀ ਸੰਗਤ 'ਚ ਪੈ ਗਿਆ ਸੀ ਤੇ ਜਾਂ ਭੁੱਖ ਦੇ ਹੱਥੋਂ ਲਾਚਾਰ ਹੋ ਕੇ ਇਹਨੂੰ ਚੋਰੀ ਦੀ ਆਦਤ ਸੀ। ਜੇ ਇਹਨੂੰ ਕੁਛ ਦਿਨ ਮੇਰੇ ਕੋਲ ਰਹਿਣ ਤਾਂ ਜਾਏ ਤਾਂ ਯਕੀਨ ਹੈ ਕਿ ਨਾ ਕੇਵਲ ਇਹਦਾ ਚਾਲ ਚਲਨ ਸੁਧਰ ਜਾਏਗਾ, ਸਗੋਂ ਆਪਣੇ ਦੇਸ਼ ਕੌਮ ਲਈ ਇਹ ਇੱਕ ਵੱਡਮੁੱਲੀ ਚੀਜ਼ ਸਾਬਤ ਹੋ ਸਕਦਾ।
ਇਸੇ ਦਿਨ ਤੋਂ ਸੁਭਾਸ਼ ਬਾਬਾ ਜੀ ਨਾਲ ਰਹਿਣ ਲੱਗ ਪਿਆ ਤੇ ਬਾਬਾ ਜੀ ਦੀ ਸੰਗਤ ਦਾ ਫਲ ਰੂਪ ਛੇਤੀ ਛੇਤੀ ਸੁਭਾਸ਼ ਦੇ ਜੀਵਨ 'ਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਬਾਕੀ ਰਹੀ ਉਦਣ ਵਾਲੀ ਲੜਾਈ ਝਗੜੇ ਵਾਲੀ ਗੱਲ, ਇਹਦਾ ਨਿਪਟਾਰਾ ਇੰਨੇ ਨਾਲ ਹੀ ਹੋ ਗਿਆ ਕਿ ਸੁਭਾਸ਼ ਨੇ ਉਸ ਲਾਲੇ ਪਾਸੋਂ ਆਪਣੀ ਗਲਤੀ ਦੀ ਮਾਫੀ ਮੰਗ ਲਈ। ਜਿਨ੍ਹਾਂ ਨੀਲੀ ਪੀਲੀ ਵਾਲਿਆਂ ਉਹਨੂੰ ਕੁੱਟਿਆ ਸੀ, ਉਹਨਾਂ ਨੇ ਬਾਬਾ ਜੀ ਪਾਸ ਆਪਣੀ ਭੁੱਲ ਦਾ ਇਕਬਾਲ ਕਰ ਲਿਆ। ਚਲੋ ਮਾਮਲਾ ਖਤਮ ਹੋਇਆ। ਸਭ ਤੋਂ ਪਹਿਲਾਂ ਬਾਬਾ ਜੀ ਨੇ ਸੁਭਾਸ਼ ਦੇ ਦਿਲ ਚੋਂ ਨਾਸਤਕਪਣੇ ਦੇ ਖਿਆਲ ਬਦਲਣੇ ਸ਼ੁਰੂ ਕੀਤੇ। ਰੋਜ਼ ਰਾਤੀ ਕਈ ਘੰਟੇ ਇਸੇ ਗੱਲ ਤੇ ਬਾਬਾ ਜੀ ਦੀ ਵਾਰਤਾਲਾਪ ਚੱਲਦੀ। ਜਿਨ੍ਹਾਂ ਭਾਵਾਂ ਨੇ ਸੁਭਾਸ਼ ਦੇ ਮਨ ਨੂੰ ਰੱਬ ਪ੍ਰਸਤੀ ਦੇ ਵਿਰੁੱਧ ਉਤਸ਼ਾਹਿਤ ਕੀਤਾ ਸੀ, ਬਾਬਾ ਜੀ ਨੇ ਉਹਨਾਂ ਬਾਰੇ ਬਹੁਤਾ ਚਾਨਣ ਪਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਸੁਭਾਸ਼ ਨੂੰ ਬਾਬਾ ਜੀ ਦੀਆਂ ਗੱਲਾਂ ਸਖਤ ਬੁਰੀਆਂ ਲੱਗਦੀਆਂ। ਕਈ ਵਾਰੀ ਤਾਂ ਉਹ ਸੁਣਦਾ ਕੁਝ ਅੱਕ ਵੀ ਜਾਂਦਾ। ਹੌਲੀ ਹੌਲੀ ਉਹਨੇ ਬਾਬਾ ਜੀ ਦੀਆਂ ਗੱਲਾਂ 'ਚ ਕੁਝ ਸਾਰ ਮਾਲੂਮ ਹੋਣ ਲੱਗ ਪਿਆ ਤੇ ਇਹ ਤੋਂ ਹੋਰ ਕੁਝ ਚਿਰ ਬਾਅਦ ਉਹਨੂੰ ਗੱਲਾਂ ਵਿੱਚੋਂ ਕੋਈ ਅਨੋਖਾ ਸਵਾਦ ਆਉਣ ਲੱਗ ਪਿਆ। ਉਹਨੂੰ ਬੜੇ ਗੌਰ ਨਾਲ ਉਹਨਾਂ ਦੇ ਖਿਆਲ ਸੁਣ ਕੇ ਬੜੀ ਡੂੰਘਾਈ ਨਾਲ ਉਹਨਾਂ ਬਾਰੇ ਸੋਚਦਾ। ਪਹਿਲਾਂ ਉਹਨੂੰ ਬਸ ਇੰਨਾ ਹੀ ਪਤਾ ਸੀ ਕਿ ਮੂਰਤੀਆਂ, ਮੰਦਰਾਂ ਜਾਂ ਪੋਥੀਆਂ ਅੱਗੇ ਮੱਥਾ ਟੇਕਣਾ, ਮਾਲਾ ਫੇਰਨੀ, ਆਰਤੀ ਤੇ ਹੋਰ ਇਹੋ ਜਿਹੇ ਰਸਮੀ ਪੂਜਾ ਪਾਠ ਦੀ ਅਸਲ 'ਚ ਰੱਬ ਪ੍ਰਸਤੀ ਜਾਂ ਆਸਤਕਤਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ 'ਚ ਉਹਨੂੰ ਨਾ ਮਾਤਰ ਦੀ ਅਸਲੀਅਤ ਨਹੀਂ ਸੀ ਦਿਸਦੀ, ਜਿਹਦੀ ਸਭ ਤੋਂ ਉੱਘੀ ਮਿਸਾਲ ਉਹਨੇ ਆਪਣੇ ਹੀ ਘਰ 'ਚ ਵੇਖੀ ਸੀ। ਉਹਦੀ ਮਾਂ ਜਿੰਨਾ ਹੀ ਵਧੇਕ ਪੂਜਾ ਪਾਠ ਵੱਲ ਪਰਵਰਿਤ ਹੁੰਦੀ ਗਈ, ਉਹਨਾਂ ਦੇ ਘਰ ਉੱਤੇ ਦੁੱਖਾਂ ਮੁਸੀਬਤਾਂ ਦੇ ਪਹਾੜ ਸਗੋਂ ਵੱਧ ਤੋਂ ਵੱਧ ਟੁੱਟਦੇ ਗਏ। ਤੇ ਫਿਰ ਉਹਨੇ ਇਹੋ ਜਿਹੇ ਰੱਬ ਪ੍ਰਸਤਾਂ ਜਾਂ ਆਸਤਕਤਾ ਦੀ ਸਭ ਤੋਂ ਵੱਡੀ ਕਰਾਮਾਤ ਜਿਹੜੀ ਦੇਖੀ ਇਹ ਸੀ 1947 ਦੇ ਫਿਰਕੂ ਫਸਾਦ। ਸੋ ਇਹਨਾਂ ਹੀ ਸਾਰੀਆਂ ਗੱਲਾਂ ਨੇ ਰਲ ਮਿਲ ਕੇ ਉਹਨੂੰ ਰੱਬ ਤੋਂ ਜਾਂ ਧਾਰਮਿਕਤਾ ਤੋਂ ਮੁੰਤਜ਼ਰ ਕਰ ਦਿੱਤਾ, ਮੁਤਨਫਰ ਕਰ ਦਿੱਤਾ। ਪਰ ਇਸ ਅਨੋਖੀ ਤਰ੍ਹਾਂ ਦੇ ਮਨੁੱਖ ਬਾਬਾ ਜੀ ਨੇ ਰੱਬ ਦੀ ਜਿਹੜੀ ਰੂਪ ਰੇਖਾ ਉਹਦੇ ਸਾਹਮਣੇ ਬਿਆਨੀ ਤੇ ਰੱਬ ਪ੍ਰਸਤੀ ਦਾ ਜਿਹੜਾ ਤਰੀਕਾ ਉਹਨੂੰ ਦਰਸਾਇਆ, ਇਸ ਨਾਲ ਤਾਂ ਉਹਦੀਆਂ ਅੱਖਾਂ ਹੀ ਖੁੱਲ੍ਹ ਗਈਆਂ। ਖਾਸ ਕਰਕੇ ਬਾਬਾ ਜੀ ਨੇ ਗੁਰਬਾਣੀ ਦੇ ਉਦਾਹਰਨ ਦੇ ਕੇ ਉਸ ਅੱਗੇ ਸਾਬਤ ਕੀਤਾ ਕਿ ਆਸਤਕਤਾ ਕਿਸੇ ਸਿਧਾਂਤਕ ਰਸਮ ਰਿਵਾਜ ਦੀ ਮੁਹਤਾਜ ਨਹੀਂ, ਬਲਕਿ ਇਹ ਤਾਂ ਇੱਕ ਅੰਦਰਲੀ ਸੂਝ ਦਾ ਨਾਂ ਹੈ। ਇਹ ਰੂਹ ਦਾ ਅਨੁਭਵ ਹੈ, ਅੰਤਰੀਵ ਜੀਵਨ ਦੀ ਉਸ ਟੇਕ ਜਾਂ ਆਸਰੇ ਦਾ ਨਾਂ ਹੈ ਜਿਹੜਾ ਸਹਿਜ ਸੁਭਾਈ ਸਾਡੀ ਮਾਨਵ ਸੱਤਾ ਉੱਤੇ ਛਾ ਕੇ ਸਾਡੇ ਅੰਦਰ ਉੱਦਾਂ ਦਾ ਅਸਰ ਪੈਦਾ ਕਰ ਦਿੰਦਾ ਹੈ, ਜਿਹੋ ਜਿਹਾ ਧੁੱਪ ਤੇ ਲੂ ਨਾਲ ਝੁਲਸਦੀ ਖੇਤੀ ਉੱਤੇ ਮੀਂਹ ਦੀ ਛੈਪਰ। ਦਿਖਾਵੇ ਦਾ ਪੂਜਾ ਪਾਠ ਤਾਂ ਨਿਰੀ ਪੂਰੀ ਖੁਦਗਰਜ਼ੀ ਹੈ ਜਾਂ ਦੁਕਾਨਦਾਰੀ, ਹੋਰ ਕੁਝ ਨਹੀਂ। ਜਿਹੜਾ ਆਦਮੀ ਕਿਸੇ ਕਾਮਨਾ ਪੂਰਤੀ ਖਾਤਰ ਜਾਂ ਕਿਸੇ ਸੰਸਾਰਕ ਲੋੜ ਖਾਤਰ ਭਗਤੀ ਕਰਦਾ ਹੈ, ਉਹ ਰੱਬ ਨੂੰ ਠੱਗਣਾ ਚਾਹੁੰਦਾ ਹੈ। ਤੇ ਜਿਹੜਾ ਕਿਸੇ ਸੁਣੇ ਸੁਣਾਏ ਸਵਰਗ ਦੀ ਪ੍ਰਾਪਤੀ ਲਈ ਭਜਨ ਬੰਦਗੀ ਕਰਦਾ ਹੈ, ਉਹ ਵੀ ਇੱਕ ਤਰ੍ਹਾਂ ਰੂਹਾਨੀ ਜ਼ਖੀਰਾ ਅੰਦੋਜ਼ੀ ਜਾਂ ਮੁਨਾਫਾਖੋਰੀ ਕਰਦਾ ਹੈ। ਰੱਬ ਤਾਂ ਪਿਆਰ ਤੇ ਆਤਮਕ ਸੌਂਦਰਯ ਦਾ ਉਹ ਭਰਪੂਰ ਸਾਗਰ ਹੈ, ਜਿਹਦੀ ਹੋਂਦ ਦਾ ਇਕਬਾਲ ਕੇਵਲ ਅਨੁਭਵ ਦੁਆਰਾ ਹੀ ਕੀਤਾ ਜਾ ਸਕਦਾ। ਜਿਵੇਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਜੇ ਪ੍ਰਭ ਕੈ ਸਦ ਕੁਰਬਾਨ। ਤੇ ਬਾਬਾ ਜੀ ਨੇ ਗੱਲਾਂ ਹੀ ਗੱਲਾਂ 'ਚ ਸੁਭਾਸ਼ ਨੂੰ ਇਹ ਵੀ ਅਨੁਭਵ ਕਰਾ ਦਿੱਤਾ ਕਿ ਉਹਦੇ ਝੁਕਾਵਾਂ ਤੇ ਮਨੋਵਿਰਤੀਆਂ 'ਚ ਇੱਕ ਗੈਰ ਮਨੁੱਖੀ ਤਾਕਤ ਹੈ, ਜਿਹੜੀ ਕਿਸੇ ਮਨੁੱਖ 'ਚ ਹੁੰਦੀ ਹੈ। ਇਹ ਮਹਾਨਤਾ ਸ਼ਾਇਦ ਸੁਭਾਸ਼ ਨੂੰ ਆਪਣੇ ਪਿਤਾ ਦੇ ਜੀਵਨ 'ਚੋਂ ਹੀ ਵਿਰਸੇ 'ਚ ਮਿਲੀ ਹੋਏਗੀ। ਸੁਭਾਸ਼ ਭੈੜੇ ਕੰਮਾਂ 'ਚ ਪੈ ਕੇ ਇੰਨੀ ਛੇਤੀ ਇਸ ਪਾਸੇ ਤਰੱਕੀ ਕਰ ਗਿਆ, 16-17 ਸਾਲ ਦੀ ਉਮਰ ਤੱਕ ਪਹੁੰਚਦੇ ਹੀ ਉਹ ਇੱਕ ਸ਼ਾਨਦਾਰ ਚੋਰ ਬਣ ਗਿਆ। ਪਰ ਜੇ ਕਦੀ ਉਹਦੀਆਂ ਰੁਚੀਆਂ ਕਿਸੇ ਆਦਰਸ਼ ਵੱਲ ਲੱਗ ਪੈਂਦੀਆਂ, ਅੱਜ ਨੂੰ ਚੋਟੀ ਦਾ ਲੀਡਰ ਹੁੰਦਾ, ਜਾਂ ਜੇ ਕਿਸੇ ਹੁਨਰ 'ਚ ਪੈ ਜਾਂਦਾ, ਆਪਣੇ ਪਿਓ ਨਾਲੋਂ ਵੀ ਕਈ ਗੁਣਾ ਵੱਧ ਚੜ੍ਹ ਕੇ ਕਲਾਕਾਰ ਹੁੰਦਾ। ਜੀਵਨ ਦੀਆਂ ਔਖੀਆਂ ਘਾਟੀਆਂ ਨੂੰ ਅਬੂਰ ਕਰਕੇ ਸਫਲਤਾ ਦੇ ਮੰਜ਼ਿਲ ਤੇ ਪਹੁੰਚਣ ਲਈ ਜਿਹਨਾਂ ਮਹਾਨ ਗੁਣਾਂ ਦੀ ਲੋੜ ਹੁੰਦੀ ਹੈ, ਸਾਬਤ ਕਦਮੀ, ਦਲੇਰੀ, ਸਵੈ ਭਰੋਸਾ, ਖੁਦਦਾਰੀ ਆਦਿ, ਇਹਨਾਂ ਸਾਰੀਆਂ ਸਿਫਤਾਂ ਨਾਲ ਸੁਭਾਸ਼ ਦੀ ਜ਼ਿੰਦਗੀ ਲਬਰੇਜ਼ ਹੈ। ਘਾਟਾ ਜੇ ਰਹਿ ਗਿਆ ਤਾਂ ਇਹੋ ਕਿ ਉਹਨੂੰ ਚੰਗੇ ਪਾਸੇ ਤੁਰਨ ਲਈ ਲੋੜੀਂਦੀਆਂ ਸਹੂਲਤਾਂ ਨਾ ਮਿਲ ਸਕੀਆਂ, ਸਗੋਂ ਬੁਰੇ ਪਾਸੇ ਤੁਰਨ ਲਈ ਪ੍ਰਾਪਤ ਹੋ ਗਈਆਂ, ਜਿਸ ਕਰਕੇ ਸੁਭਾਸ਼ ਅੱਜ ਨਿਰਾ ਪੂਰਾ ਚੋਰ ਬਣ ਕੇ ਰਹਿ ਗਿਆ। ਗੱਲਾਂ ਸਾਰੀਆਂ ਸੁਭਾਸ਼ ਦੇ ਦਿਲ ਲੱਗੀਆਂ, ਜਿਵੇਂ ਬਾਬਾ ਜੀ ਉਹਨੂੰ ਨਹੀਂ ਕਹਿ ਰਹੇ, ਉਹਦੇ ਅੰਦਰੋਂ ਹੀ ਕੋਈ ਅਗੰਮੀ ਸ਼ਕਤੀ ਬੋਲ ਰਹੀ ਹੋਵੇ। ਬਾਬਾ ਜੀ ਨੇ ਦਰੋਗੇ ਨੂੰ ਕਹਿ ਸੁਣ ਕੇ ਇੱਕ ਅੱਧ ਹਫ਼ਤੇ ਲਈ ਸੁਭਾਸ਼ ਦੀ ਮੁਸ਼ੱਕਤ ਵੀ ਮਾਫ਼ ਕਰਵਾਤੀ। ਅਜਿਹੀ ਆਗਿਆ ਦੇਣ 'ਚ ਦਰੋਗੇ ਨੂੰ ਕੀ ਉਜ਼ਰ ਹੋ ਸਕਦਾ, ਜਦ ਕਿ ਬਾਬੇ ਦੀ ਹਫ਼ਤੇ ਭਰ ਦੀ ਸੰਗਤ ਨਾਲ ਇੱਕ ਹੂੜ ਮੱਤੀਏ ਤੇ ਭੇੜੂ ਨੌਜਵਾਨ ਦੀ ਕਾਇਆ ਕਲਪ ਹੋ ਜਾਣ ਦਾ ਉਹਨੂੰ ਯਕੀਨ ਸੀ। ਦੁਪਹਿਰਾਂ ਦਾ ਵੇਲਾ ਸੀ। ਰੋਟੀ ਖਾ ਚੁੱਕਣ ਤੋਂ ਬਾਅਦ ਬਾਬਾ ਜੀ ਨਾਲ ਸੁਭਾਸ਼ ਜੀ ਦੇ ਇੱਕ ਖਾਸ ਮਾਮਲੇ ਤੇ ਬਹਿਸ ਛਿੜੀ ਸੀ। ਉਹ ਭਾਵੇਂ ਬਾਬਾ ਜੀ ਨੂੰ ਹੁਣ ਗੁਰੂ ਭਾਵਨਾ ਨਾਲ ਵੇਖਣ ਲੱਗ ਪਿਆ ਸੀ, ਪਰ ਕਈ ਇੱਕ ਗੱਲਾਂ 'ਚ ਅੱਜ ਵੀ ਉਹਦਾ ਬਾਬਾ ਜੀ ਨਾਲ ਮਤਭੇਦ ਸੀ। ਅੱਜ ਇਹਨਾਂ ਦੋਹਾਂ ਵਿੱਚ ਗਰੀਬੀ ਅਮੀਰੀ ਜਾਂ ਮਜ਼ਦੂਰ ਤੇ ਸਰਮਾਏਦਾਰ
ਦੇ ਸਬੰਧ ਵਿੱਚ ਪ੍ਰਸ਼ਨ ਉੱਤਰ ਹੋ ਰਹੇ ਸਨ। ਭਾਵੇਂ ਇੱਕ ਗੱਲ ਉੱਤੇ ਦੋਵੇਂ ਸਹਿਮਤ ਸਨ ਕਿ ਰੱਬ ਦੀਆਂ ਕੁਦਰਤੀ ਬਖਸ਼ਿਸ਼ਾਂ ਉੱਤੇ ਹਰ ਇਨਸਾਨ ਦਾ ਇੱਕੋ ਜਿਹਾ ਹੱਕ ਹੈ। ਕਿਉਂ ਇੱਕ ਪੂੰਜੀਪਤੀ ਰੁਪਏ ਨੂੰ ਪਾਣੀ ਵਾਂਗ ਰੋੜਦਾ ਰਹੇ? ਕਿਉਂ ਉਹਦੇ ਆਲੇ ਦੁਆਲੇ ਹਜ਼ਾਰਾਂ ਲੋਕ ਮੁੱਠੀ ਭਰ ਅੰਨ ਦੀ ਅਣਹੋਂਦ ਕਰਕੇ ਪੇਟ ਦੇ ਪੱਥਰ ਬੰਨ੍ਹ ਕੇ ਸੌਂ ਰਹਿਣ? ਪਰ ਮਤਭੇਦ ਇਸ ਗੱਲ ਉੱਤੇ ਸੀ ਕਿ ਬਾਬਾ ਜੀ ਕਹਿੰਦੇ ਸਨ, ਸਾਨੂੰ ਕਾਨੂੰਨ ਤੇ ਹਕੂਮਤ ਦੀ ਮਦਦ ਨਾਲ ਸਰਮਾਏਦਾਰ ਦੀ ਦੌਲਤ ਵਿੱਚੋਂ ਗਰੀਬ ਤੇ ਮਜ਼ਦੂਰ ਨੂੰ ਉਹਦੀ ਕੁਦਰਤੀ ਹੱਕ ਦਿਵਾਉਣਾ ਚਾਹੀਦਾ ਹੈ। ਪਰ ਸੁਭਾਸ਼ ਕਹਿੰਦਾ ਸੀ, ਜੇ ਉਹਨਾਂ ਪਾਸੋਂ ਖੋਹ ਖਿੰਝ ਕੇ ਵੀ ਲਿਆ ਜਾਏ ਤਾਂ ਵੀ ਕੋਈ ਹਰਜ਼ ਨਹੀਂ। ਬਾਬਾ ਜੀ ਕਹਿ ਰਹੇ ਸਨ, ਖੋਹ ਖਿੰਝ ਕਰਨ ਨਾਲ ਦੇਸ਼ 'ਚ ਅਨਾਰਕੀ ਫੈਲ ਜਾਏਗੀ, ਜਿਸ ਤੋਂ ਅਯੋਗ ਲਾਭ ਉਠਾ ਕੇ ਹਰ ਡਾਢਾ ਲਿੱਸੇ ਨੂੰ ਦਬਾਉਣਾ ਸ਼ੁਰੂ ਕਰ ਦੇਗਾ। ਸੁਭਾਸ਼ ਨੂੰ ਬਾਬਾ ਜੀ ਦੀ ਇਹ ਦਲੀਲ ਵਜ਼ਨਦਾਰ ਜਾਪੀ, ਪਰ ਪੂਰੀ ਤਰ੍ਹਾਂ ਉਹਦੇ ਦਿਲ ਦੀ ਤਸੱਲੀ ਨਹੀਂ ਹੋ ਸਕੀ। ਉਹ ਬੋਲਿਆ, ਤੁਸੀਂ ਠੀਕ ਕਹਿੰਦੇ ਹੋ ਬਾਬਾ ਜੀ, ਪਰ ਜਿੱਥੇ ਹਕੂਮਤ ਅਪਾਹਜ, ਹਾਕਮ ਪਰਲੇ ਦਰਜੇ ਦੇ ਬੇਈਮਾਨ ਹੋਣ, ਜਿਨ੍ਹਾਂ ਪਾਸੋਂ ਇਨਸਾਫ ਦੀ ਉਮੀਦ ਹੀ ਨਾ ਕੋਈ ਹੋਵੇ, ਉਸ ਹਾਲਤ ਵਿੱਚ ਕੀ ਕੀਤਾ ਜਾਏ? ਮਿਸਾਲ ਦੇ ਤੌਰ ਤੇ ਦੇਖ ਲਓ, ਅੱਜ ਸਾਡੇ ਦੇਸ਼ ਦੇ ਸਰਮਾਏਦਾਰਾਂ ਨੂੰ ਨਾ ਹਕੂਮਤ ਦਾ ਡਰ ਹੈ ਨਾ ਜਨਤਾ ਦਾ। ਹਕੂਮਤ ਨੂੰ ਵੀ ਲੁੱਟ ਖਾਈ ਜਾਂਦੇ ਨੇ ਤੇ ਜਨਤਾ ਨੂੰ ਵੀ। ਵੱਡੇ ਵੱਡੇ ਕਾਰਖਾਨੇਦਾਰ ਬਲੈਕਾਂ ਕਰਦੇ ਨੇ। ਸਰਕਾਰੀ ਹਾਕਮ ਜਾਂ ਕਾਂਗਰਸ ਦੇ ਲੀਡਰ ਜਾਂ ਪਾਰਲੀਮੈਂਟ ਦੇ ਮੈਂਬਰ, ਜਿਨ੍ਹਾਂ ਨੂੰ ਇਹੋ ਜਿਹੇ ਬਲੈਕੀਆਂ ਦੇ ਨੱਕ 'ਚ ਨਕੇਲ ਪਾਣੀ ਸੀ, ਉਹਨਾਂ ਵਿੱਚੋਂ ਕਈ ਲੋਕ ਸਗੋਂ ਆਪ ਉਹਨਾਂ ਬਲੈਕੀਆਂ ਦੇ ਏਜੰਟ ਬਣੇ ਹੋਏ ਨੇ। ਬਰਖੁਰਦਾਰ ਬਾਬਾ ਜੀ ਬੋਲੇ, ਤੇਰੀ ਦਲੀਲ ਨੂੰ ਮੈਂ ਕੱਟ ਨਹੀਂ ਸਕਦਾ। ਅਖਾਣ ਹੈ, ਮਰਦਾ ਕੀ ਨਹੀਂ ਕਰਦਾ, ਪਰ ਸਵਾਲ ਤਾਂ ਫਿਰ ਉੱਥੇ ਦਾ ਉੱਥੇ ਹੀ ਹੈ। ਮੈਂ ਕਹਿੰਦਾ, ਜੇ ਭਾਰਤ ਦੇ ਲੋਕ ਇੰਨੇ ਧਰਮਾਤਮਾ ਤੇ ਇਨਸਾਫ ਪਸੰਦ ਬਣ ਜਾਣ ਕਿ ਉਹ ਕੇਵਲ ਭੁੱਖੀ ਜਨਤਾ ਦੀ ਭੁੱਖ ਦੂਰ ਕਰਨੀ ਹੀ ਆਪਣਾ ਆਦਰਸ਼ ਬਣਾ ਚੁੱਕੇ ਹੋਣ, ਤਾਂ ਮੈਂ ਇਸ ਵਿੱਚ ਵੀ ਹਰਜ ਨਹੀਂ ਸਮਝਦਾ ਕਿ ਉਹ ਬਲੈਕੀਆਂ ਤੇ ਰਿਸ਼ਵਤਖੋਰਾਂ ਨੂੰ ਬੇਸ਼ੱਕ ਲੁੱਟ ਕੇ ਉਹਨਾਂ ਦੀ ਦੌਲਤ ਗਰੀਬਾਂ 'ਚ ਵੰਡ ਦੇਣ। ਪਰ ਤੇਰਾ ਦਿਲ ਮੰਨਦਾ ਹੈ ਕਿ ਜੇ ਇੱਦਾਂ ਹੋਣ ਲੱਗ ਪਿਆ ਤਾਂ ਲੋਕੀ ਇਮਾਨਦਾਰੀ ਤੋਂ ਕੰਮ ਲੈਣਗੇ? ਸ਼ਾਇਦ ਨਹੀਂ, ਸੁਭਾਸ਼ ਨੇ ਜਵਾਬ ਦਿੱਤਾ। ਤਾਂ ਫਿਰ ਇਹਦਾ ਲਾਭ ਕੀ ਹੋਇਆ? ਚਲੋ 1 ਮਿੰਟ ਲਈ ਮੰਨ ਲਓ, ਅੱਜ ਤੁਹਾਨੂੰ ਇਸ ਗੱਲ ਦੀ ਖੁੱਲ੍ਹ ਹੋ ਜਾਂਦੀ ਹੈ ਕਿ ਤੁਸੀਂ ਸਰਮਾਏਦਾਰਾਂ ਨੂੰ ਲੁੱਟ ਲਓ, ਪਰ ਤੁਸੀਂ ਇਹ ਵੀ ਸੋਚਿਆ ਕਿ ਆਰਥਿਕ ਤੌਰ ਤੇ ਇਹਦਾ ਕੀ ਨਤੀਜਾ ਹੋਏਗਾ? ਲੋਕੀ ਜਦੋਂ ਇੱਕਦਮ ਹੱਲਾ ਬੋਲ ਕੇ ਸਰਮਾਏਦਾਰ ਉੱਤੇ ਜਾ ਪੈਣਗੇ ਤਾਂ ਦੇਸ਼ ਦੀ ਸਾਰੀ ਸਨਅਤ ਤਬਾਹ ਹੋ ਜਾਏਗੀ। ਕਾਰਖਾਨੇ ਦੀਆਂ ਮਸ਼ੀਨਾਂ ਟੁੱਟ ਭੱਜ ਕੇ ਨਕਾਰੀਆਂ ਹੋ ਜਾਣਗੀਆਂ। ਦੇਸ਼ ਦੀ ਪੈਦਾਵਾਰ ਘੱਟ ਜਾਏਗੀ। ਦੇਸ਼ ਦਾ ਸਰਮਾਇਆ, ਜਿਸ ਨਾਲ ਪੈਦਾਵਾਰ ਦਾ ਤਵਾਜ਼ਨ ਕਾਇਮ ਹੈ, ਨਸ਼ਟ ਹੋ ਜਾਣ ਕਰਕੇ ਜਮਾਤੀ ਤੌਰ ਤੇ ਜਾਂ ਸ਼ਖਸੀ ਤੌਰ ਤੇ ਜਿਹੜੇ ਲੋਕ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਰਖਾਨੇ ਚਲਾ ਰਹੇ ਨੇ, ਉਹ ਹੱਥਲ ਹੋ ਕੇ ਬੈਠ ਜਾਣਗੇ। ਫਿਰ ਕੀ ਹੋਏਗਾ? ਇਹਦਾ ਅੰਦਾਜ਼ਾ ਲਾਓ ਜ਼ਰਾ। ਸੁਭਾਸ਼ ਸੋਚੀ ਪੈ ਗਿਆ। ਬਾਬੇ ਦੀਆਂ ਦਲੀਲਾਂ ਦੇ ਖੰਡਨ ਲਈ ਉਹਨੂੰ ਝਟਪਟ ਕੁਛ ਔੜ ਨਾ ਸਕਿਆ। ਫਿਰ ਸੋਚ ਕੇ ਬੋਲਿਆ, ਰੂਸ ਵਿੱਚ ਵੀ ਤਾਂ ਏਦਾਂ ਹੋਇਆ ਸੀ। ਉੱਥੋਂ ਦੀ ਜਨਤਾ ਨੇ ਵੀ ਤਾਂ ਛੋਟੇ ਅਮੀਰਾਂ ਤੋਂ ਲੈ ਕੇ ਜ਼ਾਰ ਮਤਲਬ ਬਾਦਸ਼ਾਹ ਦੀ ਦੌਲਤ ਤੱਕ ਖੋਹ ਲਈ ਸੀ। ਹੈ ਬੇਸ਼ੱਕ, ਬਾਬਾ ਜੀ ਬੋਲੇ, ਪਰ ਉੱਥੇ ਵੀ ਤੇਰੇ ਵਾਲੀ ਸਕੀਮ ਤੇ ਅਮਲ ਨਹੀਂ ਹੋਇਆ। ਹਰ ਇੱਕ ਗਰੀਬ ਨੇ ਉੱਠ ਕੇ ਅਮੀਰਾਂ ਨੂੰ ਲੁੱਟਣਾ ਸ਼ੁਰੂ ਕਰਤਾ ਹੋਵੇ। ਰੂਸ 'ਚ ਇਨਕਲਾਬ ਲਿਆਉਣ ਵਾਸਤੇ ਉੱਥੋਂ ਦੀ ਜਨਤਾ ਨੂੰ ਲਗਭਗ ਅੱਧੀ ਸਦੀ ਤੱਕ ਘੋਲ ਕਰਨਾ ਪਿਆ, ਤੇ ਉਹ ਵੀ ਅਪਰਾਧੀ ਦੇ ਤੌਰ ਤੇ ਨਹੀਂ, ਜਥੇਬੰਦ ਰੂਪ 'ਚ। ਜ਼ਰੂਰ ਉੱਥੇ ਵੀ ਲੈਨਨ ਵਰਗੇ ਨੌਜਵਾਨਾਂ ਦੇ ਦਿਮਾਗ 'ਚ ਕਦੀ ਤੇਰੇ ਵਰਗਾ ਉਬਾਲ ਆਇਆ ਹੋਏਗਾ, ਪਰ ਉਹਨਾਂ ਨੇ ਇਸ ਉਬਾਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਥੇਬੰਦੀ ਬੋਲਸ਼ਵਿਕ ਪਾਰਟੀ ਦੀ ਸੰਜੋ ਇਹਨੂੰ ਪਹਿਨਾਈ ਸੀ, ਤੇ ਆਪਣੇ ਖਿਆਲਾਂ ਦਾ ਪੇਂਡੂ ਜਨਤਾ ਤੇ ਮਜ਼ਦੂਰ ਕਿਸਾਨਾਂ ਤਬਕੇ 'ਚ ਪ੍ਰਚਾਰ ਕਰਦੇ ਕਰਦੇ ਉਹ ਨੌਜਵਾਨ ਬੁੱਢੇ ਹੋ ਗਏ ਸਨ। ਫਿਰ ਕਿਤੇ ਉਹਨਾਂ ਨੂੰ ਕਾਮਯਾਬੀ ਦਾ ਮੂੰਹ ਵੇਖਣਾ ਨਸੀਬ ਹੋਇਆ ਸੀ। ਸੁਭਾਸ਼ ਬੋਲਿਆ, ਮੇਰਾ ਇਹ ਮਤਲਬ ਨਹੀਂ ਕਿ ਸਾਰਾ ਦੇਸ਼ ਹੱਲਾ ਬੋਲ ਕੇ ਇੱਕਦਮ ਲੂਟੀ ਮਚਾ ਦਏ। ਤੇ ਹੋਰ ਤੇਰਾ ਕੀ ਮਤਲਬ ਹੈ? ਮੈਂ ਚਾਹੁੰਦਾ ਸਿਰਫ ਉਹਨਾਂ ਲੋਕਾਂ ਨੂੰ ਹੀ ਲੁੱਟਿਆ ਜਾਏ ਜਿਹੜੇ ਦੇਸ਼ ਦੇ ਦੁਸ਼ਮਣ ਨੇ, ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਕੋਠੇ ਭਰ ਕੇ ਇਸ ਲਈ ਲੁਕਾ ਛੱਡਦੇ ਨੇ ਕਿ ਬਲੈਕ 'ਚ ਜਾ ਕੇ ਇਹਨਾਂ ਨੂੰ 8-10 ਗੁਣਾ ਮਹਿੰਗੇ ਜਾਂ ਭਾਅ ਵੇਚਣ। ਮੇਰੇ ਦੋਸਤ ਬਾਬਾ ਜੀ ਹੱਸ ਕੇ ਬੋਲੇ, ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦੇ ਸਮੇਂ 'ਚ ਜਦ ਕਿ ਟਾਟੇ ਬਿਰਲੇ ਤੇ ਡਾਲਮੀਏ ਤੋਂ ਲੈ ਕੇ ਛੋਟੇ ਵਪਾਰੀਆਂ ਤੀਕ, ਜੇ ਸਾਰੇ ਨਹੀਂ ਤਾਂ 80-90% ਜ਼ਰੂਰ ਹੀ ਕਿਸੇ ਨਾ ਕਿਸੇ ਸ਼ਕਲ ਵਿੱਚ ਬਲੈਕ ਕਰ ਰਹੇ ਨੇ। ਤੁਸੀਂ ਕਿਹਨੂੰ ਛੱਡੋਗੇ, ਕਿਹਨੂੰ ਲੁੱਟੋਗੇ? ਫਿਰ ਤੁਹਾਡੇ ਪਾਸ ਜਾਂ ਕਿਸੇ ਪਾਸ ਵੀ ਤਾਂ ਐਸੀ ਕੋਈ ਕਸੌਟੀ ਨਹੀਂ ਜਿਸ ਰਾਹੀਂ ਪਰਖ ਕੇ ਤੁਸੀਂ ਜਾਣ ਸਕੋ ਕਿ ਫਲਾਣਾ ਬਲੈਕੀਆ ਹੈ ਤੇ ਫਲਾਣਾ ਨਹੀਂ। ਐਤਕੀ ਕੁਝ ਖਿੱਚ ਕੇ ਸ਼ਾਇਦ ਕੋਈ ਚੰਗਾ ਜਵਾਬ ਨਾ ਔੜਨ ਕਰਕੇ ਸੁਭਾਸ਼ ਬੋਲਿਆ, ਤਾਂ ਤੁਹਾਡਾ ਮਤਲਬ ਇਹ ਹੈ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਲੋਕ ਭੁੱਖ ਨਾਲ ਆਂਦਰਾਂ ਸੁਕਾ ਕੇ ਮਰ ਜਾਣ ਤੇ ਉਹ ਵੱਡੇ ਗਾਲ ਕੱਢ ਕੇ ਸਾਡੀ ਲਹੂ ਪੀਣ ਦੀ ਕਮਾਈ ਉੱਤੇ ਗੁਲਛਰੇ ਉਡਾਈ ਜਾਣ। ਮਾਫ਼ ਕਰਨਾ ਬਾਬਾ ਜੀ, ਤੁਸੀਂ ਜਿਸ ਹਕੂਮਤ ਤੇ ਏਡੀਆਂ ਉਮੀਦਾਂ ਲਾਈ ਬੈਠੇ ਹੋ, ਉਸ ਪਾਸੋਂ ਕੁਝ ਵੀ ਵੱਜਣੀ ਖੁੱਲ੍ਹਣੀ ਨਹੀਂ। ਬਰਖੁਰਦਾਰ, ਫਾਂਸੀ ਦੀ ਸਜ਼ਾ ਆਮ ਖਾਸ ਲਈ ਨਹੀਂ ਹੁੰਦੀ।
ਇਹ ਸਿਰਫ ਉਸੇ ਨੂੰ ਦਿੱਤੀ ਜਾ ਸਕਦੀ ਹੈ ਜਿਹਨੇ ਕਿਸੇ ਇਨਸਾਨ ਦਾ ਖੂਨ ਕੀਤਾ ਹੋਵੇ। ਇਹੋ ਗੱਲ ਹੈ। ਸੁਭਾਸ਼ ਥੰਮ ਕੇ ਬੋਲਿਆ। ਜੇ ਇਹ ਗੱਲ ਹੈ ਤਾਂ ਬਾਬਾ ਜੀ ਮੈਂ ਕਹਾਂਗਾ ਇੱਕ ਬਲੈਕ ਮਾਰਕੀਟੀਏ ਨੂੰ 100 ਵਾਰੀ ਫਾਂਸੀ ਦੇਣਾ ਚਾਹੀਦਾ ਹੈ। ਕੀ ਤੁਸੀਂ ਇਹ ਮੰਨਣ ਤੋਂ ਇਨਕਾਰ ਕਰ ਸਕਦੇ ਹੋ ਕਿ ਸਾਡੇ ਦੇਸ਼ 'ਚ ਹਰ ਰੋਜ਼ ਬਥੇਰੇ ਆਦਮੀ ਭੁੱਖ ਦੇ ਦੁੱਖੋਂ ਮਰ ਜਾਂਦੇ ਜਾਂ ਖੁਦਕੁਸ਼ੀ ਕਰ ਲੈਂਦੇ ਨੇ? ਉਹਨਾਂ ਦਾ ਕਾਤਲ ਕੌਣ ਹੈ? ਕੀ ਉਹੀ ਬਲੈਕੀ ਨਹੀਂ? ਬੰਗਾਲ ਦਾ ਕਾਲ ਚੇਤੇ ਜੀ? ਭਾਵੇਂ ਉਦੋਂ ਮੈਂ ਬੱਚਾ ਸੀ, ਫਿਰ ਵੀ ਇਹਨਾਂ ਗੱਲਾਂ ਦੀ ਸਮਝ ਮੇਰੇ ਅੰਦਰ ਹੈ ਸੀ। ਮੇਰੇ ਪਿਤਾ ਜੀ ਅਖਬਾਰਾਂ ਪੜ੍ਹ ਕੇ ਸੁਣਾਇਆ ਕਰਦੇ ਸਨ ਕਿ ਬੰਗਾਲ ਦੇ ਮਾਰਵਾੜੀ ਸੇਠਾਂ ਪਾਸ ਗੋਦਾਮ ਚਾਵਲਾਂ ਦੇ ਭਰੇ ਪਏ ਨੇ ਤੇ ਜਿਹੜੇ ਉਹ 10 ਰੁਪਏ ਮਣ ਖਰੀਦ ਕੇ 80 ਰੁਪਏ ਮਣ ਵੇਚ ਰਹੇ ਨੇ। ਜਿਹੜੇ ਹੋਰ ਵੀ ਸਿਆਣੇ ਵਪਾਰੀ ਸਨ ਉਹ ਇਸ ਭਾਅ ਵੀ ਵੇਚਣ ਨੂੰ ਤਿਆਰ ਨਹੀਂ ਸਨ। ਉਹਨਾਂ ਨੇ ਕੋਠੇ ਭਰ ਕੇ ਇਸ ਲਈ ਅਨਾਜ ਲੁਕਾਇਆ ਸੀ ਕਿ ਇਹਨੂੰ ਅਫੀਮ ਦੇ ਭਾਅ ਰੱਤੀਆਂ ਤੋਲਿਆਂ ਨਾਲ ਤੋਲ ਕੇ ਵੇਚਣਗੇ। ਕੀ ਤੁਸੀਂ ਦੱਸ ਸਕਦੇ ਹੋ ਕਿ ਉਦੋਂ ਜਿਹੜੇ 5 ਲੱਖ ਬੰਗਾਲੀ ਮਰ ਗਏ ਸਨ ਉਹਨਾਂ ਨੂੰ ਕਿਸ ਨੇ ਮਾਰਿਆ ਸੀ? ਕੀ ਉਹਨਾਂ ਦੀ ਅੰਨ ਚੋਰਾਂ ਦੀ ਗਰਦਨ ਉੱਤੇ 5 ਲੱਖ ਬੰਗਾਲੀਆਂ ਦਾ ਖੂਨ ਨਹੀਂ? ਫਿਰ ਭਲਾ ਜੇ ਕੋਈ ਮੇਰੇ ਵਰਗੇ ਦਿਲ ਸੜਿਆ ਜਾ ਕੇ ਇਹੋ ਜਿਹੇ ਚੋਰਾਂ ਦੇ ਪੇਟ 'ਚ ਛੁਰਾ ਘੋਪ ਦੇਵੇ ਤਾਂ ਉਹਦੀ ਦੌਲਤ ਲੁੱਟ ਕੇ ਗਰੀਬਾਂ 'ਚ ਵੰਡ ਦੇਵੇ ਤਾਂ ਤੁਸੀਂ ਦੱਸੋ ਇਸ 'ਚ ਕੀ ਪਾਪ ਹੈ? ਬਹੁਤ ਭਾਰੀ ਪਾਪ ਹੈ ਮੇਰੇ ਸੱਜਣ। ਬਾਬਾ ਜੀ ਗੰਭੀਰਤਾ 'ਚ ਬੋਲੇ। ਇਨਸਾਨੀ ਖੂਨ ਨਾਲ ਹੱਥ ਰੰਗਣਾ ਕਿਸੇ ਹਾਲਤ ਵਿੱਚ ਵੀ ਕਾਬਲੇ ਮਾਫੀ ਨਹੀਂ। ਕੀ ਰੂਸ ਦੇ ਲੋਕਾਂ ਨੇ ਨਹੀਂ ਸੀ ਕੀਤਾ? ਜੇ ਕੀਤਾ ਸੀ ਤਾਂ ਇਹਦੀ ਮੈਂ ਤਾਰੀਫ ਨਹੀਂ ਕਰ ਰਿਹਾ। ਐਤਕੀ ਸੁਭਾਸ਼ ਆਪਣੇ ਗੁੱਸੇ ਨੂੰ ਸੰਭਾਲ ਨਾ ਸਕਿਆ ਤੇ ਹੋਰ ਤੁਰਸ਼ ਹੋ ਕੇ ਬੋਲਿਆ। ਤੁਸੀਂ ਇਸ ਕਰਕੇ ਤਾਰੀਫ ਨਹੀਂ ਕਰ ਸਕਦੇ ਕਿ ਸਾਡੇ ਦੇਸ਼ ਨੂੰ ਮਹਾਤਮਾ ਗਾਂਧੀ ਦੇ ਅਹਿੰਸਾ ਪਰਮੋ ਧਰਮਾ ਮੰਤਰ ਨੇ ਖੱਸੀ ਕਰ ਛੱਡਿਆ। ਜੋਸ਼ ਨਾ ਬੇਟਾ, ਬਾਬਾ ਜੀ ਧੀਰਜ ਨਾਲ ਬੋਲੀ। ਮਹਾਤਮਾ ਗਾਂਧੀ ਦੀ ਸਿੱਖਿਆ ਬਹੁਤ ਉੱਚੀ ਹੈ ਜਿਸ ਦੇ ਤੂੰ ਅਜੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ। ਸੁਭਾਸ਼ ਉਸੇ ਤਰ੍ਹਾਂ ਜੋਸ਼ 'ਚ ਬੋਲਿਆ। ਮਾਫ਼ ਕਰਨਾ ਬਾਬਾ ਜੀ, ਮੇਰੇ ਦਿਲ 'ਚ ਤੁਹਾਡੇ ਲਈ ਬੜੀ ਸ਼ਰਧਾ ਹੈ। ਮੈਂ ਤੁਹਾਨੂੰ ਗੁਰੂ ਮੰਨ ਚੁੱਕਾ, ਪਰ ਇਸ ਮਾਮਲੇ 'ਚ ਤੁਸੀਂ ਮੇਰੀ ਤਸੱਲੀ ਨਹੀਂ ਕਰਾ ਸਕੇ। ਮੈਂ ਤੁਹਾਨੂੰ ਛਾਤੀ ਠੋਕ ਕੇ ਕਹਿਣਾ, ਅੱਗੇ ਮੈਂ ਮੰਦਰਾਂ ਦੀਆਂ ਨਿਰਜੀਵ ਮੂਰਤੀਆਂ ਦੇ ਗਹਿਣੇ ਕੱਪੜੇ ਲਾ ਲਿਆਉਂਦਾ ਸੀ। ਹੁਣ ਜਦੋਂ ਜੇਲੋਂ ਨਿਕਲ ਕੇ ਜਾਵਾਂਗਾ ਤਾਂ ਉਹਨਾਂ ਜਾਨਦਾਰ ਪੱਥਰਾਂ ਦੇ ਸਿਰ ਤੋੜਾਂਗਾ ਜਿਨ੍ਹਾਂ ਨੂੰ ਨਾ ਰੱਬ ਦਾ ਡਰ ਹੈ ਨਾ ਹਕੂਮਤ ਦਾ, ਜਿਹੜੇ ਮੁਰਦਿਆਂ ਦੇ ਕਫਨ ਲਾਉਣੋਂ ਵੀ ਘੱਟ ਨਹੀਂ ਕਰਦੇ। ਮੂਰਖ ਕਿਸੇ ਥਾਂ ਦਾ। ਬਾਬਾ ਜੀ ਨੇ ਉਹਦੀ ਬੇਅਕਲੀ ਉੱਤੇ ਕਾਫੀ ਛਿੱਥੇ ਪੈ ਕੇ ਮੂੰਹ ਮੋੜ ਲਿਆ ਤੇ ਫਿਰ ਇਸ ਤੋਂ ਪਹਿਲਾਂ ਕਿ ਸੁਭਾਸ਼ ਦੇ ਇਸ ਮੂਰਖਤਾ ਭਰੇ ਫਲਸਫੇ ਦੇ ਜਵਾਬ 'ਚੋਂ ਕੁਝ ਕਹਿੰਦੇ, ਇੱਕ ਸਿਪਾਹੀ ਹੱਥ 'ਚ ਮੁਲਾਕਾਤੀਆਂ ਦੀਆਂ ਦਰਖਾਸਤਾਂ ਦਾ ਥੱਬਾ ਫੜੀਏ ਕਹਿੰਦਾ ਆਤਮ ਕਿਹਾ। ਸੁਭਾਸ਼ ਤੇਰਾ ਨਾਂ ਹੈ? ਹਾਂਜੀ, ਸੁਭਾਸ਼ ਨੇ ਜਵਾਬ ਦਿੱਤਾ। ਚੱਲ ਛੇਤੀ ਹੋ, ਤੇਰਾ ਕੋਈ ਮੁਲਾਕਾਤੀ ਆਇਆ। ਤੇ ਸੁਭਾਸ਼ ਇਸ ਬਹਿਸ ਨੂੰ ਵਿੱਚੇ ਛੱਡ ਕੇ ਉਸ ਨਾਲ ਹੋ ਤੁਰਿਆ। ਅਗਲਾ ਅੰਗ ਹੈ ਮੁਲਾਕਾਤ। 6 ਮਹੀਨਿਆਂ 'ਚ ਸੁਭਾਸ਼ ਨੇ ਘਰਦਿਆਂ ਨੂੰ ਯਾਦ ਨਾ ਕੀਤਾ ਹੋਵੇ, ਇਹ ਕਿਵੇਂ ਹੋ ਸਕਦਾ? ਮੰਨਿਆ ਕਿ ਉਹ ਸ਼ੁਰੂ ਤੋਂ ਅਵਾਰਾਗਰ ਤੇ ਨਿਰਮੋਹੀ ਜਿਹਾ ਸੀ, ਪਰ ਦਰਖਤ ਦਾ ਪੱਤਾ ਵੀ ਜਿਸ ਟਾਹਣੀ ਨਾਲ ਟੁੱਟ ਜਾਏ ਉੱਥੇ ਪਾਣੀ ਸਿਮ ਆਉਂਦਾ ਹੈ। ਜੇਲ੍ਹ 'ਚ ਆ ਕੇ ਸੁਭਾਸ਼ ਨੇ ਇੱਕ ਛਮਾਈ ਜਿਨ੍ਹਾਂ ਹਾਲਤਾਂ ਵਿੱਚ ਬਿਤਾਈ, ਇਹ ਐਸੀ ਨਹੀਂ ਜਿਸ 'ਚ ਕੁਝ ਵੀ ਵਿਸ਼ੇਸ਼ਤਾ ਨਾ ਹੋਵੇ। ਜਿਵੇਂ ਕਹਿੰਦੇ ਨੇ ਮਾਸ ਖੋਰਿਆਂ ਨੂੰ ਮਾਸ ਲੱਭ ਹੀ ਪੈਂਦਾ ਹੈ। ਸੁਭਾਸ਼ ਨੂੰ ਜੇਲ੍ਹ 'ਚ ਆ ਕੇ ਮਨਮਰਜ਼ੀ ਦੇ ਕੁਝ ਸਾਥੀ ਮਿਲ ਗਏ ਜਿਨ੍ਹਾਂ ਪਾਸੋਂ ਉਹਨੇ ਬਹੁਤ ਕੁਝ ਸਿੱਖਿਆ, ਬੜਾ ਕੁਝ ਉਹਨਾਂ ਨੂੰ ਸਿਖਾਇਆ ਵੀ। ਜੰਦਰੇ ਤੋੜਨ ਦੇ ਨਵੇਂ ਸਾਇੰਟੀਫਿਕ ਤਰੀਕੇ ਉਹਨੂੰ ਜੇਲ੍ਹ 'ਚ ਹੀ ਆ ਕੇ ਮਾਲੂਮ ਹੋਏ। ਇਹ ਤੋਂ ਛੁੱਟ ਹੋਰ ਵੀ ਚੋਰੀ ਦੀ ਨਵੀਂ ਟੈਕਨੀਕ, ਜਿਵੇਂ ਕੰਧ 'ਤੇ ਚੜ੍ਹਨਾ, ਬਨੇਰੇ ਤੋਂ ਐਸੇ ਢੰਗ ਨਾਲ ਛਾਲ ਮਾਰਨੀ ਕਿ ਬਿਨਾਂ ਸੱਟ ਪੇਟ ਤੋਂ ਆਦਮੀ ਹੇਠਾਂ ਆ ਪਵੇ, ਬਿਨਾਂ ਖੜਾਕ ਕੀਤਿਆਂ ਸਾਰੇ ਘਰ 'ਚ ਫਿਰ ਜਾਵੇ, ਵਾਧਾ ਇਹ ਕਿ ਪੈਰਾਂ ਦਾ ਨਿਸ਼ਾਨ ਤੱਕ ਨਾ ਲੱਭੇ। ਪਰ ਇਸ ਚੋਰੀ ਦੇ ਕੌੜੇ ਕਸੈਲੇ ਹੁਨਰ ਉੱਤੇ ਆਦਰਸ਼ਵਾਦੀ ਚਾਸ਼ਨੀ ਜਿਹਨੇ ਚਾੜ੍ਹਤੀ, ਇੱਕ ਅਨਾਰਕਿਸਟ ਸਮਝ ਲਓ ਜਾਂ ਕੁਝ ਹੋਰ, ਇੱਕ ਇਹੋ ਜਿਹੇ ਆਦਮੀ ਦਾ ਸਾਥ ਸੀ ਜਿਹੜਾ ਇੱਕ ਲੰਮੇ ਸਮੇਂ ਲਈ ਇਸੇ ਜੇਲ੍ਹ 'ਚ ਨਜ਼ਰਬੰਦ ਕੀਤਾ ਸੀ। ਉਹ ਇੱਕ ਬੰਗਾਲੀ ਗੱਭਰੂ ਸੀ ਤੇ ਉਹਦਾ ਨਾਂ ਸੀ ਉਮੇਸ਼ ਮੁਖਰਜੀ। ਉਹ ਸੁਭਾਸ਼ ਨਾਲ ਉਮਰ 'ਚ 5-7 ਸਾਲ ਵੱਡਾ ਸੀ। ਭਾਵੇਂ ਚੋਰੀਆਂ ਡਾਕਿਆਂ ਦੀ ਕਿਰਿਆ ਤੋਂ ਅਸੂਲਨ ਵਿਰੁੱਧ ਸੀ, ਪਰ ਹਰ ਤਰ੍ਹਾਂ ਦੇ ਚੋਰਾਂ ਡਾਕੂਆਂ ਨੂੰ ਇਹੋ ਉਪਦੇਸ਼ ਦਿਆ ਕਰਦਾ ਸੀ ਕਿ ਅੱਵਲ ਤਾਂ ਇਸ ਭੈੜੀ ਆਦਤ ਤੋਂ ਬਾਜ਼ ਆਓ, ਪਰ ਜੇ ਚਾਰੇ ਬੰਨੇ ਤੁਸਾਂ ਲੋਕਾਂ ਝੱਕ ਮਾਰਨੀ ਹੈ ਤਾਂ ਐਸੇ ਤਰੀਕੇ ਨਾਲ ਮਾਰੋ ਜਿਸ ਕਰਕੇ ਦੇਸ਼ ਦਾ ਵੀ ਕੁਝ ਭਲਾ ਹੋ ਸਕੇ। ਕਹਿਣ ਦੀ ਲੋੜ ਨਹੀਂ ਕਿ ਮੁਖਰਜੀ ਦੀ ਇਹ ਸਿੱਖਿਆ ਸੁਭਾਸ਼ ਦੇ ਦਿਲ ਉੱਤੇ ਉਕਰੀ ਗਈ
ਇੰਨੀ ਡੂੰਘੀ ਜਿਹਦੇ ਅਸਰ ਨੂੰ ਬਾਬਾ ਜੀ ਦੇ ਉਪਦੇਸ਼ ਵੀ ਉਹਦੇ ਅੰਦਰੋਂ ਨਾ ਮਿਟਾ ਸਕੇ। ਇਹੋ ਜਿਹਿਆਂ ਦੀ ਸੰਗਤ 'ਚ ਪੈ ਕੇ ਸੁਭਾਸ਼ ਨੇ ਆਪਣੇ ਲਈ ਗਮ ਗਲਤ ਕਰਨ ਦਾ ਜੋਗਾ ਵਾਯੂਮੰਡਲ ਪੈਦਾ ਕਰ ਲਿਆ ਸੀ, ਤੇ ਇਹੋ ਕਾਰਨ ਹੈ ਕਿ ਉਹਨੂੰ ਘਰਦਿਆਂ ਦੀ ਯਾਦ ਨੇ ਬਹੁਤਾ ਤੰਗ ਨਹੀਂ ਕੀਤਾ। ਫਿਰ ਵੀ ਕਦੀ ਕਦੀ ਜਦ ਉਹਦੇ ਦਿਲ ਦੇ ਚੌਕਟੇ ਉੱਤੇ ਮਾਂ ਭੈਣ ਭਰਾ ਦੀਆਂ ਤਸਵੀਰਾਂ ਉਘੜ ਆਉਂਦੀਆਂ ਤਾਂ ਉਹਦਾ ਦਿਲ ਉਦਾਸ ਹੋ ਜਾਂਦਾ। ਉਹ ਅੱਤ ਦਰਜੇ ਦਾ ਹਸਮੁਖ ਤੇ ਮੌਜੀ ਹੁੰਦਾ ਹੋਇਆ ਵੀ ਚਿੰਤਾ ਦੀ ਡੂੰਘੀ ਤਹਿ 'ਚ ਦੱਬਿਆ ਜਾਂਦਾ। ਤੇ ਜਦ ਇੱਕ ਚਿੱਠੀ ਵਿੱਚ ਉਹਨੂੰ ਵਿਚਾਰੀ ਸ਼ਸ਼ੀ ਬਾਰੇ ਸਮਾਚਾਰ ਮਿਲਿਆ ਕਿ ਉਹ ਲੋਕਾਂ ਦੇ ਕੱਪੜੇ ਧੋ ਕੇ ਘਰ ਦਾ ਗੁਜ਼ਾਰਾ ਤੋਰ ਰਹੀ ਹੈ, ਤਾਂ ਉਹਦਾ ਦਿਲ ਕੀਤਾ ਜੇਲ੍ਹ ਦੀ ਕੰਧ ਟੱਪ ਕੇ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਪਹੁੰਚ ਜਾਏ। ਜਿਹੜੀ ਚਿੱਠੀ ਉਹਨੂੰ ਸਭ ਤੋਂ ਛੇਕੜ ਆਈ, ਉਹਨੇ ਤਾਂ ਉਹਦੇ ਦਿਲ ਦੀ ਇੱਕ ਕੰਨੀ ਅੱਗ 'ਚ ਰੱਖਦੀ। ਸ਼ਸ਼ੀ ਨੇ ਇੱਕ ਸੇਠ ਦੇ ਘਰ ਦੀ ਨੌਕਰੀ ਕਰ ਲਈ ਹੈ, ਰੋਟੀ ਪਕਾਉਣ ਦੀ। ਸ਼ਸ਼ੀ ਜਿੱਤੇ ਉਹ ਕਿਸੇ ਦੀ ਨਜ਼ਰ ਪੈਣੀ ਵੀ ਸਹਾਰ ਨਹੀਂ ਸੀ ਸਕਦਾ, ਅੱਜ ਨੌਕਰੀ ਕਰ ਰਹੀ ਹੈ। ਸ਼ੱਕ ਨਹੀਂ ਕਿ ਉਹਦੇ ਦਿਲ ਨੂੰ ਇੰਨੀ ਕੁ ਤਸੱਲੀ ਵਸ਼ ਹੋਈ ਕਿ ਚਲੋ ਘਰਦਿਆਂ ਦਾ ਆਟਾ ਕੋਟਾ ਤਾਂ ਚੱਲ ਜਾਏਗਾ। ਪਰ ਜਦ ਉਹਨੂੰ ਦੂਜੀ ਗੱਲ ਦਾ ਖਿਆਲ ਆਉਂਦਾ, ਸ਼ਸ਼ੀ ਇੱਕ ਪਰਾਏ ਘਰ 'ਚ ਇਕੱਲੀ ਜਾਂਦੀ, ਇਕੱਲੀ ਆਉਂਦੀ ਹੋਏਗੀ, ਉੱਥੇ ਪਤਾ ਨਹੀਂ ਉਸ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੋਏਗਾ, ਤਾਂ ਉਹਦੀ ਛਾਤੀ ਤੇ ਸੱਪ ਲੇਟ ਜਾਂਦਾ। ਉਹ ਕਈ ਵਾਰੀ ਰਾਤੀ ਸੁੱਤਾ ਸੁੱਤਾ ਬਰੜਾ ਉੱਠਦਾ ਜਦ ਅਚਾਨਕ ਉਹਨੂੰ ਸ਼ਸ਼ੀ ਦੀ ਨੌਕਰੀ ਦਾ ਖਿਆਲ ਆ ਜਾਂਦਾ। ਉਹ ਬਾਰ-ਬਾਰ ਆਪਣੇ ਆਪ ਨੂੰ ਮਲਾਮਤ ਕਰਦਾ, ਹਜ਼ਾਰ ਵਾਰੀ ਲਾਹਨਤ ਹੈ ਮੇਰੇ ਜੰਮੇ, ਜਿਹਦੇ ਜਿਉਂਦਿਆਂ ਟੱਬਰ ਦੀ ਇਹ ਹਾਲਤ ਹੈ ਕਿ ਕੁਆਰੀ ਭੈਣ ਨੂੰ ਇਸ ਪਰਦੇਸ 'ਚ ਲੋਕਾਂ ਦੇ ਘਰ ਚੌਕਾ ਭਾਂਡਾ ਕਰਨ ਜਾਣਾ ਪੈਂਦਾ ਹੈ। ਪਰ ਜਿਸ ਦਿਨ ਤੋਂ ਬਾਬਾ ਜੀ ਦੀ ਸੰਗਤ 'ਚ ਆਇਆ, ਉਹਦੇ ਅੰਦਰ ਕਾਫੀ ਹੱਦ ਤੱਕ ਅਮਨ ਦਾ ਅਹਿਸਾਸ ਪੈਦਾ ਹੋ ਰਿਹਾ। ਫਿਰ ਵੀ ਘਰ ਦੀ ਯਾਦ ਆ ਕੇ ਉਹਦੇ ਦਿਲ ਦਾ ਅਮਨ ਖਿਲਾਰ ਹੀ ਜਾਂਦੀ ਹੈ। ਤੇ ਅੱਜ ਜਿਸ ਵੇਲੇ ਅਚਾਨਕ ਹੀ ਉਹਨੇ ਮੁਲਾਕਾਤ ਦਾ ਸੁਨੇਹਾ ਸੁਣਿਆ, ਉਹ ਠੰਬਰ ਕੇ ਰਹਿ ਗਿਆ। ਸੋਚਣ ਲੱਗਾ, ਕੌਣ ਹੋ ਸਕਦਾ ਹੈ ਮੇਰੇ ਨਾਲ ਮੁਲਾਕਾਤ ਕਰਨ ਵਾਲਾ? ਮਾਂ ਮੇਰੀ ਮੰਜੇ ਤੋਂ ਉੱਠ ਨਹੀਂ ਸਕਦੀ, ਪ੍ਰਬੋਧ ਦੀ ਹਾਲਤ ਉਹ ਤੋਂ ਵੱਧ ਹੈ, ਸ਼ਸ਼ੀ ਇਕੱਲੀ ਆ ਨਹੀਂ ਸਕਦੀ, ਫਿਰ ਕੌਣ ਆਇਆ? ਬਾਬਾ ਜੀ ਨਾਲ ਅੱਜ ਜਿਹੜੀ ਉਹਦੀ ਬਹਿਸ ਚੱਲ ਰਹੀ ਸੀ, ਇਹ ਸੁਭਾਸ਼ ਲਈ ਬੜੀ ਜ਼ਰੂਰੀ ਚੀਜ਼ ਸੀ। ਜਿੱਥੇ ਬਾਬਾ ਜੀ ਦੇ ਅਸਰਾਂ ਨੇ ਉਹਦੇ ਹਿਰਦੇ 'ਚ ਆਸਤਕਤਾ ਦੇ ਭਾਵ ਭਰ ਦਿੱਤੇ ਸਨ, ਉੱਥੇ ਉਸ ਦੀ ਇਹ ਵੀ ਖਾਹਿਸ਼ ਸੀ ਕਿ ਆਪਣੇ ਇਹਨਾਂ ਨੈਤਿਕ ਝੁਕਾਵਾਂ ਬਾਰੇ ਵੀ ਉਹ ਬਾਬਾ ਜੀ ਪਾਸੋਂ ਰਹਿਨੁਮਾਈ ਲੈ ਸਕੇ। ਮੁਖਰਜੀ ਨੇ ਉਹਦੇ ਝੁਕਾਵਾਂ ਨੂੰ ਹਰ ਸੰਚੇ 'ਚ ਢਾਲ ਦਿੱਤਾ ਤੇ ਇਹਨਾਂ ਉੱਤੇ ਉਹ ਬਾਬਾ ਜੀ ਪਾਸੋਂ ਪ੍ਰਵਾਨਗੀ ਦੀ ਮੋਹਰ ਲਵਾਉਣੀ ਚਾਹੁੰਦਾ ਸੀ। ਮੁਲਾਕਾਤੀ ਕਮਰੇ 'ਚ ਪਹੁੰਚ ਕੇ ਉਹਨੇ ਜਾਲੀਦਾਰ ਕੰਧ ਉੱਤੇ ਅੱਖਾਂ ਗੱਟਦੀਆਂ। ਬਾਹਰ ਮੁਲਾਕਾਤੀਆਂ ਦੀ ਕਾਫੀ ਭੀੜ ਸੀ, ਜਿਸ ਉੱਤੇ ਉਹਦੀ ਨਜ਼ਰ ਫਿਰਦੀ ਫਿਰਦੀ ਛੇਕੜ ਦੋਹਾਂ ਜਨਾਨਾ ਆਕਾਰਾਂ ਤੇ ਜਾ ਟਿਕੀ, ਸ਼ਿਆਮਾ ਤੇ ਸ਼ਸ਼ੀ। ਦੋਵੇਂ ਉਹਦੀ ਮੁਲਾਕਾਤ ਲਈ ਆਈਆਂ ਸਨ। ਦੋਹਾਂ ਨੂੰ ਤੱਕ ਕੇ ਜਿਹੜਾ ਸਭ ਤੋਂ ਪਹਿਲਾਂ ਪ੍ਰਭਾਵ ਉੱਤੇ ਪਿਆ, ਇਹ ਉਹਦੀ ਕਲਪਨਾ ਤੋਂ ਉੱਕਾ ਹੀ ਉਲਟ ਸੀ। ਨਾ ਤੇ ਉਹਦੀ ਮਾਂ ਦੇ ਤਨ ਤੇ ਚੀਥੜੇ ਲਮਕ ਰਹੇ ਸਨ ਤੇ ਨਾ ਹੀ ਸ਼ਸ਼ੀ ਦਾ ਹੁਲੀਆ ਰੁਲਿਆ ਖੁਲਿਆ, ਸਗੋਂ ਬਿਲਕੁਲ ਇਹਦੇ ਉਲਟ। ਇਸ 'ਚ ਕੋਈ ਸ਼ੱਕ ਨਹੀਂ ਕਿ ਉਹਦੀ ਮਾਂ ਦੇ ਸਰੀਰ ਵਿੱਚ ਲਹੂ ਨਾ ਮਾਤਰ ਹੀ ਰਹਿ ਗਿਆ ਸੀ। ਸ਼ਸ਼ੀ ਦਾ ਕੱਦ ਉਹਨੂੰ ਕਾਫੀ ਪਹਿਲਾਂ ਨਾਲੋਂ ਲੰਮਾ ਦਿਖਾਈ ਦਿੱਤਾ ਤੇ ਰੰਗ ਰੂਪ ਵੀ ਕਾਫੀ ਨਿਖਰਿਆ, ਜਿਸ ਉੱਤੇ ਪਹਿਲੀ ਨਜ਼ਰ ਪੈਂਦਿਆਂ ਉਹਦੀਆਂ ਅੱਖਾਂ ਝੁਕ ਗਈਆਂ। ਕੋਈ ਵੀ ਭਰਾ ਭੈਣ ਦੇ ਸੁਹੱਪਣ ਨੂੰ ਤੱਕ ਕੇ ਅੱਖਾਂ ਉੱਚੀਆਂ ਨਹੀਂ ਕਰ ਸਕਦਾ। ਉਸ ਵੇਖਿਆ ਸ਼ਸ਼ੀ ਦੇ ਮੋਢੇ ਤੇ ਸਰੀਰ ਦਾ ਭਾਰ ਪਾਈ ਸ਼ਿਆਮਾ ਬੜੀ ਮੁਸ਼ਕਿਲ ਨਾਲ ਮੁਲਾਕਾਤੀ ਕਮਰੇ ਵੱਲ ਤੁਰੀ ਆ ਰਹੀ ਸੀ। ਮਾਂ ਨੂੰ ਵੇਖਦਿਆਂ ਸੁਭਾਸ਼ ਦਾ ਕਲੇਜਾ ਮੁੱਠ 'ਚ ਆ ਗਿਆ। ਇਸ ਜੇਲ੍ਹਵਾਸ ਦੇ ਸਾਰੇ ਸਮੇਂ 'ਚ ਸੁਭਾਸ਼ ਨੇ ਮਾਂ ਨੂੰ ਪਹਿਲੀ ਵਾਰੀ ਵੇਖਿਆ ਸੀ। ਉਹ ਹਰ ਚਿੱਠੀ 'ਚ ਲਿਖ ਛੱਡਦਾ ਸੀ ਕਿ ਬਿਮਾਰੀ ਦੀ ਹਾਲਤ ਵਿੱਚ ਸ਼ਾਮਾ ਮੁਲਾਕਾਤ ਲਈ ਨਾ ਆਵੇ, ਪਰ ਫਿਰ ਵੀ ਅੱਜ ਉਹ ਆਈ ਗਈ। ਵੇਖ ਕੇ ਉਹਦੇ ਦਿਲ ਨੂੰ ਕਿੰਨਾ ਦੁੱਖ ਹੋਇਆ, ਕਿੰਨੀ ਔਖੀ ਹੋ ਕੇ ਉਹ ਆਈ ਹੋਏਗੀ ਬਿਮਾਰੀ ਦੀ ਹਾਲਤ ਵਿੱਚ। ਜਾਲੀ ਦੀ ਕੰਧ ਉੱਤੋਂ ਉੱਧਰੋਂ ਹੱਥ ਟਿਕਾ ਕੇ ਗਲਵੱਕੜੀ ਦੀ ਭੁੱਖ ਨੂੰ ਅਪੂਰਨ ਰੂਪ 'ਚ ਪੂਰੀ ਕਰਦਿਆਂ ਮਾਂ ਪੁੱਤਰ ਨੇ ਇੱਕ ਦੂਜੇ ਨਾਲ ਭੇਂਟ ਕੀਤੀ ਤੇ ਫਿਰ ਭੈਣ ਨੇ। ਅੰਮੀ, ਸੁਭਾਸ਼ ਨੇ ਸਭ ਤੋਂ ਪਹਿਲੀ ਗੱਲ ਉਸ ਨਾਲ ਕੀਤੀ, ਕਿਉਂ ਤੂੰ ਏਡੀ ਔਖੀ ਹੋਈ ਹੈ? ਤੇਰਾ ਕੋਈ ਹਾਲ ਸੀ ਆਉਣ ਜੋਗਾ? ਤੇ ਫਿਰ ਉਹ ਸ਼ਸ਼ੀ ਨੂੰ ਕਹਿਣ ਲੱਗਾ, ਸ਼ਸ਼ੀ ਤੂੰ ਸਿਆਣੀ ਬੈਣੀ ਹੋ ਕੇ ਕਿਉਂ ਵਿਚਾਰੀ ਨੂੰ ਘਸੀਟ ਲਿਆਈ? ਜਵਾਬ 'ਚ ਦੋਹਾਂ ਨੇ ਆਪੋ ਆਪਣੀ ਕੈਫੀਅਤ ਪੇਸ਼ ਕੀਤੀ। ਮਿਲਣ ਨੂੰ ਬੜਾ ਦਿਲ ਕਰਦਾ ਸੀ, ਜਾਂ ਹੋਰ ਬਹਾਨਿਆਂ ਦੇ ਰੂਪ 'ਚ, ਪਰ ਅਸਲ ਗੱਲ ਜਿਸ ਲਈ ਸ਼ਾਮਾ ਨੂੰ ਆਉਣਾ ਪਿਆ ਸੀ ਅਜੇ ਤੀਕ ਉਹਨੇ ਨਹੀਂ ਸੀ ਖੋਲ੍ਹੀ। ਪ੍ਰਬੋਧ ਦਾ ਕੀ ਹਾਲ ਹੈ? ਸੁਭਾਸ਼ ਨੇ ਦੋਹਾਂ ਉੱਤੇ ਸਾਂਝਾ ਸਵਾਲ ਕੀਤਾ। ਜਵਾਬ 'ਚ ਦੋਵੇਂ ਮਾਵਾਂ ਧੀਆਂ ਵਾਰੋ ਵਾਰੀ ਦੱਸੀਆਂ ਗਈਆਂ ਜੋ ਵਿਚਾਰੇ ਪ੍ਰਬੋਧ ਨਾਲ ਬੀਤੀ ਸੀ। ਜਿਉਂ-ਜਿਉਂ ਸੁਣਦਾ ਗਿਆ ਉਹਦੇ ਦਿਲ ਨੂੰ ਡੁੱਬੂ ਪੈਂਦੇ ਗਏ। ਉਹ ਬੜੀ ਬੇਸਬਰੀ ਨਾਲ ਗੱਲਾਂ ਦਾ ਅੰਤਿਮ ਹਿੱਸਾ ਉਡੀਕ ਰਿਹਾ ਸੀ,
ਦਿਲ ਉਹਦਾ ਧੜਕ ਰਿਹਾ ਸੀ। ਚੇਕੜੋ ਬਿਨਾਂ ਪੂਰੀ ਗੱਲ ਸੁਣਨ ਤੋਂ ਬੋਲ ਉੱਠਿਆ, ਪਰ ਹੁਣ ਕੀ ਹਾਲ ਹੈ ਉਹਦਾ? ਚੰਗਾ ਇਹ ਟੀਕੇ ਲੱਗ ਰਹੇ ਨੇ। ਡਾਕਟਰ ਜਿਹੜਾ ਦਿੱਲੀ ਦਾ ਸਭ ਤੋਂ ਵੱਡਾ ਡਾਕਟਰ ਹੈ, 50 ਰੁਪਏ ਫੀਸ ਹੈ ਜਿਹਦੀ, ਰੋਜ਼ 2 ਵੇਲੇ ਆਉਂਦਾ ਹੈ। ਅੱਖਾਂ ਤੇ ਨਹੁੰਆਂ ਦੀ ਪਲੱਤਣ ਕਾਫੀ ਘਟ ਗਈ ਹੈ। ਪਹਿਲਾਂ ਤੇ ਅਸੀਂ ਉਮੀਦ ਲਾਭ ਚੁੱਕੇ ਸੀ, ਪਰ ਦੋਵੇਂ ਵਾਰੀ ਸੁਭਾਸ਼ ਨੂੰ ਦੱਸਦੀਆਂ ਗਈਆਂ। ਬੇਉੜਕ ਖੁਸ਼ੀ ਚ ਉਹਦੇ ਦਿਲ ਨੂੰ ਕਿ ਉਹਦਾ ਭਰਾ ਬਚ ਗਿਆ, ਪਰ ਸ਼ਹਿਰ ਦਾ ਸਭ ਤੋਂ ਵੱਡਾ 50 ਰੁਪਏ ਫੀਸ ਵਾਲਾ 10 ਰੁਪਇਆਂ ਵਾਲੇ ਟੀਕੇ, ਇਹਨਾਂ ਗੱਲਾਂ ਤੇ ਉਹਨੂੰ ਜਾਪਿਆ ਜਿਵੇਂ ਮਾਂ ਤੇ ਭੈਣ ਕੇਵਲ ਦਿਲ ਰੱਖਣੀ ਖਾਤਰ ਉਸ ਪਾਸ ਝੂਠ ਬੋਲ ਰਹੀਆਂ ਨੇ। ਉਹਦਾ ਦਿਲ ਕਾਲਾ ਪੈ ਰਿਹਾ ਸੀ ਇਹ ਜਾਣਨ ਲਈ ਕਿ ਇਹੋ ਜਿਹਾ ਪਰਉਪਕਾਰੀ ਡਾਕਟਰ ਇਹਨਾਂ ਨੂੰ ਕਿੱਥੇ ਤੇ ਕਿਵੇਂ ਲੱਭ ਪਿਆ। ਪਰ ਕਿੰਨਾ ਹੀ ਚਿਰ ਦੋਹਾਂ ਨੇ ਘਰ-ਬਾਰ ਦੀਆਂ ਗੱਲਾਂ ਵਿਚਾਲੇ ਸੁਭਾਸ਼ ਲਈ ਇਹ ਪੁੱਛਣ ਦੀ ਵਾਰੀ ਨਾ ਆਉਣ ਦਿੱਤੀ। ਤੇ ਜਦ ਸ਼ਾਮਾ ਨੇ ਵੇਖਿਆ ਕਿ ਮੁਲਾਕਾਤ ਦਾ ਅੱਧੇ ਤੇ ਲਗਭਗ ਵਕਤ ਉਹਨਾਂ ਦੋਹਾਂ ਨੇ ਇਹੋ ਗੱਲਾਂ ਕਰਦਿਆਂ ਗੁਜ਼ਾਰ ਛੱਡਿਆ, ਤਾਂ ਉਹਨੇ ਸ਼ਸ਼ੀ ਨੂੰ ਇਸ਼ਾਰੇ ਨਾਲ ਪਰੇ ਜਾਣ ਲਈ ਕਿਹਾ। ਉਹ ਇਕਲਵਾਂਝੀ ਹੋ ਕੇ ਪਰਾਂ ਹੋਏ ਇੱਕ ਬੈਂਚ ਤੇ ਜਾ ਬੈਠੀ। ਸ਼ਿਆਮਾ ਜ਼ਰਾ ਹੋਰ ਜਾਲੀ ਦੇ ਨਾਲ ਮੂੰਹ ਜੋੜ ਕੇ ਬੋਲੀ, ਕਾਕਾ ਮੈਂ ਤੇਰੇ ਨਾਲ ਇੱਕ ਸਲਾਹ ਕਰਨ ਆਈ ਹਾਂ। ਕੀ ਅੰਮੀ? ਸ਼ਸ਼ੀ ਦੇ ਸਾਕ ਬਾਰੇ। ਸਾਕ ਬਾਰੇ? ਹਾਂ। ਸੁਣ ਕੇ ਸੁਭਾਸ਼ ਦੇ ਦਿਲ ਨੂੰ ਇੱਕ ਗੁੱਝੀ ਤੇ ਇੱਕ ਇਹੋ ਜਿਹੀ ਖੁਸ਼ੀ ਹੋਈ, ਕਿਉਂਕਿ ਸਭ ਤੋਂ ਬਹੁਤੀ ਜੇ ਉਹਦੇ ਦਿਲ ਨੂੰ ਕੋਈ ਚਿੰਤਾ ਖਾਂਦੀ ਰਹੀ ਸੀ ਤਾਂ ਸ਼ਸ਼ੀ ਬਾਰੇ। ਉਹ ਦਿਲ ਦੀ ਖੁਸ਼ੀ ਲੁਕਾਉਂਦਾ ਬੋਲਿਆ, ਕਿੱਥੇ ਅੰਮੀ? ਸ਼ਿਆਮਾ ਬੋਲੀ, ਜਿਨ੍ਹਾਂ ਦੇ ਘਰ ਸ਼ਸ਼ੀ ਨੇ ਨੌਕਰੀ ਕੀਤੀ ਹੋਈ ਹੈ ਉਹ ਸੇਠ ਤੇ ਉਹਦੀ ਘਰਵਾਲੀ ਦੋਵੇਂ ਬੜੇ ਨੇਕ ਨੇ, ਗਰੀਬ ਗੁਰਬੇ ਦੇ ਮਾਈ ਬਾਪ ਸਮਝੋ। ਸੱਚੀ ਗੱਲ ਪੁੱਛੇ ਕਾਕਾ, ਉਸੇ ਨੇ ਬਚਾਇਆ ਪ੍ਰਬੋਧ ਨੂੰ, ਨਹੀਂ ਤੇ ਰੋ ਧੋਈ ਚੁੱਕੇ ਸੀ। ਸੁਭਾਸ਼, ਉਹ ਸੇਠ ਦੇ ਕੋਈ ਰਾਜਾ ਬਿਕਰਮਾਦਿੱਤ ਦਾ ਅਵਤਾਰ ਹੈ, ਨਹੀਂ ਤਾਂ ਤੂੰ ਸੋਚ ਕੌਣ ਕਿਸੇ ਲਈ ਏਡੀਆਂ ਘਾਲਾਂ ਘਾਲਦਾ। ਸੁਭਾਸ਼ ਦਾ ਦਿਲ ਇਸ ਵੇਲੇ ਸਖਤ ਕਾਲਾ ਪੈ ਰਿਹਾ ਸੀ। ਭਾਵੇਂ ਮਾਂ ਦੀਆਂ ਗੱਲਾਂ ਸੁਣ ਕੇ ਉਹਨੂੰ ਖੁਸ਼ੀ ਹੋ ਰਹੀ ਸੀ, ਪਰ ਉਹ ਸਭ ਤੋਂ ਪਹਿਲਾਂ ਉਹਦੇ ਮੂੰਹੋਂ ਮੁੰਡੇ ਬਾਰੇ ਸੁਣਨਾ ਚਾਹੁੰਦਾ ਸੀ। ਬੋਲਿਆ, ਅੱਛਾ ਹੋਰ ਗੱਲ ਛੱਡ ਅੰਮੀ, ਪਹਿਲਾਂ ਦੱਸ ਉਹ ਸੇਠ ਦੇ ਮੁੰਡੇ ਨਾਲ? ਨਹੀਂ ਹੋਰ ਕਾਕਾ, ਸੇਠ ਹੋਰੀ ਸ਼ਸ਼ੀ ਨੂੰ ਆਪਣੀ ਧੀ ਬਣਾ ਕੇ ਵਿਆਹਣੀ ਚਾਹੁੰਦੇ ਨੇ। ਉਹਨਾਂ ਸੁਣਿਆ ਅੱਗੇ ਵੀ ਕਈਆਂ ਗਰੀਬ ਮਾਪਿਆਂ ਦੀਆਂ ਕੁੜੀਆਂ ਇਸ ਤਰ੍ਹਾਂ ਵਿਆਹੀਆਂ ਨੇ। ਸੁਭਾਸ਼ ਦੇ ਦਿਲ ਨੂੰ ਹੋਰ ਵੀ ਖੁਸ਼ੀ ਹੋਈ। ਪਹਿਲੇ ਸਵਾਲ ਨੇ ਉਹਨੇ ਫਿਰ ਦੁਹਰਾਇਆ, ਪਰ ਅੰਮੀ ਮੁੰਡਾ ਵੀ ਕੋਈ ਲੱਭਾ ਹੈ? ਹਾਂ। ਕੌਣ? ਸੇਠ ਹੋਰਾਂ ਆਪ ਹੀ ਲੱਭ ਲਿਆ। ਕੌਣ ਹੈ? ਪਰ ਸੇਠ ਹੋਰਾਂ ਦਾ ਆਪਣਾ ਕੋਈ ਰਿਸ਼ਤੇਦਾਰ। ਇਹ ਤੇ ਅੰਮੀ ਬੜੀ ਖੁਸ਼ੀ ਵਾਲੀ ਗੱਲ ਹੈ। ਮੁੰਡਾ ਤੂੰ ਵੇਖਿਆ? ਵੇਖਿਆ ਤੇ ਨਹੀਂ, ਜੋ ਸੇਠ ਹੋਰੀ ਜਦੋਂ ਅਸੀਂ ਚਾਹੀਏ ਵਿਖਾਲ ਦੇਣਗੇ, ਪਰ ਮੈਂ ਸਲਾਹ ਲਏ ਬਿਨਾਂ ਕਿੱਕਣ ਕੋਈ ਗੱਲ ਮੂੰਹੋਂ ਕੱਢ ਸਕਦੀ ਸੀ। ਕਿੰਨੀ ਕੁ ਉਮਰ ਹੋਏਗੀ ਮੁੰਡੇ ਦੀ? ਹੋਏਗੀ 20-25 ਵਰ੍ਹਿਆਂ ਦੀ। ਖੈਰ ਉਮਰ ਤੇ ਠੀਕ ਹੈ, ਤੇ ਕੰਮ ਕੀ ਕਰਦਾ? ਸੇਠ ਹੋਰਾਂ ਦੇ ਦਫ਼ਤਰ 'ਚ ਸੁਣਿਆ ਕਲਰਕ ਹੈ। ਕਿੰਨੀ ਕੁ ਤਨਖਾਹ ਸੂ? ਤਨਖਾਹ ਦੀ ਭਲੀ ਪੁੱਛੀ ਸੁਭਾਸ਼। ਅਸਲ 'ਚ ਮੁੰਡੇ ਨੂੰ ਵੀ ਸੇਠ ਹੋਰਾਂ ਆਪਣਾ ਧਰਮ ਪੁੱਤਰ ਬਣਾਇਆ ਹੋਇਆ। ਅੱਛਾ, ਤਾਂ ਤੇ ਅੰਮੀ ਸਾਡੀ ਸ਼ਸ਼ੀ ਦੇ ਭਾਗ ਜਾਗ ਪਏ। ਭਲਾ ਅੰਮੀ ਇਹੋ ਜਿਹਾ ਮੁੰਡਾ ਤੇ ਇਹੋ ਜਿਹਾ ਘਰ ਲੱਭ ਰਿਹਾ ਤੇ ਮੇਰੇ ਕੋਲੋਂ ਪੁੱਛਣ ਦੀ ਕੀ ਲੋੜ ਸੀ? ਤੂੰ ਪਾਂਧਾ ਨਾ ਪੁੱਛਦੇ ਵਿਆਹਣ ਦੀ ਗੱਲ ਕਰ। ਨਾਲੇ ਇੱਕ ਹੋਰ ਗੱਲ ਵੀ ਹੈ ਸੁਭਾਸ਼, ਕੀ ਸੇਠ ਹੋਰਾਂ ਕੋਲ ਧਨ ਦੌਲਤ ਦਾ ਕੋਈ ਪਾਰਾਵਾਰ ਨਹੀਂ। ਉਹ ਕਹਿੰਦੇ ਨੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਸ਼ਸ਼ੀ ਰਿਫਿਊਜੀਆਂ ਦੀ ਕੁੜੀ ਹੈ ਤਾਂ ਉਹਨਾਂ ਦੀ ਨਮੋਸ਼ੀ ਹੋਏਗੀ। ਉਹ ਸਾਨੂੰ ਵੀ ਜ਼ਰਾ ਪੋਜੀਸ਼ਨ 'ਚ ਵੇਖਣਾ ਚਾਹੁੰਦੇ ਨੇ। ਪਰ ਅੰਮੀ ਸਾਡੇ ਤੇ ਹੱਥ ਪੱਲੇ ਕੁਝ ਵੀ ਨਹੀਂ, ਤਾਂ ਪੋਜੀਸ਼ਨ ਅਸੀਂ ਕਿੱਥੋਂ ਲੈ ਗਏ? ਸੇਠ ਹੋਰਾਂ ਦੀ ਘਰਵਾਲੀ ਕਹਿੰਦੀ ਇਸ ਗੱਲੋਂ ਤਾਂ ਤੁਸੀਂ ਫਿਕਰ ਨਾ ਕਰੋ। ਇਹ ਤੋਂ ਬਾਅਦ ਸ਼ਿਆਮਾ ਨੇ ਵੇਰਵੇ ਨਾਲ ਦੱਸਣਾ ਸ਼ੁਰੂ ਕੀਤਾ ਕਿ ਉਹ ਸਾਨੂੰ ਇੱਕ ਮਕਾਨ ਦੇਣਗੇ, ਤੈਨੂੰ ਕਿਸੇ ਚੰਗੇ ਅਹੁਦੇ ਤੇ ਪਹੁੰਚਾਉਣਗੇ, ਪ੍ਰਬੋਧ ਨੂੰ ਕਾਲਜ ਤੀਕ ਪੜ੍ਹਾਉਣਗੇ, ਨਾਲੇ 250 ਰੁਪਏ ਮਹੀਨਾ ਖਰਚ ਵੀ ਸਾਡਾ ਬੰਨ੍ਹ ਦੇਣਗੇ। ਸੁਣ ਕੇ ਇੱਕ ਵਾਰੀ ਤਾਂ ਸੁਭਾਸ਼ ਨੂੰ ਬੇਭਰੋਸਗੀ ਦੇ ਭਾਵਾਂ ਨੇ ਅੱਧ ਬੁੱਝਿਆ। ਸੋਚਣ ਲੱਗਾ ਕਿਤੇ ਅੰਮੀ ਦਾ ਦਿਮਾਗ ਤੇ ਨਹੀਂ ਫਿਰ ਗਿਆ। ਤੇ ਦਿਲ ਦੀ ਖੁਦਕੁਤੀ ਮਿਟਾਉਣ ਦੇ ਖਿਆਲੋਂ ਉਹਨੇ ਮਾਂ ਨੂੰ ਕਹਿ ਕੇ ਸ਼ਸ਼ੀ ਨੂੰ ਸੱਦਿਆ, ਜਿਹੜੀ ਅਜੇ ਤੀਕ ਹੁੰਦੀ ਪਾਈ ਪਰਾਂ ਬੈਂਚ ਤੇ ਬੈਠੀ ਸੀ। ਕਿਉਂ ਸ਼ਸ਼ੀ? ਸੁਭਾਸ਼ ਨੇ ਸ਼ਸ਼ੀ ਦੀਆਂ ਝੁਕੀਆਂ ਹੋਈਆਂ ਅੱਖਾਂ ਵੱਲ ਤੱਕ ਕੇ ਪੁੱਛਿਆ। ਸੇਠ ਹੋਰੀ ਸੱਚੀ ਮੁੱਚੀ ਇਹ ਜ਼ਿੰਮੇਵਾਰੀ ਆਪਣੇ ਸਿਰ ਲੈਣ ਨੂੰ ਤਿਆਰ ਨੇ? ਸ਼ਸ਼ੀ ਨੇ ਬਿਨਾਂ ਬੋਲਿਆਂ ਹਮਾਇਤ 'ਚ ਸਿਰ ਹਿਲਾਇਆ। ਖਰਚ ਸਾਰਾ ਕੋਲੋਂ ਕਰਨਗੇ? ਹਾਂ। ਮਕਾਨ ਵੀ ਦੇਣਗੇ? ਹਾਂ। ਪ੍ਰਬੋਧ ਨੂੰ ਕਾਲਜ ਤੱਕ ਪੜ੍ਹਾਉਣਗੇ? ਹਾਂ। ਅਲਾਊਂਸ ਵੀ ਮੁਕਰਰ ਕਰਨਗੇ? ਹਾਂ। ਭੈਣ ਦੇ ਮੂੰਹੋਂ ਸਾਰੀਆਂ ਗੱਲਾਂ ਦੀ ਪੁਸ਼ਟੀ ਸੁਣ ਕੇ ਸੁਭਾਸ਼ ਦੇ ਦਿਲ ਨੂੰ ਯਕੀਨ ਹੋ ਗਿਆ, ਪਰ ਇਸ ਯਕੀਨ ਦਾ ਫਲ ਰੂਪ ਜਿਹੜੀ ਖੁਸ਼ੀ ਉਹਨੂੰ ਚੜ੍ਹਨੀ ਚਾਹੀਦੀ ਸੀ, ਉਹ ਚੜ੍ਹਦੀ ਇੱਕ ਵਾਰੀ ਫੇਰ ਫਿੱਕੀ ਪੈਣ ਲੱਗ ਗਈ ਜਦ ਉਹਨੇ ਸ਼ਸ਼ੀ ਦੇ ਚਿਹਰੇ ਤੇ ਅੱਖਾਂ ਵੱਲ ਧਿਆਨ ਨਾਲ ਤੱਕਿਆ। ਕੁਆਰੀ ਸੁਭਾਵਕ ਸ਼ਰਮ ਦੇ ਹੇਠਾਂ ਇਹੋ ਜਿਹੇ ਵੇਲੇ ਜਿਹੜੀ ਖੁਸ਼ੀ ਤੇ ਉਮੰਗ ਦੀ ਰੇਖ ਕਿਸੇ ਕੁੜੀ ਦੇ ਨਕਸ਼ਾਂ ਤੇ ਹੋਣੀ ਚਾਹੀਦੀ, ਉਹ ਸ਼ਸ਼ੀ ਦੇ ਨਕਸ਼ਾਂ 'ਚ ਕਿਤੇ ਢੂੰਡਿਆ ਨਹੀਂ ਸੀ ਲੱਭਦੀ। ਸਗੋਂ ਸੁਭਾਸ਼ ਨੂੰ ਕੁਝ ਏਦਾਂ ਦਾ ਸ਼ੱਕ ਪਿਆ ਜਿਕਣ ਸ਼ਸ਼ੀ ਆਪਣੇ ਅੰਦਰ ਕੋਈ ਅਮੁੱਕ ਜਿਹੀ ਵੇਦਨਾ, ਕੋਈ ਅਮਿੱਟ ਜਿਹਾ ਸੰਤਾਪ ਲੁਕਾਈ ਬੈਠੀ। ਸ਼ਸ਼ੀ? ਉਹਨੇ ਸ਼ੰਕਾ ਮਿਟਾਉਣ ਲਈ ਪੁੱਛਿਆ, ਤੂੰ ਖੁਸ਼ ਨਹੀਂ? ਸ਼ਸ਼ੀ ਨਹੀਂ ਬੋਲੀ, ਨਾ ਹੀ ਉਹਦੇ ਬੁੱਲਾਂ ਤੇ
ਉਹ ਨਿੰਮੀ ਸੁਗੰਧਤ ਮੁਸਕਰਾਹਟ ਤੇ ਚਿਹਰੇ ਦੀ ਟੁਕੜੀ ਤੇ ਚਮਕ ਪੈਦਾ ਹੋਈ, ਜਿਸ 'ਚ ਸੁਭਾਸ਼ ਦੇ ਪ੍ਰਸ਼ਨ ਦਾ ਮੂਲ ਉੱਤਰ ਲਿਖਿਆ ਹੋਵੇ। ਕੁਝ ਵੀ ਹੋਵੇ, ਪਰ ਮਾਂ ਦੇ ਇਸ ਨਵੇਂ ਸੰਵਾਦ ਨੇ ਸੁਭਾਸ਼ ਦੇ ਦਿਲ ਨੂੰ ਖੁਸ਼ੀ ਭਰੀ ਮਸਤੀ ਨਾਲ ਭਰਤਾ। ਆਪਣੇ ਦੇਸ਼ ਦੇ ਸਰਮਾਏਦਾਰਾਂ ਵਿਰੁੱਧ ਜਿਹੜੀ ਨਫ਼ਰਤ ਭਰੇ ਖਿਆਲ ਮੁਖਰਜੀ ਨਾ ਕੈਦੀ ਦੇ ਉਸ ਅੰਦਰ ਭਰਤੇ ਸਨ, ਕਾਫੀ ਹੱਦ ਤੱਕ ਧੁੰਦਲੇ ਪੈ ਗਏ। ਮੁਲਾਕਾਤ ਖਤਮ ਹੋਣ ਦੀ ਘੰਟੀ ਵੱਜੀ। ਸਿਪਾਹੀਆਂ ਨੇ ਛਾਂਟਿਆਂ ਤੋਂ ਡਰਦੇ ਸਾਰੇ ਮੁਲਾਕਾਤੀ ਪਿਛਾਂਹ ਹਟ ਕੇ ਖਿੰਡਣ ਲੱਗੇ, ਤੇ ਜਦ ਸ਼ਸ਼ੀ ਦੇ ਮੋਢੇ ਦਾ ਸਹਾਰਾ ਲੈ ਕੇ ਸ਼ਿਆਮਾ ਮੁੜਨ ਲੱਗੀ ਤਾਂ ਸੁਭਾਸ਼ ਨੇ ਇੱਕ ਵਾਰੀ ਫੇਰ ਆਪਣੀ ਚੇਤਾਵਨੀ ਨੂੰ ਦੁਹਰਾਇਆ, ਅੰਮੀ ਢਿੱਲ ਨਹੀਂ ਕਰਨੀ, ਜਿੰਨੀ ਜਲਦੀ ਹੋ ਸਕੇ ਕੰਮ ਕਰ ਸੁੱਟੋ। ਸੱਜਣ ਦੁਸ਼ਮਣ ਵਿੱਚ ਹੀ ਹੁੰਦੇ ਨੇ, ਐਸਾ ਨਾ ਹੋਵੇ ਹੁੰਦੇ ਕੰਮ 'ਚ ਕੋਈ ਭਾਂਜੀ ਮਾਰ ਦੇ। ਮੇਰੀ ਤਾਂ ਸਲਾਹ ਸੀ, ਸ਼ਿਆਮਾ ਮੁੜਨ ਲੱਗੀ ਬੋਲੀ, ਜੇ ਕਦੀ ਸੇਠ ਹੋਰੀ ਮੰਨ ਜਾਣ ਤਾਂ ਤੇਰੇ ਆਉਣ ਤੇ। ਗੱਲ ਟੋਕ ਕੇ ਸੁਭਾਸ਼ ਬੋਲਿਆ, ਰੱਬ ਦਾ ਵਾਸਤਾ ਅੰਮੀ, ਮੈਨੂੰ ਨਾ ਉਡੀਕੀ, ਤੂੰ ਕੰਮ ਨਿਪਟਾਉਣ ਦੀ ਘਰ ਵਿੱਚੋਂ। ਮੇਰੇ ਆਉਣ 'ਚ ਅਜੇ 4 ਮਹੀਨੇ ਪਏ ਨੇ। ਉੱਚਰਤੀ ਖਬਰੇ ਕਿਹੜੇ ਰਾਜੇ ਦਾ ਰਾਜ ਹੋਏ, ਤੂੰ ਬਸ ਜਾਂਦਿਆਂ ਹੀ ਵਿਆਹ ਦਾ ਮਹੂਰਤ ਕਢਾ ਤੇ ਫੇਰੇ ਦਿਵਾਉਣ ਦੀ ਕਰ। ਚੰਗਾ, ਜਿਵੇਂ ਤੇਰੀ ਮਰਜ਼ੀ, ਕਹਿ ਕੇ ਸ਼ਿਆਮਾ ਪਰਤ ਗਈ। ਅੰਦਰੋਂ ਉਹਦੀ ਆਪਣੀ ਵੀ ਇਹੋ ਮਰਜ਼ੀ ਸੀ ਕਿ ਕੰਮ ਜਿੰਨਾ ਛੇਤੀ ਨੇਪਰੇ ਚੜ੍ਹ ਜਾਏ ਓਨਾ ਹੀ ਚੰਗਾ ਹੈ। ਸੁਭਾਸ਼ ਨੂੰ ਜਿੱਚਰ ਤੱਕ ਦੋਵਾਂ ਮਾਵਾਂ ਧੀਆਂ ਦੀਆਂ ਪਿੱਠਾਂ ਦਿਸਦੀਆਂ ਰਹੀਆਂ, ਜਾਲੀ ਨਾਲ ਅੱਖਾਂ ਜੋੜ ਕੇ ਖਲੋਤਾ ਰਿਹਾ। ਜਦੋਂ ਬਾਹਰਲੀ ਭੀੜ 'ਚ ਰਲ ਕੇ ਉਸ ਦੀਆਂ ਨਜ਼ਰਾਂ ਤੋਂ ਉੱਜਲ ਨਾ ਹੋ ਗਈਆਂ ਤਾਂ ਉਹ ਪਿਛਾਂਹ ਪਰਤਿਆ, ਤੇ ਜਦੋਂ ਵਾਪਸ ਆਪਣੇ ਵਾਰਡ ਵੱਲ ਜਾ ਰਿਹਾ ਸੀ ਤਾਂ ਪ੍ਰਤੀਤ ਕਰਦਾ ਸੀ ਜਿਵੇਂ ਉਹਦੀ ਛਾਤੀ ਤੇ ਕੋਈ ਬਹੁਤ ਭਾਰੀ ਬੋਝ ਲੱਥ ਗਿਆ ਹੋਵੇ। ਆਪਣੀ ਭੈਣ ਦੇ ਅਣਡਿੱਠੇ ਵਰ ਨੂੰ ਉਹ ਕਲਪਨਾ ਦੀਆਂ ਅੱਖਾਂ ਨਾਲ ਤੱਕਦਾ ਹੋਇਆ ਕਦਮ ਚੁੱਕ ਰਿਹਾ ਸੀ। ਸਾਡੀ ਮਾਨਸਿਕ ਅਵਸਥਾ ਦੇ ਨਾਲ ਨਾਲ ਹੀ ਅਨੇਕਾਂ ਦੁਨੀਆਂ ਉਸਰਦੀਆਂ ਤੇ ਅਨੇਕਾਂ ਢਹਿੰਦੀਆਂ ਰਹਿੰਦੀਆਂ ਨੇ। ਜੋ ਕੁਝ ਜਿੱਥੇ ਹੁੰਦਾ ਉੱਥੇ ਹੀ ਟਿਕਿਆ ਰਹਿੰਦਾ, ਪਰ ਕੇਵਲ ਮਨ ਉੱਤੇ ਹੋਏ ਅਸਰਾਂ ਦਾ ਫਲ ਰੂਪ ਹੀ ਅਸੀਂ ਕਦੀ ਆਪਣੇ ਆਪ ਨੂੰ ਸਵਰਗ ਵਿੱਚ ਅਟਖੇਲੀਆਂ ਦਿੰਦੇ ਅਨੁਭਵ ਕਰਦੇ ਹਾਂ, ਕਦੀ ਨਰਕਾਂ ਦੀ ਅੱਗ 'ਚ ਝੁਲਸਦੀ ਹੋਈ। ਹੁਣ ਤੋਂ ਪਹਿਲਾਂ ਸੁਭਾਸ਼ ਦੀਆਂ ਨਜ਼ਰਾਂ 'ਚ ਸਰਮਾਏਦਾਰਾਂ ਤੇ ਅਮੀਰ ਲੋਕਾਂ ਦੀਆਂ ਸ਼ਕਲਾਂ ਕੁਝ ਹੋਰ ਤਰ੍ਹਾਂ ਦੀ ਬਣੀ ਸੀ। ਸ਼ੈਤਾਨ ਦੇ ਅਵਤਾਰ, ਮਨੁੱਖੀ ਲਹੂ ਪੀਣ ਵਾਲੀਆਂ ਜੋਕਾਂ ਜਾਂ ਹੋਰ ਕੁਝ ਇਹੋ ਜਿਹੀ। ਪਰ ਜਿਉਂ ਹੀ ਆਪਣੀ ਮਾਂ ਦੀ ਜ਼ਬਾਨੀ ਉਹਨੇ ਉਸ ਸੇਠ ਦੀ ਉਦਾਰਤਾ ਸੁਣੀ ਤਾਂ ਉਹ ਇਹ ਲੋਕ ਸੱਚਮੁੱਚ ਉਹਨੂੰ ਬਿਕਰਮਾਜੀਤ ਤੇ ਰਾਜਾ ਭੋਜ ਦਾ ਅਵਤਾਰ ਜਾਪਣ ਲੱਗ ਪਏ। ਉਹਨੂੰ ਉਸ ਬੰਗਾਲੀ ਬਾਊ ਮੁਖਰਜੀ ਦੀਆਂ ਸਾਰੀਆਂ ਦਲੀਲਾਂ ਭੱਦੀਆਂ ਤੇ ਨਿਸਾਰ ਜਾਪਣ ਲੱਗੀਆਂ। ਤੁਰੇ ਜਾਂਦਿਆਂ ਉਹਨੂੰ ਮੁੜ ਇਹੋ ਸੋਚ ਆਉਂਦੀ, ਕਿਤੇ ਮਾਂ ਨੂੰ ਧੋਖਾ ਤਾਂ ਨਹੀਂ ਲੱਗਾ, ਮਤੇ ਇਹ ਸਾਰਾ ਕੁਝ ਕਿਸੇ ਚਾਲਬਾਜ਼ ਆਦਮੀ ਦੀ ਜਾਲਸਾਜ਼ੀ ਹੋਵੇ, ਮਤੇ ਸ਼ਸ਼ੀ ਨੂੰ ਜਾਲ 'ਚ ਫਸਾਉਣ ਲਈ ਇਹ ਸਾਰੀ ਖੇਡ ਨਾ ਖੇਡੀ ਗਈ ਹੋਵੇ। ਪਰ ਗਵਾਹੀ ਹੋਰ ਕਿਸੇ ਦੀ ਨਹੀਂ, ਖੁਦ ਉਹਦੀ ਮਾਂ ਨੇ ਦਿੱਤੀ ਸੀ, ਜਿਹਦੀ ਦੂਰ ਅੰਦੇਸ਼ੀ ਤੇ ਉੱਚੀ ਸਮਝ ਦਾ ਉਹ ਹਮੇਸ਼ਾ ਕਾਇਲ ਰਹਿੰਦਾ ਸੀ। ਸੋ ਆਖਰ ਉਹਨੂੰ ਇਸ ਉੱਤੇ ਯਕੀਨ ਕਰਨਾ ਹੀ ਪਿਆ।